ਸਭ ਨੂੰ ਜੈਮਸੀ ਦੀ ਸਾਰਿਆਂ ਨੂੰ ਜੈਮਸੀ ਦੀ ਪੰਜਾਬੀ ਚ ਤੋਂ ਅਸੀਂ ਸਭ ਤੋਂ ਵੈਲਕਮ ਕਰਦੇ ਹਾਂ। प्रभु ਤੁਹਾਨੂੰ बहुत आयत ਨਾਲ आशीष दे। आइए इस आज की सभा को शुरू करते हैं एक नारा लगा के, प्रभु यीशु मसीह के नाम की जय। वे जिंदा स्वर्ग में रहते हैं, वे आने वाले हैं और हमें साथ ले जाने वाले हैं। हालेलुया हालेलुया। आइए इस आज के दिन के लिए ਅਸੀਂ ਜ਼ਬੂਰ 22 ਪੜਾਂਗੇ। Praise the Lord। ਜ਼ਬੂਰਾਂ ਦੀ ਪੋਥੀ 22 ਅਧਿਆਇ। हे मेरे परमेश्वर, हे मेरे परमेश्वर, ਤੈਂ ਮੈਨੂੰ ਕਿਉਂ ਛੱਡ ਦਿੱਤਾ ਹੈ ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਪੁੱਬਾਂ ਦੀਆਂ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈ। हे मेरे परमेश्वर, मैं दिन ਨੂੰ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ। ਤੂੰ ਤਾਂ ਪਵਿੱਤਰ ਹੈ, ਤੂੰ ਜੋ ਇਜ਼ਰਾਈਲ ਦੀਆਂ ਉਸਤਤਾਂ ਵਿੱਚ ਵਸਦਾ ਹੈ। ਹਾਲੇਲੂਇਆ। ਸਾਡੇ ਪਿਓ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਹਨਾਂ ਨੇ ਭਰੋਸਾ ਕੀਤਾ ਅਤੇ ਤੈਂ ਉਹਨਾਂ ਨੂੰ ਛੁਡਾਇਆ। ਉਹਨਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ। ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਉਹ ਸ਼ਰਮਿੰਦੇ ਨਾ ਹੋਏ। ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ, ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ। ਜਿੰਨੇ ਮੈਨੂੰ ਵੇਖਦੇ ਹਨ ਉਹ ਮੈਨੂੰ ਮਖੌਲ ਵਿੱਚ ਉਡਾਉਂਦੇ ਹਨ। ਬੁੱਲ੍ਹ ਪਸਾਰਦੇ ਹਨ ਅਤੇ ਸਿਰ ਹਿਲਾਉਂਦੇ ਹਨ। ਯਹੋਵਾ ਗੋਚਰ ਰਾਹ ਹੋ ਜਾ। ਉਹ ਉਸ ਨੂੰ ਛੁਡਾਵੇ, ਉਹ ਉਸ ਨੂੰ ਬਚਾਵੇ, ਕਿਉਂ ਜੋ ਉਹ ਉਸ ਤੋਂ ਪ੍ਰਸੰਨ ਹੈ। ਪਰ ਤੂੰ ਹੀ ਮੈਨੂੰ ਕੁੱਖੋਂ ਬਾਹਰ ਨਿਕਾਲਿਆ ਅਤੇ ਮੇਰੀਆਂ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ। ਜੰਮਦੇ ਸਾਰ ਮੈਂ ਤੇਰੇ ਹੀ ਉੱਤੇ ਸੁੱਟਿਆ ਗਿਆ। ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ਰ ਹੈ। ਮੈਥੋਂ ਦੂਰ ਨਾ ਰਹਿ, ਕਿਉਂ ਜੋ ਵਿਪਤਾ ਆਣ ਚੁੱਕੀ ਹੈ ਅਤੇ ਕੋਈ ਸਹਾਇਕ ਨਹੀਂ। ਬਹੁਤੇ ਸਾਨਾਂ ਨੇ, ਬਸ਼ਾਨ ਦੇ ਬਲਵੰਤ ਬਲਦਾਂ ਨੇ ਮੈਨੂੰ ਵੱਲ ਲਿਆ ਹੈ। ਉਹ ਪਾੜਨ ਅਤੇ ਗੱਜਣ ਵਾਲੇ ਬੱਬਰ ਸ਼ੇਰ ਵਾਂਝੂ ਮੇਰੇ ਉੱਤੇ ਮੂੰਹ ਢੱਡਦੇ ਹਨ। ਮੈਂ ਪਾਣੀ ਵਾਂਝੂ ਡੋਲਿਆ ਗਿਆ ਹਾਂ, ਮੇਰੀਆਂ ਸਾਰੀਆਂ ਹੱਡੀਆਂ ਉਖੜ ਗਈਆਂ ਹਨ। ਮੇਰਾ ਦਿਲ ਮੋਮ ਵਰਗਾ ਹੈ, ਉਹ ਮੇਰੇ ਅੰਦਰ ਭੰਗਰ ਗਿਆ ਹੈ। ਮੇਰੀ ਸ਼ਕਤੀ ਠੀਕਰੇ ਵਾਂਝੂ ਸੁੱਕ ਗਈ ਅਤੇ ਮੇਰੀ ਜੀਭ ਤਾਰੂ ਨਾਲ ਲੱਗਦੀ ਜਾਂਦੀ ਹੈ ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਧਰ ਛੱਡਿਆ। ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ। ਵੇਖਦੇ ਹਨ, ਉਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਲਿਬਾਸ ਤੇ ਗੁਣਾ ਪਾਉਂਦੇ ਹਨ। ਪਰ ਤੂੰ ਯਹੋਵਾ ਦੂਰ ਨਾ ਰਹਿ। हे ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ। ਮੇਰੀ ਜਾਨ ਨੂੰ ਬਲਵੰਤ ਤੋਂ ਅਤੇ ਮੇਰੀ ਜੀਵ ਨੂੰ ਕੁੱਤੇ ਦੇ ਵੱਸ ਤੋਂ ਛੁਡਾ। ਬੱਬਰ ਸ਼ੇਰ ਦੇ ਮੂੰਹ ਤੋਂ ਮੈਨੂੰ ਬਚਾ ਅਤੇ ਜੰਗਲੀ ਸਾਨਾਂ ਦੇ ਸਿੰਘਾਂ ਤੋਂ। ਤੇ ਮੈਨੂੰ ਉੱਤਰ ਦਿੱਤਾ ਹੈ। ਮੈਂ ਆਪਣੀਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਤੇਰੀ ਉਸਤਤ ਕਰਾਂਗਾ। ਯਹੋਵਾ ਤੋਂ ਵੱਡ ਵਾਲਿਓ, ਯਹੋਵਾ ਤੋਂ ਡਰ ਵਾਲਿਓ, ਉਹਦੀ ਉਸਤਤ ਕਰੋ। ਯਾਕੂਬ ਦਾ ਸਾਰਾ ਵੰਸ਼ ਉਹਦੀ ਮਹਿਮਾ ਕਰੋ ਅਤੇ ਇਜ਼ਰਾਈਲ ਦਾ ਸਾਰਾ ਵੰਸ਼ ਉਹ ਤੋਂ ਡਰੋ। ਕਿਉਂ ਦੁਖੀਏ ਦੇ ਦੁੱਖ ਨੂੰ ਤੁੱਛ ਨਾ ਜਾਣਿਆ, ਨਾ ਉਸ ਤੋਂ ਘਿਣ ਕੀਤੀ ਅਤੇ ਨਾ ਉਸ ਤੋਂ ਆਪਣਾ ਮੂੰਹ ਛੁਪਾਇਆ। ਸਗੋਂ ਜਦ ਉਸਨੇ ਉਹਦੀ ਦੁਹਾਈ ਦਿੱਤੀ ਤਾਂ ਉਹਨੇ ਸੁਣਿਆ। ਮਹਾ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੇ ਵੱਲੋਂ ਹੁੰਦਾ ਹੈ। ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁਖਣਾ ਪੂਰੀਆਂ ਕਰਾਂਗਾ। ਅਧੀਨ ਖਾਣਗੇ ਅਤੇ ਤ੍ਰਿਪਤ ਹੋਣਗੇ। ਹਾਲੇਲੂਇਆ। ਯਹੋਵਾ ਦੇ ਤਾਲਿਬ ਉਸ ਦੀ ਉਸਤਤ ਕਰਨਗੇ। ਤੁਹਾਡਾ ਮਨ ਸਦਾ ਜਿਉਂਦਾ ਰਹੇ
ਧਰਤੀ ਦੀਆਂ ਸਾਰੀਆਂ ਕੂਟਾਂ ਚੇਤੇ ਕਰਕੇ ਯਹੋਵਾ ਵੱਲ ਫਿਰਨਗੀਆਂ ਅਤੇ ਕੌਮਾਂ ਦੇ ਸਾਰੇ ਘਰਾਨੇ तेरे अगे मत्था टेकणगे, क्यों जो राज यहोवा दा है अते कौमां उत्ते ओही हाकम है। सना दरवाजा खोल, सॉरी। क्यों जो राज यहोवा दा है अते कौमां उत्ते ओही हाकम है। धरती दे सारे मोटे लोग खाणगे अते ओनू मत्था टेकणगे। ओ सबो जो खाक विच उतरदे हन ओदे अगे झुकणगे अते कोई अपनी जान जिउंदी नहीं रख सकदा। एक वस भी ओदी सेवा करेगा। ओ प्रभु दी पीढ़ी करके गिणिया जावेगा। ओ उगणगे अते ओदा धर्म जन्म लैण वाली प्रजा नूं दसणगे भई ओने ही ये कीता है। हालेलुया, हालेलुया, प्रेज द लॉर्ड, थैंक यू जीसस, हालेलुया। आइए से धन्यवाद करेंगे इस वचन को पढ़ने नाल। धन्यवाद 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 धन्यवाद, प्रेज द लॉर्ड, हालेलुया, प्रेज द लॉर्ड, थैंक यू जीसस। तारीफ और धन्यवाद सर्वशक्तिमान परमेश्वर, हालेलुया। ਅਸੀਂ ਹੁਣ ਜ਼ਬੂਰ 22 ਹਲੇ ਹੁਣੀ ਪੜਿਆ ਤੇ ਅਸੀਂ ਇਸੇ ਜ਼ਬੂਰ ਨੂੰ ਅਸੀਂ ਗੀਤ ਦੇ ਰੂਪ ਚ ਅਸੀਂ ਅੱਜ ਗਾਵਾਂਗੇ। प्रेज ਤੇ ਮੈਂ ਚਾਹਨਾ ਅਸੀਂ ਸਭ ਖੜੇ ਹੋਵਾਂਗੇ ਤੇ ਅਸੀਂ ਖੁਦਾ ਦੇ ਨਾਮ ਨੂੰ ਧੰਨਵਾਦ ਕਰਾਂਗੇ। ਧੰਨਵਾਦ, ਕਿਉਂਕਿ ਵਚਨ 'ਚ ਲਿਖਿਆ ਕਿ ਤੁਸੀਂ ਆਪਣੇ ਪਵਿੱਤਰ ਹੱਥਾਂ ਨੂੰ ਚੱਕ ਕੇ ਉਸ ਖੁਦਾ ਦਾ ਧੰਨਵਾਦ ਕਰੋ, ਕਿਉਂਕਿ ਬਾਈਬਲ ਦੀ ਗੱਲ ਹੈ ਇਹ। ਧੰਨਵਾਦ। ਔਰ ਬਾਈਬਲ ਦਾ ਖੁਦਾ ਜਿਹੜਾ ਹੈਗਾ ਉਹ ਸਿਰਫ ਆਗਿਆਕਾਰਤਾ ਨੂੰ ਦੇਖਦਾ ਆ, ਉਹ ਸਾਡੇ ਦਿਲ ਨੂੰ ਦੇਖਦਾ। ਆਈਏ ਅਸੀਂ ਆਪਣੇ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਔਰ 150 ਜ਼ਬੂਰ ਦੇ ਅਨੁਸਾਰ ਅਸੀਂ ਉੱਚੀ ਆਵਾਜ਼ ਨਾਲ ਅਸੀਂ ਆਰਾਧਨਾ ਕਰਾਂਗੇ ਤਾਂ ਕਿ ਲੋਕ ਜਾਣ ਲੈਣ ਕਿ ਅਸੀਂ खुदाबंद दे बच्चे हैं। हालेलुया, हालेलुया, प्रेज द लॉर्ड, थैंक यू जीसस। जीसस। इस गीत दे विच, इस भजन दे विच भजनकार कहंदा है कि खुदावंद मैं अपने भाइयों नूं, अपने लोकां नूं तेरा नाम सुनावांगा, तेरे नाम दी गवाही दवांगा। हालेलुया, प्रेज द लॉर्ड। प्रभु यीशु मसीह ने यहोवा जी दे नाम दी गवाही दी, खुदावंद परमेश्वर दे नाम दी गवाही दी। प्रभु यीशु ने क्या, जिन्हें मैंने देखा उन्हें खुदावंद नूं देखा। हालेलुया, प्रेज द लॉर्ड, हालेलुया। ते खुदावंद दा कलाम कहंदा है सानू मसीहां नूं, विश्वासियां नूं कि तुसीं दिन पर दिन परमेश्वर दे स्वरूप दे विच बदलदे जाओ ते ओदियां जीउंदियां पत्रियां बन जाओ। हालेलुया, जीउंदियां पत्रियां बन जाओ, छोड़ तक दुनिया दे ओदे गवाह ठहरो। हालेलुया, प्रेज द लॉर्ड, थैंक यू जीसस। पश्चाताप वाले मन दे नाल आवांगे खुदावंद, तो मेरे हृदय में जान परमेश्वर मेरे मन नूं अपने मुताबिक बदल दे खुदावंद। मैं पश्चाताप के नाल आना है ताकि मैं तेरी गवाही बन सका। हालेलुया, थैंक यू जीसस, प्रेज द लॉर्ड। खुदाया गवाही नहीं ठहर पाते, साडियां कमजोरियां सानू आके घेर लेंदियां, लेकिन जे असीं बने रहिए ओदे विच मसीह कहंदे जेड़ी डाणी विच बनी रहंदी है फल लेके आंदी है। हालेलुया, डर मन दे ते उसदा खौफ रख दे जो
ਕਿ ਅਸੀਂ ਨੀਤੀ ਵਚਨ ਪੜ੍ਹਦੇ ਇਸ ਗੱਲ ਨੂੰ ਉਹ 'ਚ ਲਿਖਿਆ ਕਿ ਯਹੋਵਾ ਦਾ ਭੈ ਮੰਨਣਾ ਬੁੱਧੀਮਾਨੀ ਦੀ ਗੱਲ ਆ। Praise the Lord. Hallelujah. Hallelujah. ਫੇਰ ਅਸੀਂ ਗਾਵਾਂਗੇ ਯਹੋਵਾ ਦਾ ਜੋ ਡਰ ਮੰਨਦੇ ਇਸ ਦਾ ਖੌਫ ਰੱਖਦੇ ਜੋ ਯਹੋਵਾ ਦਾ ਜੋ ਡਰ ਮੰਨਦੇ ਇਸ ਦਾ ਖੌਫ ਰੱਖਦੇ ਜੋ ਸਲਾਮ ਯਹੋਵਾ ਦਾ ਡਰ ਮੰਨੋ, ਉਹੀ ਸਾਰੀ ਵਸਤੂਆਂ ਦਾ ਮੂਲ ਹੈ। ਹਾਲੇਲੂਇਆ। ਕਿਉਂਕਿ ਉਹ ਬਜ਼ੁਰਗੀ ਸਾਰੀ ਉਹਦੀ ਹੈ, ਸਾਰਾ ਜਲਾਲ ਖੁਦਾਵੰਦ ਦਾ ਹੈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਪ੍ਰਭੂ ਦੇ ਵਚਨ ਵਿੱਚ ਲਿਖਿਆ ਹੈ ਪਰਮੇਸ਼ਰ ਠੱਠਿਆਂ 'ਚ ਨਹੀਂ ਉਡਾਇਆ ਜਾਂਦਾ, ਉਹਦੀ ਉਪਸਥਿਤੀ 'ਚ ਗੰਭੀਰਤਾ ਨਾਲ ਆਓ। ਹਾਲੇਲੂਇਆ। ਖੁਦਾਵੰਦ ਦੀ ਬਜ਼ੁਰਗੀ ਕਰ, ਖੁਦਾਵੰਦ ਦੀ ਬਜ਼ੁਰਗੀ ਕਰ, तू है याकूब की औलाद, खुदावंद दी बजुर्गी कर, तू है याकूब की औलाद, ऐ इज़राइल दी पीढ़ी को डर रखी खुदावंद दा। Praise the Lord. Thank you, Jesus. Hallelujah. धन्यवाद, धन्यवाद, धन्यवाद. Praise the Lord. Thank you, Jesus. तारीफ हो, धन्यवाद मेरे महान परमेश्वर। खुदावंद के अगे शुक्रगुजारी करिए, हमें शुक्रगुजारी में चलाने चाहिए, क्योंकि ताके ना दुख अजीब कुछ जा अजीज का तुझ जाता
खुदाया। सब गाएंगे। भाइयों मैं तेरा नाम सुनावांगा, तेरे नाम दिया सिफता मैं मजलिस विच बतावांगा। खुदाया, प्रेज द लॉर्ड। खुदाया अपने भाइयों मैं तेरा नाम सुनावांगा, मैं तेरा नाम सुनावांगा। Thank you, Jesus. Hallelujah, hallelujah, hallelujah. धन्यवाद, धन्यवाद। Praise the Lord. Thank you, Jesus. Hallelujah. हलीम खा के रचणगे ते तालिब सिफता गावण। प्रेज द लॉर्ड, हालेलुया। हलीम खा के रचणगे ते तालिब सिफता गावणगे। तुम्हारा दिल सदा पीकर खुशी दे जीवेगा। ਤੁਹਾਡਾ ਦਿਲ तुम्हारा दिल सदा पीकर खुशी दे जीवेगा। खुदाया, खुदाया भाइयों मैं तेरा नाम सुनावांगा। सब गाएंगे अपने मुंह खोल के। तेरे नाम दिया सिफता मैं मजलिस विच बतावांगा। खुदाया, भाइयों मैं तेरा नाम सुनावांगा, तेरे नाम दिया सिफता मैं मजलिस विच बतावांगा। खुदाया, खुदाया भाइयों मैं तेरा नाम सुनावांगा। मैं तेरा नाम बतावांगा। मैं तेरा नाम बतावांगा। हालेलुया, हालेलुया। तेरा नाम बतावांगा, मैं तेरा नाम बतावांगा। हालेलुया। किहड़े लोग खुदावंद दा नाम दसणगे? जिन्होंने मौत तो फतेह पाके जीवन च प्रवेश कर लिया प्रभु यीशु दे लहू दे नाल, ओ देणगे परमेश्वर दे नाम दी गवाही कि ओ सच्चा ते अच्छा परमेश्वर है। हालेलुया। प्रेज द लॉर्ड। थैंक यू जीसस। तारीफ और धन्यवाद मेरे महान परमेश्वर। खुदावंद ताड़ी उपस्थिति बेशकीमती है, सोने चांदी तो भी बढ़ के है। हालेलुया। खुदावंद वाला अपने मन में लगाइए, गीत गाइए। ना सोना मांगू ना मांगू चांदी, तेरा चेहरा मैं तकता रहूं। ना हीरा मांगू ना मांगू मोती, तेरा चेहरा मैं तकता रहूं। ना सोना मांगो। हालेलुया। ना सोना मांगू सब गाएंगे। ना मांगू चांदी, तेरा चेहरा मैं तकता रहूं। ना हीरा मांगू ना मांगू मोती, तेरा चेहरा मैं तकता रहूं। रुआ 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 रूहे पाक खुदा बंदा। रुआ रुआ रूहे पाक खुदा बंदा। ना सोना मांगू। ना सोना मांगू ना मांगू चांदी, तेरा चेहरा चेहरा मैं तक
You are, हालेलुया। you are। सब मांगेंगे पुकारिए अपने मन से खुदावन को। पाक खुदा प्रभु का बादल में 2 या 3 जन उपस्थित होते हैं। प्रभु के अंदर मेरी उपस्थिति होती है। खुदावन की हजूरियत में मेरे बहन प्रभु मंगिए खुदावन को। प्रभु मैंने अपनी रूह नाल पाते हैं। हालेलुया। Praise the Lord. Thank you Jesus. हालेलुया। हालेलुया। धन्यवाद तेरे महान परमेश्वर। Praise the Lord. Thank you Jesus. प्रभु जी अपने लोगों को दया करो खुदावन अपनी उपस्थिति नाल पा दो। हालेलुया। खुदावन के बच्चे जिन्हें क्या जो यीशु के नाम को पुकारेगा उद्धार पाएगा। ऐ बाप तू जाहिर हो, जलाल में जाहिर हो। Thank you Jesus. हालेलुया। ऐ बाप तू जाहिर हो, जलाल में जाहिर हो। मेरा चेहरा, मेरा चेहरा, मेरा चेहरा मुनव्वर हो। ना सोना मांगू, सब गाएंगे हालेलुया। तेरा चेहरा मैं तकता रहूं, ना हीरा मांगू, ना मांगू मोती। तेरा चेहरा मैं तकता रहूं। रुआ 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 रूहे पाक खुदा बंदा। रुआ रुआ रूहे पाक खुदा बंदा। चोर आता है चुराए बाड़ फाड़ का है ताकि मैं तन्नू चोखा जीवन दमा, आराम का जीवन दमा, सुकून का शांति में जीवन दमा। हालेलुया। प्रेज द लॉर्ड। मैं खोजूं तेरा हाथ, बस बोलूं तेरे साथ। हालेलुया। धन्यवाद। मैं खोजूं तेरा हाथ, बस बोलूं तेरे साथ। इस घर में इस ना मांगू मोती। तेरा चेहरा मैं तकता रहूं। रुआ रुआ ताली बजा के रूहे पाक खुदा बंदा। रुआ रुआ रूहे पाक खुदा बंदा। ना सोना मांगू, ना सोना मांगू, ना मांगू चांदी। तेरा चेहरा मैं तकता रहूं। ना हीरा मांगू, ना मांगू मोती। तेरा चेहरा मैं तकता रहूं। रुआ रुआ रूहे पाक खुदा बंदा। रुआ रुआ रूहे रबुल अफ़वाज़ तू, भरती मुलाम तू। रूप तेरा, रूप तेरा, रूप तेरा नुमाया हो। ना सोना मांगू, ना मांगू चांदी। तेरा चेहरा मैं तकता रहूं। ना हीरा मांगू, ना मांगू मोती।
सब प्रभु दुआ यीशु मसीह के नाम की जय। ਜੈ ਹੋ। ਪ੍ਰੇਜ਼ ਲਾਰਡ। ਅਸੀਂ ਆਪਣੇ ਪਵਿੱਤਰ ਹੱਥਾਂ ਨੂੰ ਚੱਕ ਕੇ ਖੁਦਾ ਧੰਨਵਾਦ ਕਰਾਂਗੇ ਤਾਂ ਕਿ ਕਿਉਂਕਿ ਵਚਨ 'ਚ ਲਿਖਿਆ ਤੁਸੀਂ ਆਪਣੇ ਪਵਿੱਤਰ ਹੱਥਾਂ ਨੂੰ ਚੱਕ ਕੇ ਉਹਦਾ ਧੰਨਵਾਦ ਕਰੋ ਔਰ ਧੰਨਵਾਦ ਕਰਨਾ ਹੀ ਖੁਦਾਵੰਦ ਪ੍ਰਭੂ ਯਿਸੂ ਮਸੀਹ ਖੁਸ਼ ਹੁੰਦੇ ਔਰ ਵਚਨ 'ਚ ਲਿਖਿਆ ਕਿ ਇੱਕੋ ਤਰੀਕਾ ਹੈ ਤੁਸੀਂ ਉਹਨੂੰ ਧੰਨਵਾਦ ਦੀ ਭੇਂਟ ਚੜਾਓ ਕਿਉਂਕਿ ਸਾਨੂੰ ਉਹਨੇ ਜੀਵਨ ਦੇ ਸਾਹ ਦਿੱਤੇ ਆ ਜਿਨ੍ਹਾਂ ਅਸੀਂ ਜੀਣੇ ਪਏ ਹਾਂ। थैंक यू ਕਿਉਂਕਿ ਜਦੋਂ ਅਸੀਂ ਅਯੂਬ 33:4 ਪੜ੍ਹਦੇ ਹਾਂ ਉਹ 'ਚ ਲਿਖਿਆ ਕਿ ਪਿਤਾ ਪਰਮੇਸ਼ਵਰ ਨੇ ਆਪਣੇ ਸਾਹਾਂ ਨਾਲ ਸਾਨੂੰ ਜੀਵਿਤ ਕੀਤਾ ਔਰ ਪਵਿੱਤਰ ਆਤਮਾ ਜੀ ਨੇ ਆਪਣੇ ਹੱਥਾਂ ਨਾਲ ਸਾਨੂੰ ਬਣਾਇਆ। हालेलुया, प्रेज द लॉर्ड। ਆਈ ਅਸੀਂ ਉਹਨਾਂ ਹੱਥਾਂ ਲਈ ਜਿਨ੍ਹਾਂ ਹੱਥਾਂ ਨੇ ਸਾਨੂੰ ਬਣਾਇਆ ਸੀ ਧੰਨਵਾਦ ਕਰੀਏ ਕਿਉਂਕਿ ਅਸੀਂ ਜੀ ਦੀ ਜਾਨ ਬਣ ਗਏ ਜਦੋਂ ਖੁਦਾਵੰਦ ਨੇ ਆਪਣੇ ਸਾਹ ਸਾਡੇ 'ਚ ਫੂਕੇ। प्रेज द लॉर्ड, ਕਿਉਂਕਿ ਸਾਡਾ हालेलुया। ਇੱਕ ਇੱਕ ਸਾਹ ਜਿਹੜਾ ਹੈਗਾ ਉਹ ਖੁਦਾਵੰਦ ਦਾ ਦੇਣਦਾਰ ਹੈ। ਇੱਕ ਇੱਕ ਸਾਹ Thank ਆਈ you, ਅਸੀਂ ਉਸ ਇੱਕ ਇੱਕ ਸਾਹ ਲਈ ਧੰਨਵਾਦ Jesus. ਕਰੀਏ। हालेलुया, थैंक यू ਆਈ जीसस। ਅਸੀਂ ਧੰਨਵਾਦ ਕਰੀਏ ਸਾਡੇ ਕੋਲੋਂ ਹਜ਼ਾਰਾਂ ਸਾਡੇ ਕੋਲ ਕਾਰਨ ਅਸੀਂ ਧੰਨਵਾਦ ਕਰੀਏ ਖੁਦਾਵੰਦ ਦਾ। धन्यवाद 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 प्रभु जी, ਤੁਹਾਡਾ ਸ਼ੁਕਰ ਹੈ, ਤੁਹਾਡਾ ਧੰਨਵਾਦ ਹੈ ਮੇਰੇ ਆਈ ਮਹਾਨ ਅਸੀਂ ਧੰਨਵਾਦ ਪਰਮੇਸ਼ਰ ਕਰੀਏ ਖੁਦਾਵੰਦ ਦਾ ਕਿਉਂਕਿ ਸਾਨੂੰ ਅੱਜ ਉਹਨੇ ਜੀਵਿਤ ਰੱਖਿਆ ਇਸ ਦੁਨੀਆ ਦੇ ਵਿੱਚ। ਯੈਸ ਲਾਰਡ, ਹਾਲੇਲੂਇਆ। ਆਈ ਆਪਣੀ ਅੱਖਾਂ ਕਿਉਂਕਿ ਵਚਨ ਲਿਖਿਆ ਜਿਹੜੇ ਕਹਿੰਦੇ ਆਂਸੂਆਂ ਨਾਲ ਬੀਜਣਗੇ ਉਹ ਲਲਕਾਰੇ ਨਾਲ ਵੱਢਣਗੇ। ਆਈ ਅੱਜ ਹਾਲੇਲੂਇਆ। ਅਸੀਂ ਆਪਣੀ ਅੱਖਾਂ ਦੇ ਵਿੱਚ ਉਹ ਹੰਝੂ ਲੈ ਕੇ ਆਈਏ ਕਿ ਤਾਂ ਕਿ ਖੁਦਾਵੰਦ ਜਿਹੜਾ ਸਾਡੇ ਹੰਝੂਆਂ ਨੂੰ ਦੇਖਦਾ ਕਿਉਂਕਿ ਵਚਨ ਲਿਖਿਆ ਸਾਡੇ ਹੰਝੂਆਂ ਨੂੰ ਆਪਣੇ ਹੱਥਾਂ ਦੇ ਵਿੱਚ ਸਾਂਭ ਕੇ ਰੱਖਦਾ ਹੈ। ਪ੍ਰੇਜ਼ ਦ ਲਾਰਡ। ਆਈ ਅਸੀਂ ਧੰਨਵਾਦ ਕਰੀਏ ਉਸ ਲਹੂ ਵਾਸਤੇ ਕਿਉਂਕਿ ਵਚਨ ਦੱਸਦਾ ਕਿ ਉਹਨੇ ਆਪਣਾ ਲਹੂ ਬਹਾਇਆ। ਆਈ ਉਸ ਲਹੂ ਲਈ ਅਸੀਂ ਧੰਨਵਾਦ ਕਰੀਏ ਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਜੋ ਕਿ ਜੀਵਤਾ ਪਰਮੇਸ਼ਵਰ ਆ ਵਚਨ 'ਚ ਲਿਖਿਆ ਉਹਨੇ ਆਪਣੇ ਆਪ ਨੂੰ ਇੰਨਾ ਕਿ ਨੀਵਾਂ ਕਰ ਲਿਆ ਕਿ ਉਹਨੇ ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦੇ ਤੁੱਛ ਜਾਣਿਆ। ਆਈਏ ਅਸੀਂ ਧੰਨਵਾਦ ਕਰੀਏ ਸਾਡੇ ਕੋਲ ਬਹੁਤ ਸਾਰੇ ਕਾਰਨਾਂ 'ਚ ਧੰਨਵਾਦ ਕਰਨ ਦੇ। ਸਾਨੂੰ ਖੁਦਾ ਨੇ ਜੀਵਨ ਦਿੱਤਾ, ਸਾਨੂੰ ਖੁਦਾ ਇਸ ਕੰਟਰੀ 'ਚ ਲੈ ਕੇ ਆਇਆ, ਸਾਨੂੰ ਖੁਦਾ ਨੇ ਹਰ ਚੀਜ਼ ਮੁਹੱਈਆ ਕਰਾਈ ਹੈ। ਸਾਨੂੰ ਖੁਦਾ ਨੇ ਬੱਚਿਆਂ ਨੂੰ ਦਿੱਤਾ, ਸਾਨੂੰ ਖੁਦਾ ਨੇ ਘਰ ਦਿੱਤਾ, ਸਾਨੂੰ ਖਾਣ ਨੂੰ ਰੋਟੀ ਦਿੱਤੀ, ਸਾਨੂੰ ਪਾਣ ਨੂੰ ਕੱਪੜੇ ਦਿੱਤੇ। ਸਾਡੇ ਕੋਲ ਬਹੁਤ ਸਾਰੇ ਕਾਰਨ ਧੰਨਵਾਦ ਕਰਨ ਦੇ ਕਿਉਂਕਿ ਸਾਡਾ ਪਰਮੇਸ਼ਵਰ ਧੂਪ ਬੱਤੀਆਂ ਨਹੀਂ ਚਾਹੁੰਦਾ, ਉਹ ਚਾਹੁੰਦਾ ਕਿ ਮੇਰੇ ਲੋਕ ਮੇਰਾ ਧੰਨਵਾਦ ਕਰਨ। ਆਈਏ ਅਸੀਂ ਧੰਨਵਾਦ ਕਰੀਏ ਉਸ ਪਿਤਾ ਪਰਮੇਸ਼ਵਰ ਲਈ ਜੋ ਕਿ ਸਵਰਗ ਦਾ ਰਾਜਾ ਹੈ। ਉਹਨੇ ਸਵਰਗ ਬਣਾਇਆ, ਉਹਨੇ ਧਰਤੀ ਬਣਾਈ, ਉਹਨੇ ਇਨਸਾਨ ਦੀ ਰਚਨਾ ਕੀਤੀ। ਆਈਏ ਅਸੀਂ ਧੰਨਵਾਦ ਕਰੀਏ ਉਸ ਖੁਦਾਵੰਦ। ਆਈਏ ਅਸੀਂ ਆਪਣੇ ਮੂੰਹ ਨੂੰ ਖੋਲ ਕੇ ਉੱਚੀ ਆਵਾਜ਼ ਅਸੀਂ ਧੰਨਵਾਦ ਕਰਾਂਗੇ। ਸਭ ਅਸੀਂ ਦੁਆ ਜਾਵਾਂਗੇ। ਹਾਲੇਲੂਇਆ। ਧੰਨਵਾਦ ਕਰਦੇ ਖੁਦਾਵੰਦ ਜੀ, ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਪ੍ਰਭੂ। ਇਸ ਛੋਟੀ ਜਿਹੀ ਮੰਡਲੀ ਲਈ ਮੈਂ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਖੁਦਾਵੰਦ ਜੀ, ਤੁਹਾਡਾ ਸ਼ੁਕਰ ਕਰਦਾ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਸਿੱਧ ਕਲੀਸਿਆ ਨੂੰ ਦੇਖਦੇ ਮੇਰੇ ਪਿਤਾ ਪਰਮੇਸ਼ਰ ਜੀ। ਖੁਦਾਵੰਦ ਜੀ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ ਕਿ ਸਾਡੀ ਕਲੀਸਿਆ ਸਿੱਧਤਾ ਵੱਲ ਜਾ ਰਹੀ ਮੇਰੇ ਪਿਤਾ ਪਰਮੇਸ਼ਰ ਜੀ। ਹਾਲੇਲੂਇਆ। ਸਾਤਰ ਰੀਵਾ ਲਾਬਾ ਰਬਾ ਰਬਾ ਸਾਤਰ ਰੀਵਾ ਲਾਬਾ। ਜਿਹਦੇ ਕੋਲ ਉਹਨਾਂ ਨੇ ਭਾਸ਼ਾ 'ਚ ਦੁਆ ਕਰੇ। ਹਾਲੇਲੂਇਆ, ਪ੍ਰੇਜ਼ ਲਾਰਡ। ਆਈਏ ਅਸੀਂ ਸਾਰੀਆਂ ਗੱਲਾਂ ਨੂੰ ਛੱਡ ਦਿੰਦੇ ਆਪਣੇ ਦਿਮਾਗ ਦੇ ਵਿੱਚ, ਸਾਰੀਆਂ ਗੱਲਾਂ ਨੂੰ ਅਸੀਂ ਪਿੱਛੇ ਰੱਖ ਕੇ ਸਿਰਫ ਇੱਕ ਗੱਲ ਦੇਖੀਏ ਕਿ ਖੁਦਾਵੰਦ ਯਿਸੂ ਮਸੀਹ ਇਸ ਜਗ੍ਹਾ ਤੇ ਹਾਜ਼ਰ ਹੈ। ਉਸ ਪਵਿੱਤਰ ਆਤਮਾ ਨੂੰ ਦੇਖੀਏ ਕਿਉਂਕਿ ਅੱਜ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੁਹਾਨੂੰ ਆਪਣਾ ਪ੍ਰੇਮ ਦੇਣਾ ਚਾਹੁੰਦੇ, ਤੁਹਾਨੂੰ ਅਸ਼ੀਸ਼ ਦੇਣਾ ਚਾਹੁੰਦੇ ਖੁਦਾਵੰਦ ਜੀ। ਆਈਏ ਸੋ ਅਸ਼ੀਸ਼ ਨੂੰ ਲਈਏ। ਆਪਣੇ ਆਪ ਨੂੰ ਅਸੀਂ ਇੱਥੇ ਖੁਦਾਵੰਦ ਦੱਸੇ ਕਿ ਖੁਦਾਵੰਦ ਮੈਂ ਤੇਰੇ ਲਈ ਆਇਆ। ਹਾਲੇਲੂਇਆ, 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 ਹਾਲੇਲੂਇਆ। ਆਈਏ ਉਹਦੀ ਪ੍ਰੈਜ਼ੈਂਸ ਨੂੰ ਆਪਣੇ ਜੀਵਨ 'ਚ ਲਈਏ ਕਿਉਂਕਿ ਖੁਦਾਵੰਦ ਦਾ ਰੂਹ ਇਸ ਜਗ੍ਹਾ ਤੇ ਹੈ। हालेलुया। मैं खोजूं तेरा हाथ, बस हो लूं तेरे साथ, मैं खोजूं तेरा हाथ, बस हो लूं तेरे साथ। इस घर में, हालेलुया। इस घर में, इस घर में मसीहा हो, ना सोना मांगू। प्रेज द लॉर्ड। ना मांगू चांदी, तेरा चेहरा, तेरा चेहरा मैं तकता रहूं। ना हीरा मांगू, ना मांगू मोती, सब गाएंगे। तेरा चेहरा मैं तकता रहूं। हालेलुया। ਅਸੀਂ ਫੇਰ ਗਾਵਾਂਗੇ। मैं खोजूं तेरा तेरा हाथ, बस हो लूं
रहूं, ना सोना मांगू, बेगावांगे ना मांगू चांदी, तेरा चेहरा मैं देखता रहूं। रुआ रुआ रूहे पाक खुदा बंदया, रुआ रुआ बेगावांगे रूहे पाक खुदा बंदया। ना खोजो तेरा हाथ, बस होलो तेरे साथ, मैं खोजूं तेरा हाथ बस होलो तेरे साथ। इस घर में, इस घर में, इस घर में मसीहा हो। ना हीरा मांगू, ना हीरा मांगू, ना मांगू चांदी, ना चांदी, तेरा चेहरा मैं देखता रहूं। ना हीरा मांगू, ना मांगू मोती, ना मांगू मोती, तेरा चेहरा मैं तकता रहूं। ऐ बाप तू हाजिर हो, ऐ बाप तू हाजिर हो, जलाल में हाजिर हो। Praise the Lord, hallelujah. ऐ बाप तू जाहिर हो, जलाल में जाहिर हो। मेरा चेहरा, मेरा चेहरा, मेरा चेहरा मुनव्वर हो। ना सोना मांगू, ना मांगू चांदी, तेरा चेहरा मैं देखता रहूं। ना हीरा मांगू, ना हीरा मांगू, हालेलुया, ना मांगू मोती, हालेलुया, प्रेज द लॉर्ड। तेरा चेहरा मैं देखता रहूं। तेरा चेहरा मैं तकता रहूं, तेरा चेहरा मैं देखता रहूं। यस लॉर्ड, तेरा चेहरा मैं तकता रहूं। तेरा चेहरा मैं देखता रहूं। रुआ 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 रूहे पाक खुदा बंदया, सब कार्यों से रोनू, रुआ रुआ रूहे पाक खुदा बंदया। रूहे पाक खुदा बंदया, खुदाया अपने भाइयों नूं ते तेरा नाम पतावांगा। खुदाया अपने भाइयों नूं ते तेरा नाम सुनावांगा। तेरे नाम दिया, तेरे नाम दिया सिफतां ते मजलिस विच बतावांगा। तेरे नाम दिया सिफतां ते मजलिस विच बतावांगा। रुआ 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 रूहे पाक खुदा बंदया, रूहे पाक खुदा बंदया, रूहे पाक खुदा बंदया, रूहे पाक खुदा बंदया। सब हालेलुया, पाक खुदा बंदया, पाक खुदा बंदया, रूहे पाक खुदा बंदया। रूहे पाक खुदा बंदया। हालेलुया। आइए सबने प्रार्थना मिलकर दुआ जावांगे। Thank you, Jesus. Hallelujah. हालेलुया, प्रेज द लॉर्ड, हालेलुया, प्रेज द लॉर्ड। Thank you, Jesus. Hallelujah.
यस लॉर्ड। हालेलुया। आमीन, हालेलुया, प्रेज द लॉर्ड। हालेलुया। ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਆਇਤ ਨਾਲ ਆਸ਼ੀਸ਼ ਦੇਣ। ਖੁਦਾਵੰਦ ਨੇ ਕਲਾਮ 'ਚ ਲਿਖਿਆ ਹੈ ਕਿ ਜਿਹੜੇ ਪਵਿੱਤਰ ਆਤਮਾ ਜੀ ਨੇ ਪ੍ਰਭੂ ਯਿਸੂ ਮੁਰਦਿਆਂ 'ਚ ਜਲਾਇਆ, ਸਾਨੂੰ ਵੀ ਖੁਦਾਵੰਦ ਦੇ ਦਿਨ ਉਹ ਜਲਾਏਗਾ। ਹਾਲੇਲੂਇਆ। प्रभु के वचन च लिखा जिहड़ा अच्छा काम पवित्र आत्मा जी ने साडे अंदर शुरू किया, मसीह यसू दे दिन तक उन्होंने पूरा करेगा। प्रेज द लॉर्ड। ओ निजात दा काम जो पवित्र आत्मा जी साडे अंदर शुरू कर दे मेरे भैन भरावो, वो पवित्र आत्मा जी तो बिना पूरा नहीं हो सकता। हालेलुया। खुदावंद दे वचन च लिखा है खुदा तेनू आग ते पानी ना दोबारा जन्म लेना पैना। उन्हें प्रतीत नहीं की और वापस चले गया। मेरे भैन भरावो वचन च लिखा जिन्होंने ने विश्वास किया उन्होंने ही परमेश्वर के धीआं पुत्र होने का अधिकार पाया। हालेलुया। जिन्होंने उसके नाम के ऊपर भरोसा किया। प्रेज द लॉर्ड। थैंक यू जीसस। आज सानू सब तो ज्यादा किसी की जरूरत है तो मेरे भैन भरावो है पाक रूह। आइए शुक्रगुजारी चलांगे और मिलके गीत गावांगे कि मैनू अपनी रूह दे नाल भर दे खुदा। आइए खड़े होवांगे। खुदावंद राजियां दा राजा ते प्रभुआं दा प्रभु है मेरे भैन भरावो। जे आज ओदी उपस्थिति तुसीं खड़े होवोगे, अपनी जुबान नू खोलोगे तो वो तुहाडे जीवन दे विच उतार देगा। हालेलुया। वो तुहाडे जीवन च आएगा, तुहानू एक पवित्र प्रजा करके बनाएगा। प्रेज द लॉर्ड। तारीफ खुदावंद दी हज़ूरी में चलांगे। साफ कर दे खुदा, मैनू अपनी रूह दे नाल भर दे खुदा। प्रेज द लॉर्ड। मैनू अपनी रूह दे नाल भर दे खुदा, मैनू यीशु दे लहू नाल साफ कर दे।
ਤਾਲੀ ਮਾਰਾਂਗੇ। भर दे खुदा, भर दे खुदा, भर दे खुदा, भर दे खुदा, भर करदा हां इकरार तेरा, चाहता हां दीदार तेरा। करदा हां इकरार तेरा, चाहता हां खुदा, ओ मैनू यीशु दे लहू नाल साफ कर दे खुदा, ओ मैनू अपनी रूह दे हालेलुया। थैंक यू जीर देवांगा मेरे पिता परमेश्वर जी। और मेरे पिता परमेश्वर ਤੁਹਾਡੀ ਦਇਆ ਖੁਦਾਵੰਦ ਜੀ ਕਿ ਤੁਸੀਂ ਸਾਨੂੰ ਫੇਰ ਮੌਕਾ ਦਿੰਦੇ ਖੁਦਾਵੰਦ ਕਿ ਅਸੀਂ ਫੇਰ ਆਪਣੇ ਜੀਵਨ ਨੂੰ ਦੇਖੀਏ ਤੇ ਅਸੀਂ ਫਲ ਲੈ ਕੇ ਆਈਏ ਮੇਰੇ ਪਿਤਾ। ਤੇ ਮੈਂ ਖੁਦਾਵੰਦ ਜਿੰਨੇ ਵੀ ਮੇਰੇ ਵੱਡੇ ਬਜ਼ੁਰਗ ਜਿੰਨੇ ਬੱਚੇ ਇਸ ਜਗ੍ਹਾ ਤੇ ਹਾਜ਼ਰ ਹੈ ਮੇਰੇ ਪਿਤਾ ਜੀ, ਮੇਰੀ ਇਹੀ ਦੁਆ ਕਿ ਮੇਰੇ ਪਿਤਾ ਪਰਮੇਸ਼ਵਰ ਮੇਰੇ ਔਰ ਇਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਹਮੇਸ਼ਾ ਫਲ ਲਿਆਉਣ ਵਾਲੀ ਗੱਲ ਹੋਵੇ ਮੇਰੇ ਪਿਤਾ ਜੀ। ਯੈਸ ਫਾਦਰ ਗॉड। ਔਰ ਮੈਂ ਖੁਦਾਵੰਦ ਇੱਕ ਇੱਕ ਦੇ ਜੀਵਨ ਲਈ ਮੈਂ ਪ੍ਰਭੂ ਦੁਆ ਕਰਦਾ ਪ੍ਰਭੂ ਜੀ, ਕਿਉਂਕਿ ਤੁਹਾਡੇ ਬਚਨ 'ਚ ਲਿਖਿਆ ਕਿ ਧਰਮੀ ਜਨ ਦੀ ਦੁਆ ਨਾਲ ਸਭ ਕੁਝ ਹੋ ਸਕਦਾ ਹੈ। ਹਾਲੇਲੂਇਆ। ਔਰ ਖੁਦਾਵੰਦ ਜੀ ਮੈਂ ਇਦਾਂ ਵਿਸ਼ਵਾਸ ਕਰਦਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਨਾ ਅਸੀਂ ਧਰਮੀ ਠਹਿਰਦੇ ਖੁਦਾਵੰਦ। ਯੈਸ ਲਾਰਡ ਵੀ ਪ੍ਰੇਜ਼ ਯੂ ਲਾਰਡ। ਔਰ ਅਸੀਂ ਉਹ ਧਰਮੀ ਮਨੁੱਖਾਂ ਪ੍ਰਭੂ ਜੋ ਹਾਲੇਲੂਇਆ। ਤੁਹਾਡਾ ਧੰਨਵਾਦ ਮੈਂ ਪਿਤਾ ਪਰਮੇਸ਼ਵਰ ਮੈਂ ਇੱਕ ਵਾਰੀ ਫੇਰ ਤੋਂ ਆਪਣੀ ਪੂਰੀ ਕਲੀਸਿਆ ਲਈ ਧੰਨਵਾਦ ਕਰਦਾ ਪ੍ਰਭੂ ਜੀ। ਔਰ ਖੁਦਾਵੰਦ ਮੈਂ ਦੁਆ ਕਰਦਾ ਪ੍ਰਭੂ ਕਿ ਅੱਜ ਜੋ ਵੀ ਵਚਨ ਇਸ ਜਗ੍ਹਾ ਤੇ ਬੋਲਿਆ ਜਾਵੇ ਉਹ ਮੇਰੇ ਵੱਲੋਂ ਨਹੀਂ ਬਲਕਿ ਪ੍ਰਭੂ ਪਵਿੱਤਰ ਆਤਮਾ ਜੀ ਵੱਲੋਂ ਹੋਵੇ ਪ੍ਰਭੂ ਜੀ। ਪ੍ਰੇਜ਼ ਦ ਲਾਰਡ। ਯੈਸ ਲਾਰਡ। ਕਿਉਂਕਿ ਪ੍ਰਭੂ ਤੁਸੀਂ ਸਾਡੇ ਮਿਡੋਕਰ ਹੋ ਮੇਰੇ ਪਿਤਾ ਪਰਮੇਸ਼ਵਰ ਜੀ। ਉਸ ਪਿਤਾ ਦੇ ਔਰ ਸਾਡੇ ਵਿਚਕਾਰ ਪ੍ਰਭੂ ਯਿਸੂ ਮਸੀਹ ਤੁਸੀਂ ਇੱਕ ਆ ਪ੍ਰਭੂ ਜੋ ਸੰਪੂਰਨ ਆ ਮੇਰੇ ਪਿਤਾ ਪਰਮੇਸ਼ਵਰ ਜੀ। ਯੈਸ ਫਾਦਰ। ਐਂਡ ਵੀ ਨੀਡ ਯੂ ਜੀਸਸ। ਯੈਸ ਲਾਰਡ। ਤੁਹਾਡਾ ਧੰਨਵਾਦ ਕਰਦੇ ਹੋਏ ਮੈਂ ਇਸ ਛੋਟੀ ਦੁਆ ਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਪਾਕ ਨਾਮ ਚ ਮੰਗਦਾ। ਹਾਲੇਲੂਇਆ। ਹਾਲੇਲੂਇਆ। ਇੱਕ ਵਾਰੀ ਫੇਰ ਹਾਲੇਲੂਇਆ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਥੈਂਕ ਯੂ ਜੀਸਸ। ਆइए ਅਸੀਂ ਆਪਣੀ ਬਾਈਬਲ ਖੋਲਾਂਗੇ ਤੇ ਅੱਜ ਦੇ ਪਾਕ ਵਚਨ ਵੱਲ ਜਾਵਾਂਗੇ, ਕਿਉਂਕਿ ਬਿਨਾਂ ਵਚਨ ਤੋਂ ਸਾਡੀ ਆਰਾਧਨਾ ਹਮੇਸ਼ਾ ਅਧੂਰੀ ਹੈ, ਕਿਉਂਕਿ ਖੁਦਾਵੰਦ ਦਾ ਵਚਨ ਹੀ ਹੈ ਜਿਸ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ। ਤੇ ਮੈਂ ਧੰਨਵਾਦ ਕਰਦਾ ਫਿਰ ਇੱਕ ਵਾਰੀ ਬਾਤ ਕਿ ਤੁਸੀਂ ਸਭ ਲੋਕ ਇੱਥੇ ਆਏ ਆਪਣਾ ਸਮਾਂ ਕੱਢ ਕੇ ਆਏ ਆ ਔਰ ਖੁਦਾਵੰਦ ਤੁਹਾਡੇ ਸਮੇਂ ਦੀ ਵੈਲਿਊ ਕਰਦਾ ਹੈ। ਪ੍ਰੇਜ਼ ਦ ਲਾਰਡ। ਮੈਥਿਊ ਚੈਪਟਰ 10 वर्स 32 एंड वर्स 33। हाँ जी बेटा, बाकी सारे माइक बंद कर दो, बाकी सारे माइक डाउन कर दो बेटा। मत्ती दी इंजील 10 अध्याय ओदी 32 ते 33 आयत। थैंक यू बेटा। हाँ जी पढ़िए जी। उपरंत जो कोई मनुखा दे अगे मेरा इकरार करेगा, मैं भी अपने पिता दे अगे जिहड़ा सुरग विच है ओदा इकरार करांगा। पर जे कोई मनुखा दे अगे मेरा इनकार करेगा ते मैं भी अपने पिता दे अगे जिहड़ा सुरग दे विच है ओदा इनकार करांगा। हाँ जी ਅਸੀਂ हिंदी ਚ पढ़ांगे एक बार फिर। जो कोई मनुष्य के सामने मुझे मान लेगा उसे मैं भी अपने स्वर्गीय पिता के सामने मान लूंगा। और जो कोई मनुष्य के आगे मेरा इनकार करेगा, जो कोई
सॉरी एक मिनट। जो कोई मनुष्य के सामने मुझे मान लेगा उसे मैं भी अपने स्वर्गीय पिता के सामने मान लूंगा, पर जो कोई मनुष्यों के सामने मेरा इनकार करेगा उससे मैं भी अपने स्वर्गीय पिता के सामने इनकार करूंगा। ਪ੍ਰੇਜ਼ ਲਾਰਡ ਹਾਲੇਲੂਇਆ। ਅਸੀਂ ਧੰਨਵਾਦ ਕਰਦੇ ਹਾਂ ਇਸ ਵਚਨ ਨੂੰ ਪੜ੍ਹੇ ਜਾਣ ਦਾ। प्रेज द लॉर्ड हालेलुया। ਅਸੀਂ ਇਸ ਗੱਲ ਨੂੰ ਪੜ੍ਹਿਆ, ਕਹਿੰਦਾ ਕਿ ਜਿਹੜਾ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੂਗਾ ਤੇ ਪ੍ਰਭੂ ਕੀ ਕਹਿੰਦੇ, ਮੈਂ ਵੀ ਉਹਦਾ ਸਵਰਗ ਪਿਤਾ ਦੇ ਸਾਹਮਣੇ ਕੀ ਕਰੂੰਗਾ, इकरार ਇਕਰਾਰ करांगा। ਕਰੂੰਗਾ। ਤੇ ਜਿਹੜਾ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੂਗਾ ਤੇ ਪ੍ਰਭੂ ਕਹਿੰਦੇ ਮੈਂ ਵੀ ਉਹਦਾ ਕੀ ਕਰੂੰਗਾ, ਇੱਕ ਦਿਨ ਇਨਕਾਰ ਕਰੂੰਗਾ। ਇਸ ਗੱਲ ਦਾ ਮਤਲਬ ਕੀ ਹੈਗਾ, ਮੈਂ ਰਾਤੀ ਇਸ ਗੱਲ ਪੜ੍ਹਦਾ ਪਿਆ ਸੀਗਾ ਤੇ ਮੈਂ ਪ੍ਰਭੂ ਕੋਲ ਵਚਨ ਮੰਗਦਾ ਪਿਆ ਸੀਗਾ। ਪ੍ਰਭੂ ਮੈਨੂੰ ਪਿਛਲੇ ਕਾਫੀ ਹਫ਼ਤਿਆਂ ਤੋਂ ਇੱਕ ਹੋਰ ਵਚਨ ਦੇ ਰਹੇ, ਮੈਂ ਬਾਰ-ਬਾਰ ਕੱਲ ਵੀ ਮੇਰੇ ਸਾਹਮਣੇ ਉਹੀ ਵਚਨ ਆਇਆ ਸੀਗਾ, ਪਰ ਫਿਰ ਮੇਰੇ ਦਿਲ ਨੂੰ ਮੈਂ ਦੇਖਿਆ, ਮੈਂ ਕਿਹਾ ਨਹੀਂ ਹਲੇ ਸਮਾਂ ਨਹੀਂ ਹੈਗਾ, ਮੈਨੂੰ ਲੱਗਾ ਵੀ ਉਹ ਸਮਾਂ ਨਹੀਂ ਹੈ ਹਲੇ ਵਾਲੇ ਵਚਨ ਦਾ। ਤੇ ਫਿਰ ਮੈਂ ਪ੍ਰਭੂ ਅੱਗੇ ਦੁਆ ਕੀਤੀ, ਮੈਂ ਕਿਹਾ ਪ੍ਰਭੂ ਤੂੰ ਮੇਰੇ ਨਾਲ ਗੱਲ ਕਰ ਕਿ ਮੈਂ ਕੱਲ ਕੀ ਬੋਲੂੰਗਾ ਉੱਥੇ ਚਰਚ ਦੇ ਵਿੱਚ, ਵੀ ਕੀ ਸਾਨੂੰ ਚਾਹੀਦਾ ਕਲੀਸਿਆ ਨੂੰ ਅੱਜ, ਕਿਉਂਕਿ ਵਚਨ ਤਾਂ ਉਹੀ ਹੈ ਜੋ ਸਾਡੀ ਕਲੀਸਿਆ ਦੀ ਕੀ ਹੈਗੀ ਹੈ, ਲੋੜ ਦੇ ਮੁਤਾਬਕ ਹੋਵੇ, ਉਹੀ ਸਾਨੂੰ ਵਚਨ ਆ। ਇਹ ਜਦੋਂ ਗੱਲ ਮੈਂ ਪੜ੍ਹੀ, ਇਸ ਗੱਲ ਦੇ ਉੱਪਰ ਮੈਨੂੰ ਆਤਮਾ ਨੇ ਥੋੜਾ ਜਿਹਾ ਮੈਨੂੰ ਰੋਕਿਆ, ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਦੇਖ, ਪ੍ਰਭੂ ਯਿਸੂ ਮਸੀਹ ਕੀ ਕਹਿਣਾ ਚਾਹੁੰਦੇ ਤੁਹਾਨੂੰ ਅੱਜ, ਯਾਨੀ ਕਿ ਮੈਨੂੰ ਕਲੀਸਿਆ ਨੂੰ, ਤੁਹਾਨੂੰ, ਜਿਹੜਾ ਕਹਿੰਦੇ ਕਿ ਮਨੁੱਖਾਂ ਦੇ ਅੱਗੇ ਮੈਨੂੰ ਮੰਨ ਲੈਂਦਾ ਆ, ਤੇ ਜਿਹੜਾ ਕੋਈ ਮੈਨੂੰ ਮੰਨਦਾ, ਪ੍ਰਭੂ ਕਹਿੰਦੇ ਮੈਂ ਉਹਨੂੰ ਵੀ ਕੀ ਕਰੂੰਗਾ, ਪਿਤਾ ਦੇ ਅੱਗੇ ਮੰਨ ਲੂੰਗਾ। ਇਸ ਗੱਲ ਦਾ ਦੇਖੇ ਡਿਫਰੈਂਸ ਕੀ ਹੈਗਾ ਕਿ ਮਨੁੱਖਾਂ ਦੇ ਅੱਗੇ ਯਾਨੀ ਕਿ ਧਰਤੀ ਦੇ ਉੱਪਰ, ਤੇ ਪਿਤਾ ਦੇ ਅੱਗੇ ਕੀ ਲਿਖਿਆ ਉੱਥੇ, ਦੁਆਰਾ ਪੜ੍ਹੀਏ ਉਸ ਗੱਲ ਨੂੰ जी। उपरंत जो कोई मनुखा दे अगे मेरा इकरार करेगा, मैं भी अपने पिता दे अगे ਮਨੁੱਖਾਂ ਦੇ ਅੱਗੇ। ਤੇ ਮਨੁੱਖ ਕਿੱਥੇ ਰਹਿੰਦੇ ਆ, धरती ते ਧਰਤੀ ਦੇ ਉੱਪਰ। ਅਗਲੀ ਗੱਲ ਪੜਾਂਗੇ, अते ਮੈਂ ਵੀ ਆਪਣੇ ਪਿਤਾ ਦੇ ਅੱਗੇ। पर जे कोई मनुखा दे अगे मेरा इनकार करेगा, उपरंत जे कोई मनुखा दे अगे मेरा इकरार करेगा, मैं भी अपने पिता दे अगे जेड़ा सुर्ग विच है ओदा इकरार ਹਾਂਜੀ ਕਿੱਥੇ करांगा, ਆ ਪਿਤਾ ਸਾਡਾ, स्वर्ग दे विच। ਦੇਖੀਏ ਇਸ ਗੱਲ ਨੂੰ ਅਸੀਂ ਚੰਗੀ ਤਰ੍ਹਾਂ ਦੇਖਣਾ ਕਿ ਜਿਹੜਾ ਮਨੁੱਖ ਜਿਹੜੇ ਹੈਗੇ ਆ, ਮਨੁੱਖ ਕਿੱਥੇ ਰਹਿੰਦੇ ਆ, ਉਹ ਰਹਿੰਦੇ ਕਿ ਧਰਤੀ ਦੇ ਉੱਪਰ। ਲੇਕਿਨ ਪ੍ਰਭੂ ਕਹਿੰਦੇ ਕਿ ਜਿਹੜਾ ਮੇਰਾ ਪਿਤਾ ਕਿੱਥੇ ਰਹਿੰਦਾ ਆ, स्वर्ग। ਇਹਦਾ ਮਤਲਬ ਕਿ ਸਵਰਗ ਹੈਗਾ ਆ। ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਇਸ ਗੱਲ ਦੇ ਵਿੱਚ ਕਿ ਸਵਰਗ ਹੈਗਾ ਆ, ਔਰ ਪ੍ਰਭੂ ਯਿਸੂ ਮਸੀਹ ਸਵਰਗ ਤੋਂ ਉਤਰ ਕੇ ਧਰਤੀ ਉੱਪਰ ਆਏ। ਕਿਹਨਾਂ ਵਾਸਤੇ ਆਏ ਉਹ, ਸਾਡੇ ਵਾਸਤੇ। ਅਸੀਂ ਕੌਣ ਹੈਗੇ ਆ, ਅਸੀਂ ਮਨੁੱਖ ਹਾਂ। ਅਸੀਂ ਨਾ ਤਾਂ ਸਵਰਗਦੂਤ ਹੈਗੇ ਆ, ਨਾ ਅਸੀਂ ਕੋਈ ਪਰਮੇਸ਼ਵਰ। ਅਸੀਂ ਕੌਣ ਹੈਗੇ ਆ, ਅਸੀਂ ਮਨੁੱਖ ਹੈਗੇ ਆ। ਜਿੱਦਾਂ ਅਸੀਂ ਪਹਿਲੇ ਵੀ ਇਸ ਗੱਲ ਨੂੰ ਦੇਖਿਆ ਕਿ 33 ਅਯੂਬ ਜਿਸ ਪੜ੍ਹਦੇ ਹਾਂ ਅਸੀਂ। ਆਈਏ ਮੈਂ ਤੁਹਾਨੂੰ ਥੋੜਾ ਟੱਚ ਕਰਾਉਂਗਾ ਉਹਦੇ ਉੱਪਰ। ਅਸੀਂ ਜਾਵਾਂਗੇ ਅਯੂਬ ਦੀ ਪੁਸਤਕ ਜਾਵਾਂਗੇ ਅਸੀਂ ਉਹਦਾ 33 ਅਧਿਆਇ ਪੜਾਂਗੇ। ਜੌਬ 33 ਵਰਸ 4। ਵੇਅਰ ਇਜ਼ ਯੋਰ ਬਾਈਬਲ ਬੱਚੋ? ਹਾਂਜੀ ਪੜ੍ਹੀਏ ਜੀ। अयूब दी किताब ਹਾਂਜੀ 33 अध्याय ओदा 4 बाब जी। परमेश्वर दी आत्मा ने मैनू साजिया। किसने साजिया हैगा इंसान? परमेश्वर दी आत्मा ने। देखिए परमेश्वर की आत्मा ने, पवित्र आत्मा ने इंसान नु साजिया आ। अय्यूब 33 वर्स 4। सर्वशक्तिमान दे साह ने मैनू जिਉਂਦਾ ਕੀਤਾ। ਕਹਿੰਦੇ ਸਰਵਸ਼ਕਤੀਮਾਨ ਦੇ ਸਾਹ ਨੇ ਮੈਨੂੰ ਜਿਉਂਦਾ ਕੀਤਾ। ਜਦੋਂ ਅਸੀਂ ਦੇਖਦੇ ਹਾਂ ਆਦਮ ਨੂੰ ਪ੍ਰਭੂ ਨੇ ਕੀ ਕੀਤਾ ਸੀ, ਆਦਮ ਦੇ ਨੱਕ ਦੇ ਵਿੱਚ ਪ੍ਰਭੂ ਨੇ ਕੀ ਮਾਰੀ ਸੀਗੀ, ਆਪਣੇ ਸਾਹ ਫੂਕੇ, ਸ਼ਵਾਸ ਫੂਕੇ। ਇਸ ਗੱਲ ਨੂੰ ਅਸੀਂ ਇੱਥੇ ਵੀ ਦੇਖਦੇ ਹਾਂ। ਇਦਾਂ ਹੀ ਹਰੇਕ ਇਨਸਾਨ ਦੀ ਰਚਨਾ ਹੋਈ ਹੈ ਜੀ। ਇਹ ਮਤਲਬ ਕਿ ਇਨਸਾਨ ਦੀ ਰਚਨਾ ਖੁਦਾ ਨੇ ਧਰਤੀ ਦੇ ਉੱਪਰ ਕੀਤੀ ਹੈ, ਨਾ ਕਿ ਸੁਰਗ ਦੇ ਵਿੱਚ। ਪ੍ਰੇਜ਼ ਦ ਲਾਰਡ। ਠੀਕ ਹੈ ਜੀ, ਹਾਲੇਲੂਇਆ। ਅਸੀਂ ਅੱਜ ਇਸ ਗੱਲ ਨੂੰ ਦੇਖਣਾ ਹੈ ਕਿ ਸਾਡੇ ਜੀਵਨ ਦੇ ਵਿੱਚ ਜੇ ਅਸੀਂ ਖੁਦਾਵੰਦ ਨੂੰ ਅਸੀਂ ਇਕਰਾਰ ਕੀਤਾ ਹੈ, ਜਿੰਨੇ ਮਸੀਹ ਲੋਕ ਬੈਠੇ, ਮੈਂ ਉਹਨਾਂ ਦੀ ਗੱਲ ਕਰਦਾ ਪਿਆ, ਜਿਹੜੇ ਗੈਰ ਮਸੀਹ ਉਹਨਾਂ ਦੀ ਗੱਲ ਨਹੀਂ ਕਰਦਾ ਪਿਆ। ਅੱਜ ਇਹ ਵਚਨ ਮਸੀਹ ਲੋਕਾਂ ਵਾਸਤੇ ਆ, ਜੋ ਕੌਣ ਹੈਗੇ ਆ, ਜਿਨ੍ਹਾਂ ਨੇ ਬਪਤਿਸਮਾ ਲਿਆ, ਜਿਨ੍ਹਾਂ ਨੇ ਵਿਸ਼ਵਾਸ ਕੀਤਾ ਖੁਦਾਵੰਦ, ਇਹ ਉਹਨਾਂ ਵਾਸਤੇ ਅੱਜ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਇਹ ਵਾਲੀ ਗੱਲ। ਕਹਿੰਦਾ ਜਿਹੜਾ ਕਿ ਮਨੁੱਖਾਂ ਅੱਗੇ ਯਾਨੀ ਕਿ ਜਿਹੜਾ ਇਸ ਪ੍ਰਿਥਵੀ ਤੇ ਰਹਿੰਦੇ ਹੋਏ, ਇਸ ਧਰਤੀ ਉੱਪਰ ਰਹਿੰਦੇ ਹੋਏ, ਉਹਨਾਂ ਦੇ ਅੱਗੇ ਮੈਨੂੰ ਮੰਨ ਲਊਗਾ। ਮੰਨਣ ਦਾ ਭਾਵ ਕੀ ਹੈਗਾ ਆ? ਮੈਂ ਕਿਹਾ ਪ੍ਰਭੂ ਇਹਦਾ ਮਤਲਬ ਕੀ? ਮੰਨਣ ਦਾ ਮਤਲਬ ਅਸੀਂ ਤਾਂ ਮੰਨਦੇ ਹਾਂ, ਅਸੀਂ ਮੰਨਦੇ ਹਾਂ, ਅਸੀਂ ਲੋਕਾਂ ਨੂੰ ਕਹਿੰਦੇ ਕਿ ਅਸੀਂ ਕੀ ਹੈਗੇ, ਅਸੀਂ ਮਸੀਹ ਲੋਕ ਹਾਂ, ਅਸੀਂ ਕ੍ਰਿਸਚਨ ਲੋਕ ਹੈਗੇ ਹਾਂ ਜੀ। ਆਈਏ ਮੈਂ ਤੁਹਾਨੂੰ ਥੋੜਾ ਟੱਚ ਕਰਾਉਂਗਾ। ਮੈਂ ਇੱਥੇ 2 ਕੁਐਸਚਨ ਮੇਰੇ ਦਿਮਾਗ 'ਚ ਆਏ ਸੀਗੇ ਇਸ ਗੱਲ ਦੇ ਉੱਪਰ। ਕਹਿੰਦਾ ਕਿ ਇੱਕ ਤਾਂ ਕਿਹੜੇ ਮਨੁੱਖ, ਪ੍ਰਭੂ ਕਹਿੰਦੇ ਜਿਹੜਾ ਮਨੁੱਖਾਂ ਅੱਗੇ ਕਿਹੜੇ ਮਨੁੱਖ ਹੈਗੇ ਆ, ਉਹ ਕਿਹਨਾਂ ਕਿ ਮੰਨਣਾ ਮੈਂ। ਦੂਜੀ ਗੱਲ ਮੈਂ ਮੰਨਣਾ ਕੀ ਆ। ਮੈਂ ਇੱਕ ਤਾਂ ਗੱਲ ਹੁੰਦੀ, ਇੱਕ ਤਾਂ ਇੱਥੇ ਸਵਾਲ ਪੈਦਾ ਹੁੰਦਾ ਕਿ ਮੈਂ ਕਿਹੜੇ ਮਨੁੱਖਾਂ ਅੱਗੇ ਔਰ ਮੈਂ ਕੀ ਕਰਨਾ ਹੈ, ਮੈਂ ਕੀ ਮੰਨਣਾ ਐਕਚੁਅਲੀ। ਮੈਂ ਤੁਹਾਨੂੰ ਪੜਾਉਣਾ ਚਾਹੂੰਗਾ ਰੋਮੀਓ ਦੀ ਕਿਤਾਬ। ਅਸੀਂ ਆਵਾਂਗੇ ਉਹਦਾ ਚੈਪਟਰ 10, ਉਹਦੀ ਅਸੀਂ 9 ਆਇਤ ਪੜਾਂਗੇ। ਇਹ ਉਹ ਮਸੀਹ ਲੋਕ ਹੈ ਜਿਹਨੇ ਲੋਕਾਂ ਨੇ ਖੁਦਾਵੰਦ ਨੂੰ ਕਬੂਲ ਕਰ ਚੁੱਕੇ ਆ। ਰੋਮੀਓ 10 ਚੈਪਟਰ 10 ਜੀ
ਅਸੀਂ ਉਹਦੀ 10 ਦੀ 9 ਪੜਾਂਗੇ ਅਸੀਂ ਚੈਪਟਰ ਦੀ 10 9 ਅਸੀਂ ਉਹਦੀ 9 ਆਇਤ ਪੜਾਂਗੇ। ਕਿਉਂਕਿ ਹਾਂਜੀ, ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੀਸ਼ੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਵਾ ਲਿਆ ਤਾਂ ਤੂੰ ਬਚਾਇਆ ਜਾਵੇਗਾ। ਹਾਲੇਲੂਇਆ, ਪ੍ਰੇਜ਼ ਦ ਲਾਰਡ, ਹਾਲੇਲੂਇਆ। ਤੁਸੀਂ ਮੇਰੇ ਪਾਸ ਸਾਰੇ ਦੇਖੋ, ਦੇਖੀਏ ਹੁਣ ਤੁਸੀਂ ਮੈਂ ਤੁਹਾਨੂੰ ਕੁਐਸਚਨ ਕਰੂੰਗਾ, ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ ਸਾਰੇ ਲੋਕ? ਜੀ ਹਾਂਜੀ, ਅਸੀਂ ਇਸ ਗੱਲ ਤੇ ਵਿਸ਼ਵਾਸ ਕੀਤਾ ਹੈ। ਜਿਹੜੀ ਇਸ ਗੱਲ ਹੁਣੀ ਪੜ੍ਹੀ ਹੈ, ਕੀ ਲਿਖਿਆ ਕਹਿੰਦਾ, ਕਿਉਂ ਜੇ ਤੂੰ ਆਪਣੇ ਮੂੰਹ ਨਾਲ ਕੀ ਕਰੇ, ਇਕਰਾਰ ਅਸੀਂ ਆਪਣੇ ਕਰੇ। ਮੂੰਹ ਨਾਲ ਕਨਫੈਸ ਕੀਤਾ ਸੀ। ਕੀ ਕੀਤਾ ਸੀ ਕਨਫੈਸ਼ਨ? ਅਸੀਂ ਅੱਜ ਤੋਂ ਕਿੰਨੇ ਸਾਲ ਪਹਿਲੇ ਕਿ ਪ੍ਰਭੂ ਮੈਂ ਆਪਣੇ ਪਾਪਾਂ ਲਈ ਕੀ ਕਰਦਾ ਹਾਂ, ਮੈਂ ਮਾਫੀ ਮੰਗਦਾ ਕਿ ਤੂੰ ਮੇਰੇ ਲਈ ਕੀ ਕੀਤਾ, ਤੂੰ ਮੇਰੇ ਲਈ ਜਾਨ ਦਿੱਤੀ। ਅਸੀਂ ਇਸ ਗੱਲ ਮੰਨੇ, ਇਸ ਗੱਲ ਨੂੰ ਜੀ ਅਸੀਂ ਮੰਨ ਕੇ ਫਿਰ ਕੀ ਹੋਇਆ ਸਾਡੇ ਜੀਵਨ 'ਚ ਕੀ ਆ ਗਿਆ? ਦੇਖੀਏ, ਜੀ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਵਾ ਲਿਆ ਤਾਂ ਤੂੰ ਬਚਾਇਆ ਜਾਵੇਗਾ। ਹਾਲੇਲੂਇਆ। ਅਸੀਂ ਕਿਹੜੇ ਲੋਕ ਹੈਗੇ ਮੇਰੇ ਭੈਣ ਭਰਾਵੋ? ਅਸੀਂ ਲੋਕ ਉਹ ਲੋਕ ਆ ਜਿਹੜੇ ਲੋਕ ਬਚਾਏ ਗਏ ਆ। ਸਾਨੂੰ ਕੀ ਮਿਲਿਆ? ਸਾਨੂੰ ਉਧਾਰ ਮਿਲਿਆ, ਜਿਹਨੂੰ ਕਹਿੰਦੇ ਸਾਲਵੇਸ਼ਨ। Praise the ਸਾਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਸਾਨੂੰ ਕੀ ਮਿਲਿਆ? ਉਧਾਰ। ਸਾਨੂੰ ਉਧਾਰ ਮਿਲਿਆ ਹੈ, ਸਾਨੂੰ ਖੁਦਾ ਨੇ ਬਚਾ ਲਿਆ ਹੈ। ਕਿੱਦਾਂ ਬਚਾਇਆ? ਅਸੀਂ ਇਹ ਵਿਸ਼ਵਾਸ ਕੀਤਾ ਕਿ ਪਰਮੇਸ਼ਵਰ ਪਿਤਾ ਨੇ ਆਪਣੇ ਬੇਟੇ ਨੂੰ ਧਰਤੀ ਤੇ ਭੇਜਿਆ ਤੇ ਅਮਨ ਨੇ ਮੈਂ ਵਿਸ਼ਵਾਸ ਕੀਤਾ ਕਿ ਖੁਦਾਵੰਦ, ਮੈਂ ਵਿਸ਼ਵਾਸ ਕਰਦਾ ਕਿ ਤੇਰਾ ਬੇਟੇ ਨੂੰ ਕੀ ਹੋਇਆ? ਉਹ ਮੁਰਦਿਆਂ ਵਿੱਚੋਂ ਕੀ ਹੋਇਆ? ਉਹ ਜੀ ਉੱਠਿਆ, ਖਾਲੀ ਮਰਿਆ ਨਹੀਂ ਆ ਉਹ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਖਾਲੀ ਮਰਿਆ ਨਹੀਂ ਆ, ਮਰ ਕੇ ਕੀ ਹੋਇਆ? ਉਹ ਜੀਵਿਤ ਹੋਇਆ ਤੇ ਅਸੀਂ ਲੋਕ ਬਚਾਏ ਗਏ ਹਾਂ। ਲੇਕਿਨ ਜਿਹੜਾ ਅੱਜ ਸਾਡਾ ਸਵਾਲ ਪੈਦਾ ਹੁੰਦਾ ਹੈ, ਪ੍ਰਭੂ ਕਹਿੰਦੇ ਕਿ ਜਿਹੜਾ ਮਨੁੱਖਾਂ ਕੇ ਮੈਨੂੰ ਮੰਨ ਲੂਗਾ ਤੇ ਮੈਂ ਉਹਨੂੰ ਵੀ ਪਿਤਾ ਦੇ ਅੱਗੇ ਮੰਨੂਗਾ। ਇਹ ਗੱਲ ਕਿਹਨਾਂ ਵਾਸਤੇ? ਇਹ ਗੱਲ ਸਾਡੇ ਵਾਸਤੇ ਐਕਚੁਅਲੀ ਗੱਲ ਕੀਤੀ ਜਾ ਰਹੀ ਹੈ। ਕਿਹੜੇ ਮਨੁੱਖ ਕੀ ਮੰਨਣਾ ਸੀ? ਆਈਏ ਅਸੀਂ ਅੱਗੇ ਪੜਾਂਗੇ ਇਸ ਗੱਲ ਨੂੰ ਜੀ। ਇੱਥੇ ਦੋ ਚੀਜ਼ਾਂ ਮੈਂ ਪੜਾਉਣਾ ਚਾਹੁੰਦਾ। ਮੈਂ ਕਹਿੰਦਾ ਇਹਨੂੰ ਹਿੰਦੀ 'ਚ ਪੜਾਂਗੇ ਸੀ ਇੱਕ ਵਾਰੀ ਪਲੀਜ਼। ਮੈਂ ਚਾਹੁੰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਉਸ ਗੱਲ ਨੂੰ ਅਸੀਂ ਅੱਜ ਦੇਖਣਾ ਹੈ ਕਿ ਮੈਂ ਆਪਣਾ ਨੂੰ ਜੱਜ ਕਰਨਾ ਕਿ ਮੈਂ ਸੱਚੀ ਮੁੱਚੀ ਖੁਦਾ ਵਿੱਚ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ। ਮੇਰੀ ਜਿਹੜੀ ਚਾਲ ਹੈਗੀ ਆ ਉਹ ਖੁਦਾਵੰਦ ਦੇ ਅਕੋਰਡਿੰਗ ਹੈਗੀ ਹੈ ਕਿ ਨਹੀਂ ਹੈਗੀ। ਬਾइबल ਕੀ ਕਹਿੰਦੀ ਸਾਨੂੰ? ਅੱਜ हिंदी च पढ़िए सुनो। यदि तू अपने मुंह से यीशु को प्रभु जानकर अंगीकार करे और अपने मन से विश्वास करे कि परमेश्वर ने उसे मरे हुओं में से जिलाया तो तू निश्चय उद्धार पाएगा। इत्थे दो गल्लां मेरे भैन भरावो। एक गल हैगी आ तुसी की कीता, तुसी कन्फेस कीता काहदा ना भला? मेरे वाल देखो सारे, अपनी जुबान तो मुंह तो अपने मूँह दे नाल असीं कन्फेस कीता है। दूजी गल की हैगी दसो इत्थे? ਉਹ ਹੈਗਾ ਤੁਸੀਂ ਆਪਣੇ ਦਿਲ ਦੇ ਵਿੱਚ ਵਿਸ਼ਵਾਸ ਕੀਤਾ ਹੈ। ਦੋ ਗੱਲਾਂ ਇੱਥੇ ਡਿਫਰੈਂਟ ਮੈਂ ਤੁਹਾਨੂੰ ਥੋੜਾ ਦਿਖਾਉਣਾ ਚਾਹੁੰਦਾ। ਪਹਿਲੀ ਗੱਲ ਕਿ ਅਸੀਂ ਆਪਣੇ ਮੂੰਹ ਨਾਲ ਕੀ ਕੀਤਾ? ਅੰਗੀਕਾਰ ਕੀਤਾ ਹੈ। ਅਸੀਂ ਕਨਫੈਸ਼ਨ ਕੀਤਾ ਹੈ। ਉਹਦੇ ਨਾਲ ਸਾਨੂੰ ਕੀ ਮਿਲਦੀ ਹੈ? ਉਹਦੇ ਨਾਲ ਸਾਨੂੰ ਅਸੀਂ ਧਰਮੀ ਠਹਿਰਦੇ ਹਾਂ। ਹਾਲੇਲੂਇਆ। ਜਦੋਂ ਅਸੀਂ ਆਪਣੇ ਮੂੰਹ ਦੇ ਨਾਲ ਇਕਰਾਰ ਕਰਦੇ ਹਾਂ ਆਪਣੇ ਪਾਪਾਂ ਦਾ, ਲੇਕਿਨ ਜਦੋਂ ਅਸੀਂ ਮਨ 'ਚ ਵਿਸ਼ਵਾਸ ਕਰਦੇ ਹਾਂ ਉਦੋਂ ਸਾਨੂੰ ਕੀ ਮਿਲਦੀ ਭਲਾ? ਸਾਨੂੰ ਉਧਾਰ ਮਿਲਦਾ, ਉਦੋਂ ਸਾਨੂੰ ਮਿਲਦੀ ਸੈਲਵੇਸ਼ਨ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇਹ ਦੋ ਡਿਫਰੈਂਟ ਗੱਲਾਂ ਆ ਦੋਨੇ। ਹਾਲੇਲੂਇਆ। ਸੈਲਵੇਸ਼ਨ ਔਰ ਰਾਈਚਸਨੈਸ, ਅਸੀਂ ਧਰਮੀ ਠਹਿਰ ਗਏ, ਉਦੋਂ ਹੀ ਸਾਡੀ ਆਤਮਾ ਦਾ ਕੀ ਹੋ ਗਿਆ? ਉਧਾਰ ਹੋ ਗਿਆ। ਸਾਡੀ ਆਤਮਾ ਉਦੋਂ ਹੀ ਬਚ ਗਈ ਜਿੱਦਣ ਅਸੀਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕੀਤਾ ਕਿ ਮੈਂ ਵਿਸ਼ਵਾਸ ਕਰਦੀ ਹਾਂ, ਮੈਂ ਵਿਸ਼ਵਾਸ ਕਰਦਾ ਕਿ ਪ੍ਰਭੂ ਯਿਸੂ ਮਸੀਹ ਕਿਹਦੇ ਲਈ ਮਰੇ ਆ? ਉਹ ਮੇਰੇ ਲਈ ਮਰੇ ਆ। ਲੇਕਿਨ ਸੀਗੀ ਮੈਂ ਮਨ 'ਚ ਵਿਸ਼ਵਾਸ ਕਰ ਲਿਆ ਤੇ ਕੀ ਹੁਣ ਮਨ 'ਚ ਵਿਸ਼ਵਾਸ ਕਰਕੇ ਅਸੀਂ ਸਾਡੀ ਸੋਲੂਸ਼ਨ ਹੋ ਗਈ ਕਿ ਨਹੀਂ ਹੋ ਗਈ? ਮੇਰੇ ਹਿਸਾਬ ਨਾਲ ਨਹੀਂ ਹੋਈ ਹੱਲੇ ਵੀ। ਮੈਂ ਤਾਂ ਸੋਚਦਾ ਕਿ ਨਹੀਂ ਮੇਰੀ ਨਹੀਂ ਸੋਲੂਸ਼ਨ, ਕਿਉਂਕਿ ਮੈਨੂੰ ਕੁਝ ਅੱਗੇ ਇੱਕ ਹੋਰ ਸਟੈਪ ਕਰਨਾ ਪੈਣਾ ਹੈ। ਉਹ ਸਟੈਪ ਕੀ ਹੈਗਾ ਹੈ? ਜਦੋਂ ਤੁਸੀਂ ਪ੍ਰਭੂ ਨਾਲ ਚੱਲਦੇ ਹੈਗੇ ਆ, ਜਦੋਂ ਤੁਸੀਂ ਉਹਨੂੰ ਪ੍ਰੋਕਲੇਮ ਕਰਦੇ, ਤੁਸੀਂ ਉਹਦਾ ਜਿਹੜਾ ਸੈਲਵੇਸ਼ਨ ਨੂੰ ਤੁਸੀਂ ਲੋਕਾਂ ਦੇ ਵਿੱਚ ਜਦੋਂ ਚੱਲਦੇ ਆ, ਅਸੀਂ ਉਧਾਰ ਲੈ ਲਿਆ, ਉਧਾਰ ਲੈ ਕੇ ਅਸੀਂ ਕੀ ਹੋ ਗਏ? ਅਸੀਂ ਘਰ ਬਹਿ ਗਏ? ਨਹੀਂ, ਪ੍ਰਭੂ ਯਿਸੂ ਮਸੀਹ ਤੁਹਾਨੂੰ ਨਹੀਂ ਕਹਿੰਦੇ ਹੈਗੇ। ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਤੁਹਾਨੂੰ ਲੋਕਾਂ ਸਾਹਮਣੇ ਮੈਨੂੰ ਕੀ ਕਰਨਾ ਪੈਣਾ ਹੈ? ਤੁਹਾਨੂੰ ਮੰਨਣਾ ਪੈਣਾ ਹੈ। ਕਿਹੜੇ ਲੋਕਾਂ ਸਾਹਮਣੇ? ਜਦੋਂ ਪਹਿਲੇ ਮੈਂ ਤੁਹਾਨੂੰ ਦੱਸਿਆ ਵੀ ਕਿਹੜੀ ਲੋਕ ਹੈਗੇ ਆ। ਉਹ ਲੋਕ ਹੈਗੇ ਆ ਜਿਹੜੇ ਲੋਕ ਸਾਡੇ ਆਸ-ਪਾਸ ਹੈਗੇ ਆ। ਅਸੀਂ ਕਿੱਥੇ ਰਹਿੰਦੇ ਆ? ਅਸੀਂ ਕਿੱਥੇ ਰਹਿੰਦੇ ਦੱਸੀਏ? ਅਸੀਂ ਰਹਿੰਦੇ ਧਰਤੀ ਪਰ, ਲੇਕਿਨ ਕਿੱਥੇ ਰਹਿੰਦੇ ਅਸੀਂ ਰਹਿੰਦੇ ਕਿ ਇੱਕ ਸਾਡੇ ਆਸ-ਪਾਸ ਪੂਰਾ ਸਮਾਜ ਆ। ਉਹ ਸਮਾਜ ਵਿੱਚ ਸਭ ਤੋਂ ਪਹਿਲੀ ਗੱਲ ਕਿਹੜੀ ਆਉਂਦੀ ਆ? ਸਾਡਾ ਪਰਿਵਾਰ। ਹਾਲੇਲੂਇਆ। ਸਾਡਾ ਪਰਿਵਾਰ ਆਂਦਾ ਸਭ ਤੋਂ ਪਹਿਲੇ। ਕੀ ਮੇਰੇ ਪ੍ਰਭੂ ਦੇ ਵਿੱਚ ਆਉਣ ਦੇ ਨਾਲ ਮੇਰੇ ਪਰਿਵਾਰ ਤੇ ਕੀ ਅਸਰ ਹੋਇਆ? ਕਦੀ ਤੁਸੀਂ ਇਸ ਗੱਲ ਨੂੰ ਸੋਚਿਆ ਕਿ ਮੈਨੂੰ ਪ੍ਰਭੂ ਨੇ ਬਚਾਇਆ, ਮੇਰੀ ਸੈਲਵੇਸ਼ਨ ਹੋ ਗਈ, ਮੇਰੇ ਕਰਕੇ ਮੇਰੇ ਪਰਿਵਾਰ ਦੇ ਵਿੱਚ ਕਿਹੜਾ ਅਸਰ ਹੋਇਆ? ਕਿ ਮੇਰੇ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਮੇਰਾ ਪਤੀ ਜਾਂ ਮੇਰੀ ਪਤਨੀ ਜਾਂ ਮੇਰਾ ਭੈਣ ਜਾਂ ਮੇਰਾ ਭਰਾ ਕੀ ਉਹ ਮਸੀਹ 'ਚ ਆਏ ਆ ਕਿ ਨਹੀਂ ਆਏ? ਉਹ ਕਿ ਉਹਨਾਂ ਨੇ ਪ੍ਰਭੂ ਨੂੰ ਦੇਖਿਆ ਮੇਰੇ ਜੀਵਨ ਦੇ ਵਿੱਚ? ਨਹੀਂ। ਪ੍ਰਭੂ ਕਹਿੰਦੇ ਜੇ ਤੂੰ ਇਦਾਂ ਕਰੂੰਗਾ ਤੇ ਤਦ ਮੈਂ ਤੇਰਾ ਇਕਰਾਰ ਕਰੂੰਗਾ ਆਪਣੇ ਪਰਮੇਸ਼ਰ। ਜੇ ਤੂੰ ਆਪਣੇ ਆਪ ਨੂੰ ਕੀ ਕਰੂੰਗਾ?
ਇਸ ਜਗ੍ਹਾ ਦੇ ਉੱਪਰ ਜਿੱਥੇ ਅਸੀਂ ਰਹਿੰਦੇ ਪਏ ਆ, ਅਸੀਂ ਉਹਨਾਂ ਲੋਕਾਂ ਦੇ ਵਿੱਚ ਜਿੱਥੇ ਮੈਂ ਜੌਬ ਕਰਦਾ ਆ, ਉਹ ਲੋਕ ਕੌਣ ਹੈਗੇ ਮੇਰੇ? ਉਹ ਲੋਕ ਮੇਰੇ ਸਮਾਜ ਦੇ ਵਿੱਚ, ਮੈਂ ਉਹਨਾਂ 'ਚ ਉੱਠਦਾ ਬੈਠਦਾ ਆ, ਮੈਂ ਉਹਨਾਂ 'ਚ ਆਉਣਾ ਜਾਂਦਾ ਆ। ਕੀ ਮੈਂ ਉਹਨਾਂ ਦੇ ਵਿੱਚ ਮੈਂ ਪ੍ਰਭੂ ਨੂੰ ਮੰਨਦਾ ਪਿਆ? ਅਸੀਂ ਜਾਂਚ ਕਰ ਸਕਦੇ ਹਾਂ ਅੱਜ ਆਪਣੀ, ਕਿ ਮੈਂ ਮੰਨਦਾ ਪਿਆ। ਕਿੱਦਾਂ ਮੰਨਾਂਗੇ ਅਸੀਂ ਉਹਨਾਂ ਨੂੰ? ਜਦੋਂ ਅਸੀਂ ਆਪਣੇ ਮੂੰਹ ਦੇ ਨਾਲ ਅਸੀਂ ਖੁਦਾਵੰਦ ਯਿਸੂ ਮਸੀਹ ਦੀ ਗਵਾਹੀ ਦੇਵਾਂਗੇ। ਸਾਡੇ ਕੋਲ ਇੱਕੋ ਚੀਜ਼ ਹੈਗੀ ਹੈ, ਹਾਲੇਲੂਇਆ। ਉਹ ਕੀ ਹੈ ਕਿ ਸਾਡੇ ਕੋਲ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦੇਣੀ ਅਸੀਂ। ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੁਹਾਨੂੰ ਸਭ ਨੂੰ ਕਾਲਿੰਗ ਆ ਖੁਦਾਵੰਦ ਦੀ, ਪਤਾ? ਖਾਲੀ ਮੈਨੂੰ ਨਹੀਂ ਆ, ਇਹਨੂੰ ਨਹੀਂ ਖਾਲੀ ਕਾਲਿੰਗ ਹੈਗੀ, ਸਾਨੂੰ ਸਭ ਨੂੰ ਕਾਲ ਕੀਤਾ ਗਿਆ ਹੈ ਖੁਦਾਵੰਦ ਨੇ ਕਿ ਤੁਸੀਂ ਜਾਓ ਤੇ ਜਾ ਕੇ ਤੁਸੀਂ ਕੀ ਕਰੋ? ਨੇਸ਼ਨਸ ਵਿੱਚ ਜਾ ਕੇ ਤੁਸੀਂ ਪ੍ਰਚਾਰ ਕਰੋ। ਕੀ ਅਸੀਂ ਪ੍ਰਚਾਰ ਕਰਦੇ ਪਏ ਅੱਜ? ਨਹੀਂ, ਅਸੀਂ ਨਹੀਂ ਪ੍ਰਚਾਰ ਕਰਦੇ ਪਏ। ਅਸੀਂ ਪ੍ਰਭੂ ਨੂੰ, ਅਸੀਂ ਬੈਠ ਗਏ ਹਾਂ ਸੈਲਵੇਸ਼ਨ ਲੈ ਕੇ, ਲੇਕਿਨ ਅਸੀਂ ਉਹ ਸੈਲਵੇਸ਼ਨ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੋ ਰਿਹਾ। ਪ੍ਰਭੂ ਨੇ ਤੁਹਾਨੂੰ ਇਹ ਗੱਲ ਪੁੱਛਣੀ ਹੈ ਇੱਕ ਦਿਨ, ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪੈਣਾ ਹੈ। ਇਹ ਮੈਂ ਨਹੀਂ ਕਹਿਣਾ ਪਿਆ, ਇਹ ਸਾਨੂੰ ਬਾਈਬਲ ਕਹਿੰਦੀ ਹੈ। ਇਹ ਮੇਰਾ ਕੋਈ ਪਰਸਨਲ ਨਹੀਂ ਹੈਗਾ ਤੁਹਾਡੇ ਨਾਲ, ਇਹ ਸਾਡੇ ਨਾਲ, ਸਾਨੂੰ ਹਰੇਕ ਨੂੰ ਇੱਕ ਦਿਨ ਖੜੇ ਹੋਣਾ ਪੈਣਾ, ਸਾਨੂੰ ਦੱਸਣਾ ਪੈਣਾ ਕਿ ਖੁਦਾਵੰਦ ਮੈਂ ਤੇਰੇ ਲਈ ਆ ਕੀਤਾ। ਪ੍ਰਭੂ ਕਹਿੰਦਾ ਦੱਸ ਤੂੰ ਕੀ ਕੀਤਾ ਮੇਰੇ ਵਾਸਤੇ, ਮੈਂ ਤੈਨੂੰ ਬਚਾਇਆ ਸੀਗਾ, ਕਿੱਥੇ ਤੂੰ ਲੋਕਾਂ ਸਾਹਮਣੇ ਮੇਰਾ ਇਕਰਾਰ ਕੀਤਾ। ਅਸੀਂ ਕਿੱਦਾਂ ਇਕਰਾਰ ਕਰਦੇ ਹਾਂ? ਅਸੀਂ ਨਾ ਤਾਂ ਪ੍ਰਾਰਥਨਾ ਕਰਦੇ ਹਾਂ, ਨਾ ਅਸੀਂ ਲੋਕਾਂ ਦੇ ਵਿੱਚ ਅਸੀਂ ਪ੍ਰਚਾਰ ਦੀ ਕੋਈ ਗੱਲ ਨਹੀਂ ਕਰਦੇ, ਅਸੀਂ ਪ੍ਰਭੂ ਦੀ ਕੋਈ ਗੱਲ ਨਹੀਂ ਕਰਦੇ ਕਿਸੇ ਨਾਲ ਜਾ ਕੇ। ਅਸੀਂ ਕਿੱਦਾਂ ਕਹਿ ਸਕਦੇ ਕਿ ਮੈਂ ਪ੍ਰਭੂ ਵਿੱਚ ਚੱਲਦਾ ਪਿਆ? ਕੌਣ ਕਹੂਗਾ? ਤੁਹਾਡੇ ਜੀਵਨ ਨੂੰ ਕੋਈ ਦੇਖਦਾ ਪਿਆ, ਕੌਣ ਕਿੱਦਾਂ ਕਹੂਗਾ ਕਿ ਇਹ ਪ੍ਰਭੂ ਵਿੱਚ ਚੱਲਦਾ ਪਿਆ? ਕਿੱਦਾਂ? ਤੁਹਾਡੀ ਗਵਾਹੀ ਤੋਂ। ਸਾਡੀ ਗਵਾਹੀ ਤੋਂ, ਜਿਹੜੀ ਸਾਡੀ ਗਵਾਹੀ ਹੈਗੀ ਆ ਉਹ ਇਹੀ ਆ ਕਿ ਮੈਂ ਪ੍ਰੋਕਲੇਮ ਕਰਨਾ ਹੈ, ਮੈਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਸੁਸਮਾਚਾਰ ਨੂੰ ਕੀ ਕਰਨਾ, ਮੈਂ ਲੋਕਾਂ 'ਚ ਲੈ ਕੇ ਜਾਣਾ ਹੈ। ਆਪਣੇ ਪਰਿਵਾਰ, ਸਭ ਤੋਂ ਪਹਿਲਾਂ ਲੈ ਕੇ ਜਾਣਾ ਆਪਣੇ ਪਰਿਵਾਰ ਦੇ ਵਿੱਚ। ਜੇ ਤੁਹਾਡਾ ਪਤੀ ਅਗਰ ਖੁਦਾ 'ਚ ਨਹੀਂ ਹੈਗਾ, ਤੁਸੀਂ ਉਹਨੂੰ ਕਹਿਣਾ ਆ, ਤੁਸੀਂ ਉਹਨੂੰ ਕਹਿਣਾ ਕਿ ਨਹੀਂ, ਤੈਨੂੰ ਆਪਣੇ ਜੀਵਨ ਨੂੰ ਕੀ ਕਰਨਾ ਪੈਣਾ ਹੈ? ਬਦਲਣਾ ਪੈਣਾ। ਕਿਉਂ ਬਦਲਣਾ ਪੈਣਾ? ਕਿਉਂਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਸਾਡੇ ਜੀਵਨ ਨੂੰ ਬਦਲਿਆ ਹੈ। ਤੁਹਾਨੂੰ ਕਹਿਣਾ ਪੈਣਾ ਆ, ਕਿਉਂਕਿ ਵਚਨ ਲਿਖਿਆ, ਕਹਿੰਦੇ ਤੁਹਾਡੇ ਚਰਿੱਤਰ ਕਰਕੇ ਹੋ ਸਕਦਾ ਪ੍ਰਭੂ ਤੁਹਾਡੇ ਪਤੀ ਤੇ ਕੀ ਕਰ ਦੇਣ? ਦਇਆ ਕਰਨ। ਹੋ ਸਕਦਾ ਤੁਹਾਡੇ ਅੱਛੇ ਜੀਵਨ, ਤੁਹਾਡੇ ਚਿੱਤਰ ਕਰਕੇ ਤੁਹਾਡੇ ਪਤਨੀ ਪਰ ਦਇਆ ਹੋ ਜਾਵੇ, ਹੋ ਸਕਦਾ ਤੁਹਾਡੀ ਮਾਂ ਦੇ ਪਰ ਦਇਆ ਹੋ ਜਾਵੇ, ਹੋ ਸਕਦਾ ਤੁਹਾਡੇ ਬੇਟੇ ਦੇ ਪਰ ਦਇਆ ਹੋ ਜਾਵੇ, ਤੁਹਾਡੇ ਕਿਸੇ ਭੈਣ ਭਰਾ ਦੇ ਪਰ ਦਇਆ। ਲੇਕਿਨ ਕਿੱਦਾਂ ਹੋਊਗੀ ਜਦੋਂ ਅਸੀਂ ਤਾਂ ਕੁਝ ਕਰਦੇ ਨਹੀਂ ਹੈਗੇ, ਅਸੀਂ ਤਾਂ ਬਸ ਚਰਚ ਅਸੀਂ ਆਨੇ ਆ ਤੇ ਬਸ ਚਰਚ ਆ ਕੇ ਉਹ ਸੰਡੇ ਅਸੀਂ ਆਨੇ, ਬਸ ਖਤਮ ਹੋ ਗਿਆ। ਉਸ ਤੋਂ ਬਾਅਦ 'ਚ ਅਸੀਂ ਕੁਝ ਨਹੀਂ ਕਰਦੇ ਘਰ ਜਾ ਕੇ, ਨਾ ਅਸੀਂ ਕਿਸੇ ਭੈਣ ਭਰਾ ਨੂੰ ਰੀਚ ਕਰਦੇ ਹਾਂ। ਕੁਝ ਗੱਲਾਂ ਤਾਂ ਨਹੀਂ ਕਿ ਜਿਹੜੇ ਮੈਨੂੰ ਪ੍ਰਭੂ ਨੇ ਦਿੱਤੀਆਂ, ਮੈਂ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਹੁਣ ਗੱਲਾਂ ਕਰਾਂ। ਜਦੋਂ ਅਸੀਂ ਹਰੇਕ ਦੇ ਸਾਹਮਣੇ, ਜਦੋਂ ਸਾਡਾ ਪਰਿਵਾਰ, ਸਾਡੀ ਸੋਸ਼ਲ ਲਾਈਫ, ਹਾਲੇਲੂਇਆ, ਤੁਹਾਨੂੰ ਸਮਝ ਆ ਰਹੀ? ਤੁਹਾਨੂੰ ਗੱਲ, ਜਦੋਂ ਅਸੀਂ ਜਾਂਦੇ ਹਾਂ ਜੌਬ ਦੇ ਉੱਪਰ, ਅਸੀਂ ਕਿੱਦਾਂ ਪ੍ਰੋਕਲੇਮ ਕਰ ਸਕਦੇ ਹਾਂ? ਅਸੀਂ ਕਿੱਦਾਂ ਦੱਸ ਸਕਦੇ ਖੁਦਾਵੰਦ ਕਿ ਅਸੀਂ ਕਦੀ ਉਸ ਭਰਾ ਵਾਸਤੇ, ਆਪਣੇ ਬੌਸ ਵਾਸਤੇ, ਆਪਣੀ ਜੌਬ 'ਚ ਅਸੀਂ ਕਦੀ ਉਸ ਦੀ ਦੁਆ ਕੀਤੀ? ਦੱਸੋ ਅੱਜ ਤੱਕ ਕਦੀ ਕਿਸੇ ਨੇ? ਨਹੀਂ। ਅਸੀਂ ਲੋਕਾਂ ਨੂੰ ਬਾਈਬਲ ਦਿੱਤੀ ਕਿਸੇ ਨੂੰ? ਨਹੀਂ। ਅਸੀਂ ਕਿਸੇ ਨਾਲ ਗੱਲ ਕੀਤੀ ਪ੍ਰਭੂ ਦੀ? ਨਹੀਂ। ਕਿਉਂ ਨਹੀਂ ਕੀਤੀ? ਕਿਉਂਕਿ ਮੈਂ ਹਲੇ ਆਪ ਹੀ ਨਹੀਂ ਸੇਫ ਹੋਇਆ। ਸਾਨੂੰ ਲੱਗਦਾ ਹੈ ਅਸੀਂ ਸੇਵ ਹੋ ਗਏ ਹਾਂ, ਲੇਕਿਨ ਪੌਲਸ ਕਹਿੰਦਾ ਇਹ ਨਾ ਹੋਵੇ ਕਿ ਤੁਹਾਡੀ ਸੈਲਵੇਸ਼ਨ ਤੁਸੀਂ ਕੀ ਕਰ ਜਾਓ? ਲੂਜ਼ ਕਰ ਜਾਓ, ਔਰ ਐਂਡ ਜਿਹੜਾ ਤੁਹਾਡਾ ਕਿੱਥੇ ਹੋਵੇ? ਉਹ ਨਰਕ ਦੀ ਅੱਗ ਵਿੱਚ ਹੋਵੇ। ਮੈਂ ਤੁਹਾਨੂੰ ਡਰਾਉਣਾ ਚਾਹੁੰਦਾ, ਲੇਕਿਨ ਬਾਈਬਲ ਸਾਨੂੰ ਇਸ ਗੱਲ ਨੂੰ ਸਾਨੂੰ ਵਾਰਨ ਕਰਦੀ ਹੈ ਕਿ ਸਾਨੂੰ ਆਪਣੇ ਜੀਵਨ ਨੂੰ ਕੀ ਕਰਨਾ ਪੈਣਾ ਹੈ? ਸਾਨੂੰ ਆਪਣੇ ਜੀਵਨ ਨੂੰ ਬਦਲਣਾ ਪੈਣਾ। ਮੇਰੇ ਭੈਣ ਭਰਾਵੋ, ਮੈਂ ਬਦਲਦਾ ਪਿਆ, ਮੈਂ ਤੁਹਾਨੂੰ ਦੱਸਦਾ ਪਿਆ, ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਕਿਉਂਕਿ ਮੇਰਾ ਦਿਲ ਗਵਾਹੀ ਦਿੰਦਾ ਇਸ ਗੱਲ ਨੂੰ, ਕਿਉਂਕਿ ਮੈਂ ਕਰਦਾ ਪਿਆ ਆਇਆ ਹਾਂ। ਔਰ ਇਹ ਕੀ ਹੈਗਾ? ਇੱਕ ਪ੍ਰੋਸੈਸ ਆ। ਅੱਜ ਤੋਂ ਸ਼ੁਰੂ ਕਰਾਂਗੇ, ਤੁਸੀਂ ਕੱਲ ਨੂੰ ਕਿਤੇ ਨਾ ਕਿਤੇ ਜ਼ਰੂਰ ਤੁਸੀਂ ਪਹੁੰਚੋਗੇ, ਲੇਕਿਨ ਤੁਹਾਨੂੰ ਸ਼ੁਰੂਆਤ ਕਰਨੀ ਪੈਣੀ ਅੱਜ। ਮੈਂ ਵੀ ਸ਼ੁਰੂ ਕੀਤੀ ਆ। ਮੈਂ ਕੋਈ ਇਹ ਨਹੀਂ ਕਿ ਮੈਂ ਕੋਈ ਬਹੁਤ ਕਿਤੇ ਮੈਂ ਧਾਰਮਿਕ ਬਣ ਗਿਆ, ਨਹੀਂ। ਚੈਲੰਜ ਜੀਵਨ ਦੇ ਵਿੱਚ ਹਰੇਕ ਵਾਸਤੇ ਆ, ਮੇਰੇ ਵਾਸਤੇ ਵੀ ਆ, ਆਂਟੀ ਵਾਸਤੇ ਵੀ ਆ, ਭੈਣਾਂ ਵਾਸਤੇ ਵੀ, ਇੱਧਰ ਭਰਾਵਾਂ ਵਾਸਤੇ ਵੀ ਹੈਗਾ। ਚੈਲੰਜ ਸਾਡੇ ਸਾਹਮਣੇ ਬਣਿਆ ਹੋਇਆ, ਲੇਕਿਨ ਜਿੱਦਾਂ ਭਾਜੀ ਸਾਡੇ ਨਾਲ ਗੱਲ ਹੋਈ ਸੀ, ਭਾਈ ਕਹਿੰਦੇ ਵੀ ਅਸੀਂ ਭਾਜੀ ਅਸੀਂ ਕਿੱਦਾਂ ਕਰ ਸਕਦੇ, ਅਸੀਂ ਆਪਣੇ ਆਪ ਕਰ ਨਹੀਂ ਸਕਦੇ। ਮੈਂ ਕਿਹਾ ਸਿਰਫ ਸਾਨੂੰ ਪ੍ਰਭੂ ਦੀ ਲੋੜ ਆ, ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਸੀਂ ਕਰ ਸਕਦੇ ਹਾਂ। ਲੇਕਿਨ ਜੇ ਮੈਂ ਸੋਚਾਂ ਕਿ ਮੈਂ ਆਪਣੇ ਤਰੀਕੇ ਨਾਲ ਕਰ ਦਵਾਂ, ਮੈਂ ਨਹੀਂ ਕਰ ਸਕਦਾ। ਆਈ ਐਮ ਅ ਬਿਗ ਫੇਲੀਅਰ। ਪ੍ਰਭੂ ਯਿਸੂ ਮਸੀਹ ਫੇਲੀਅਰ ਨਹੀਂ। ਕਿਉਂ? ਕਿਉਂਕਿ ਪ੍ਰਭੂ ਨੇ ਕਹੀ ਨਹੀਂ ਗੱਲ, ਕਹਿੰਦਾ ਕਿ ਜਿਹੜਾ ਮੇਰੇ ਪਿੱਛੇ ਚੱਲੂਗਾ ਉਹ ਕੀ ਕਰੂਗਾ? ਉਹ ਜਿੱਤ ਪ੍ਰਾਪਤ ਕਰੂਗਾ, ਕਿਉਂਕਿ ਪ੍ਰਭੂ ਕਹਿੰਦੇ ਮੈਂ ਜਿੱਤਿਆ। ਹਾਲੇਲੂਇਆ। ਇੰਨੀ ਗੱਲ ਕਹੀ ਹੈ, ਕਹਿੰਦੇ ਮੈਂ ਕੀ ਹੋਇਆ? ਮੈਂ ਜੇਤੂ ਹੋਇਆ। ਕਹਿੰਦੇ ਮੈਂ ਜੇਤੂ ਹਾਂ ਤੇ ਤੁਸੀਂ ਵੀ ਜੇਤੂ ਹੋਵੋਗੇ। ਲੇਕਿਨ ਕਿੱਦਾਂ? ਖਾਲੀ ਚੁੱਪਚਾਪ ਬੈਠਣ ਨਾਲ, ਖਾਲੀ ਚਰਚ ਆਉਣ ਦੇ ਨਾਲ ਨਾ। ਚਰਚ ਆਣਾ ਖਾਲੀ, ਫਰੀਸੀਆਂ ਨੂੰ ਪ੍ਰਭੂ ਨੂੰ ਕਿਹਾ, ਕਹਿੰਦੇ ਇਹ ਬੁੱਲਾਂ ਤੋਂ ਮੇਰਾ ਧੰਨਵਾਦ ਕਰਦੇ ਆ, ਲੇਕਿਨ ਇਹਨਾਂ ਦੇ ਦਿਲ ਕੀ ਹੈਗੇ? ਮੇਰੇ ਤੋਂ ਦੂਰ ਹੈਗੇ। ਕਹਿੰਦੇ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹੈਗੇ। ਸਿਰਫ ਇਹ ਇੱਕ ਅਸੀਂ ਉਹ ਬਣਾ ਲਿਆ ਕਿ ਹਾਂ ਬਸ ਚਰਚ ਜਾਣਾ ਠੀਕ ਹੈ ਜੀ। ਅਸੀਂ ਕਈ ਤਾਂ ਮੇਰੇ ਭੈਣ ਭਰਾ ਟਾਈਮ ਤੇ ਵੀ ਨਹੀਂ ਆਉਂਦੇ, ਉਹ ਕਹਿੰਦੇ ਕਿ ਪ੍ਰਭੂ ਯਿਸੂ ਮਸੀਹ ਵੇਟ ਕਰ ਰਹੇ, ਕੋਈ ਗੱਲ ਵੇਟ ਕਰਨ ਦੋ। ਤੇ ਆਰਾਮ ਨਾਲ ਉਹਨਾਂ ਨੇ ਤਿਆਰ ਤੁਰ ਹੋ ਕੇ, ਮੇਰੀ ਗੱਲ ਦਾ ਤੁਸੀਂ ਕਿਸੇ ਨੇ ਗੁੱਸਾ ਨਹੀਂ ਕਰਨਾ, ਤੇ ਬਹੁਤ ਮੇਰੇ ਭੈਣ ਭਰਾ ਹੈਗੇ। ਲੇਕਿਨ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਕਰਕੇ ਨਹੀਂ ਆਉਣਾ, ਤੁਸੀਂ ਖੁਦਾ ਲਈ ਆਉਣਾ। ਤੁਸੀਂ ਸਾਡੇ ਪਾਸੇ ਮੈਨੂੰ ਕਹਿੰਦੇ ਸੀ, ਕਹਿੰਦੇ ਅਮਨ ਕਹਿੰਦੇ ਤੂੰ ਪਹਿਲੇ ਆਣਾ। ਮੈਂ ਕਿਹਾ ਕਿਉਂ ਪਾਸਟਰ ਜੀ? ਕਹਿੰਦੇ ਕਿਉਂਕਿ ਪਵਿੱਤਰ ਆਤਮਾ ਜੀ ਪਹਿਲੇ ਆ ਕੇ ਬਹਿ ਜਾਂਦੇ ਉੱਥੇ। ਮੈਂ ਕਿਹਾ ਇਦਾਂ ਕਿੱਦਾਂ ਹੋ ਸਕਦਾ ਹੈ? ਅਸੀਂ ਵੀ ਲੇਟ ਜਾਂਦੇ ਸੀ। ਮੇਰੇ ਜੀਵਨ ਸੀਗੀ ਗੱਲ ਇਹ ਵਾਲੀ। ਅਸੀਂ ਆਰਾਮ ਨਾਲ ਅਸੀਂ ਆਰਾਮ ਨਾਲ ਪਰੌਂਠੇ ਖਾ ਕੇ ਕਹਿੰਦਾ ਤੂੰ ਆਲੂ ਦੇ ਪਰੌਂਠੇ ਬਣਾ ਪਹਿਲੇ ਤਾਂ। ਸੱਚ ਹੈ।
ਢਿੱਡ ਪੂਰਾ ਭਰ ਕੇ ਚਾਹ ਚੁ ਪੀ ਕੇ ਚੰਗੀ ਤਰ੍ਹਾਂ ਐਨ ਤਸੱਲੀ ਦੇ ਨਾਲ ਫਿਰ ਗੱਡੀ ਚੱਕਣੀ, ਫਿਰ ਗਾਣੇ ਲਾ ਕੇ ਫਿਲਮੀ। ਅਸੀਂ ਜਾਣਾ ਕਿੱਥੇ ਅਸੀਂ ਫਿਰ ਚਰਚ। ਗਾਣੇ ਗੁਣੇ ਗਾਉਂਦੇ, ਕਈ ਵਾਰੀ ਸਾਡੀ ਆਪਸ ਵਿੱਚ ਸਾਡੇ ਗਾਣੇ ਦੂਜੇ ਵੀ ਚੱਲ ਪੈਂਦੇ ਸੀ, ਕਈ ਵਾਰੀ ਲੜਾਈ ਸ਼ੁਰੂ ਹੋ ਜਾਂਦੀ। ਸਾਡੀ ਲੜਾਈ ਸ਼ੁਰੂ ਹੁੰਦੀ ਛੋਟੀ ਛੋਟੀ ਗੱਲਾਂ ਵਾਸਤੇ। ਲੇਕਿਨ ਕਹਿਣ ਦਾ ਮਤਲਬ ਕੀ ਹੈਗਾ ਵੀ ਅਸੀਂ, ਮੈਂ ਸਿੱਖੀ ਨਹੀਂ ਗੱਲ ਕਿ ਨਹੀਂ ਖੁਦਾਵੰਦ ਦੇ ਘਰ 'ਚ ਅਸੀਂ ਜਾਣਾ ਹੈ, ਲੇਕਿਨ ਖਾਲੀ ਜਾਣ ਦੇ ਨਾਲ ਨਹੀਂ ਮੇਰੇ ਭੈਣ ਭਰਾਵੋ, ਸਾਨੂੰ ਕੁਝ ਸਟੈਪ ਲੈਣੇ ਪੈਣੇ ਆ। ਆਈਏ ਅਸੀਂ ਅੱਗੇ ਚੱਲਾਂਗੇ। ਅਸੀਂ ਦੇਖਿਆ ਕਿ ਜਿਹੜੀਆਂ ਦੋ ਚੀਜ਼ਾਂ ਆ, ਪਹਿਲੀ ਗੱਲ ਦੇਖੀ ਸੀ ਕਿ ਅਸੀਂ ਪੂਰੇ ਲੋਕਾਂ ਦੇ ਸਾਹਮਣੇ ਅਸੀਂ ਉਹਦਾ ਇਕਰਾਰ ਕੀਤਾ ਆ। ਹਾਲੇਲੂਇਆ। ਅਸੀਂ ਕੀਤਾ ਇਕਰਾਰ, ਹਾਂਜੀ ਜੀ। ਅਸੀਂ ਮੰਨਿਆ ਨਹੀਂ ਗੱਲ ਕਿ ਮੈਂ ਪ੍ਰਭੂ ਦੇ ਪਿੱਛੇ ਚੱਲਣਾ ਹੈ। ਚੱਲਣਾ ਆ। ਲੇਕਿਨ ਮੈਂ ਘਰ ਜਾ ਕੇ ਬਹਿ ਗਿਆ, ਨਾ ਤਾਂ ਮੈਂ ਬਾਈਬਲ ਖੋਲ੍ਹੀ, ਨਾ ਮੈਂ ਬੱਚੇ ਨੂੰ ਪੜ੍ਹਿਆ, ਨਾ ਮੈਂ ਪ੍ਰਾਰਥਨਾ ਕੀਤੀ, ਨਾ ਮੈਂ ਕੋਈ ਮੀਟਿੰਗ ਅਰੇਂਜ ਕੀਤੀ, ਨਾ ਮੈਂ ਆਪਣੇ ਪਾਸਟਰ ਨੂੰ ਜਾਂ ਭੈਣ ਭਰਾ ਨੂੰ ਮਿਲਦਾ ਕਿ ਭਾਜੀ ਮੇਰੇ ਦਿਲ 'ਚ ਆਂਦਾ ਕਿ ਅਸੀਂ ਬੈਠ ਕੇ ਕੀ ਕਰੀਏ, ਅਸੀਂ 2 ਘੰਟੇ ਅਸੀਂ ਦੁਆ ਕਰ ਲਈ। ਕਦੀ ਵੀ ਨਹੀਂ, ਇਹ ਗੱਲ ਸੁਣਨ ਨੂੰ ਕਦੀ ਨਹੀਂ ਮਿਲਦੀ। ਆਈਏ ਮੇਰੇ ਭੈਣ, ਆਈਏ ਦੀਦੀ, ਅਸੀਂ ਆਈਏ, ਅਸੀਂ 1 ਘੰਟਾ ਲਈ ਅਸੀਂ ਕੀ ਕਰੀਏ, ਅਸੀਂ ਪ੍ਰਾਰਥਨਾ ਇਕੱਠੇ ਹੋਈਏ। ਖਾਲੀ ਕਾਹਦੇ ਲਈ ਭਲਾ? ਰੋਟੀਆਂ ਖਾਣ ਲਈ ਨਹੀਂ, ਸਿਰਫ ਪ੍ਰਾਰਥਨਾ ਕਰਨ ਵਾਸਤੇ 1 ਘੰਟਾ ਪ੍ਰੇਅਰ ਜੇ ਕਰੀਏ ਸਾਰੇ ਮਿਲ ਕੇ। ਤੁਹਾਨੂੰ ਪਤਾ ਜਦੋਂ ਪਵਿੱਤਰ ਆਤਮਾ ਜੀ ਉਤਰੇ ਸੀ ਦੁਨੀਆ ਦੇ ਉੱਪਰ, ਜਦੋਂ ਅੰਨੇ ਭਾਸ਼ਾ ਲੋਕਾਂ ਨੂੰ ਮਿਲੀ ਸੀ, ਕੀ ਹੋਇਆ ਸੀ ਦੱਸੋ ਉੱਥੇ, ਜੇ ਕਿਸ ਨੂੰ ਯਾਦ ਆ ਤਾਂ? ਉੱਥੇ ਸਭ ਤੋਂ ਪਹਿਲਾਂ ਕੀ ਆਇਆ ਸੀ? ਸਭ ਤੋਂ ਪਹਿਲਾਂ ਉੱਥੇ ਇੱਕ ਬਹੁਤ ਵੱਡਾ ਭੂਚਾਲ ਆਇਆ ਸੀਗਾ। ਉੱਥੇ ਉਹ ਧਰਤੀ ਹਿੱਲੀ ਸੀ ਸਾਰੀ। ਉੱਥੇ ਉਹ ਕਿਹਦੇ ਨਾਲ ਧਰਤੀ ਹਿੱਲੀ ਸੀ? ਉਹ ਜਿਹੜੇ ਕੁਝ ਲੋਕ ਸੀਗੇ ਉੱਥੇ, ਉਹ ਲੋਕ ਕੀ ਕਹਿੰਦੇ ਸੀ, ਉਹ ਦੁਆ ਕਰਨੀ ਸ਼ੁਰੂ ਕੀਤੀ ਉਹਨਾਂ ਨੇ, ਤੇ ਉੱਥੇ ਭੂਕੰਪ ਆ ਗਿਆ। ਲੋਕੀ ਕਹਿੰਦੇ ਆਹ ਕੀ ਹੋ ਗਿਆ? ਲੋਕੀ ਡਰ ਗਏ ਸੀਗੇ ਉੱਥੇ। ਫਿਰ ਕਹਿੰਦੇ ਅੱਗ ਦੀਆਂ ਲਪਟਾਂ ਥੱਲੇ ਉਤਰੀਆਂ। ਇਹ ਅੱਜ ਵੀ ਹੋ ਸਕਦਾ ਆ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਅੱਜ। ਲੇਕਿਨ ਖੁਦਾ ਉਹਨਾਂ ਲੋਕਾਂ ਨੂੰ ਲੱਭਦਾ ਆ। ਪ੍ਰਭੂ ਕਹਿੰਦੇ ਮੇਰੀਆਂ ਅੱਖਾਂ ਲੱਗੀਆਂ ਹੋਈਆਂ ਕਿ ਕਿਹੜਾ ਮੈਨੂੰ ਲੱਭਦਾ ਪਿਆ ਆ। ਉਹਦੀਆਂ ਅੱਖਾਂ ਇਦਾਂ 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 ਤੇ ਜਾਂਦੀਆਂ ਵੀ ਕਿਹੜਾ ਧਰਮੀ ਮਨੁੱਖ ਜਿਹੜਾ ਹੈਗਾ ਆ ਮੈਨੂੰ ਭਾਲਦਾ। ਨੂਹ ਕੌਣ ਸੀਗਾ? ਨੂਹ ਇੱਕੋ ਧਰਮੀ ਸੀਗਾ। ਨੂਹ ਦੀ ਵਜ੍ਹਾ ਨਾਲ ਅੱਜ ਅਸੀਂ ਜਿੰਦੇ ਆ। ਤੁਹਾਨੂੰ ਪਤਾ ਇਸ ਗੱਲ ਦਾ? ਜੇ ਨੂਹ ਨਾ ਧਰਮੀ ਹੁੰਦਾ ਇਹ ਦੁਨੀਆ ਬਚਣੀ ਨਹੀਂ ਸੀ, ਫਿਰ ਦੁਨੀਆ ਖਤਮ ਹੋਈ। ਲੇਕਿਨ ਪ੍ਰਭੂ ਨੇ ਨੂਹ ਦੇ ਦੁਆਰਾ ਧਰਤੀ ਨੂੰ ਫੇਰ ਦੁਆਰਾ ਬਣਾਇਆ, ਫੇਰ ਲੋਕਾਂ ਨੂੰ ਮੌਕਾ ਦਿੱਤਾ ਕਿ ਖੁਦਾ ਨੇ। ਉਸ ਤੋਂ ਪਹਿਲੇ ਹੜ੍ਹ ਆ ਚੁੱਕਾ ਸੀ, ਲੇਕਿਨ ਹੁਣ ਕੀ ਹੋਣਾ ਆ? ਆ ਜਿਹੜਾ ਸਮਾਂ ਆ ਰਿਹਾ ਮੇਰੇ ਭੈਣ ਭਰਾਵੋ, ਇਹ ਬਹੁਤ ਖਰਾਬ ਸਮਾਂ ਆ ਰਿਹਾ। ਲੇਕਿਨ ਪ੍ਰਭੂ ਆਪਣੇ ਲੋਕਾਂ ਨੂੰ ਹਮੇਸ਼ਾ ਚੇਤਾਵਨੀ ਦਿੰਦਾ ਆ, ਕਿਉਂਕਿ ਸਾਨੂੰ ਉਹ ਪ੍ਰੇਮ ਕਰਦਾ ਆ, ਔਰ ਬਚਾਉਂਦਾ ਹੈ, ਸਾਨੂੰ ਬਚਾਉਣਾ ਚਾਹੁੰਦਾ ਆ ਉਹ ਆਪਣੇ ਲੋਕਾਂ ਨੂੰ। ਕਿਉਂਕਿ ਪ੍ਰਭੂ ਕਹਿੰਦਾ ਜਦੋਂ ਮੈਂ ਆਉਂਗਾ ਤੇ ਮੈਂ ਆਪਣੀ ਕਲੀਸਿਆ ਨੂੰ ਕੀ ਕਰੂੰਗਾ? ਆਪਣੇ ਨਾਲ ਲੈ ਕੇ ਜਾਊਂਗਾ। ਕਿਹੜੀ ਕਲੀਸਿਆ ਨੂੰ? ਜਿਹੜੀ ਕਲੀਸਿਆ ਲੋਕਾਂ ਸਾਹਮਣੇ ਪ੍ਰਭੂ ਦਾ ਇਕਰਾਰ ਕਰਦੀ ਹੈ। ਹਾਲੇਲੂਇਆ। ਆਈਏ ਅਸੀਂ ਆਪਣੇ ਮੂੰਹ ਨੂੰ ਖੋਲ ਕੇ ਲੋਕਾਂ ਸਾਹਮਣੇ ਇਕਰਾਰ ਕਰੀਏ ਕਿ ਮੈਂ ਪ੍ਰਭੂ ਦੀ ਬੇਟੀ ਹਾਂ, ਮੈਂ ਪ੍ਰਭੂ ਦਾ ਕੀ ਹੈਗਾ? ਬੇਟਾ ਹਾਂ। ਅਸੀਂ ਸ਼ਰਮਾ ਜਾਂਦੇ ਆ, ਸਾਡੇ ਕੋਲ ਸ਼ਬਦ ਨਹੀਂ ਹੁੰਦੇ। ਅਸੀਂ ਲੋਕਾਂ ਸਾਹਮਣੇ ਕਈ ਤੋਂ ਇੱਦਾਂ ਮੇਰੇ ਭਰਾ ਹੈਗੇ, ਮੇਰੇ ਮਸੀਹ ਭੈਣ ਭਰਾ, ਉਹ ਤਾਂ ਪ੍ਰਭੂ ਦਾ ਨਾਮ ਨਹੀਂ ਲੈਂਦੇ। ਘਰ 'ਚ ਉਹ ਕੋਈ ਫੰਕਸ਼ਨ ਕਰਦੇ ਆ, ਬਰਥਡੇ ਜਾਂ ਕੋਈ ਸੈਲੀਬ੍ਰੇਸ਼ਨ ਕਰਦੇ ਆ, ਉਹ ਪ੍ਰਭੂ ਦਾ ਨਾਮ ਤੱਕ ਨਹੀਂ ਲੈਂਦੇ ਉਹ। ਲੇਕਿਨ ਉਹਨਾਂ ਨੇ ਮੀਟਿੰਗ ਕਦ ਲਈ ਬਣਾਈ ਹੁੰਦੀ ਉਹਨਾਂ ਨੇ ਕਿ ਅਸੀਂ ਧੰਨਵਾਦ ਕਰਾਂਗੇ ਖੁਦਾ ਦਾ। ਲੇਕਿਨ ਖੁਦਾ ਉੱਥੇ ਕਿਤੇ ਇਹ ਤੁਹਾਡਾ ਫੈਸਲਾ ਆ, ਤੁਹਾਡੇ ਜੀਵਨ ਦਾ। ਖਾਲੀ ਇਹ ਨਹੀਂ ਹੈਗਾ ਵੀ ਅਸੀਂ ਖਾਲੀ ਉਹਦੇ ਉੱਪਰ ਵਿਸ਼ਵਾਸ ਕਰ ਲਿਆ। ਅਸੀਂ ਹੁਣ ਇਸ ਗੱਲ ਨੂੰ ਪੜ੍ਹਿਆ ਕਿ ਹਾਂਜੀ ਅਸੀਂ ਲੋਕਾਂ ਨੇ ਕੀ ਕੀਤਾ? ਵਿਸ਼ਵਾਸ ਕੀਤਾ। ਵਿਸ਼ਵਾਸ ਕਰਕੇ ਅਸੀਂ ਅੱਗੇ ਨਹੀਂ ਵੱਧ ਸਕਦੇ, ਸਾਨੂੰ ਕੁਝ ਐਕਸ਼ਨ ਲੈਣੇ ਪੈਣੇ ਆ। ਆਈਏ ਅਸੀਂ ਅੱਗੇ ਪੜਾਂਗੇ। ਮੈਂ ਤੁਹਾਨੂੰ ਪੜਾਉਣਾ ਚਾਹੂੰਗਾ ਰੋਮੀਓ ਦਾ ਖਤ, ਇਹਦੇ ਵਿੱਚ ਲਵਾਂਗੇ ਅਸੀਂ ਇਹਦੀ 13 ਆਇਤ ਪੜਾਂਗੇ ਅਸੀਂ ਇਹਦੀ ਜੀ। ਕਿਉਂਕਿ ਅਸੀਂ ਜੇ ਇਹਦਾ ਨਹੀਂ ਕਰਦੇ ਆ ਤੇ ਅਸੀਂ ਪ੍ਰਭੂ ਨੂੰ ਪਬਲਿਕਲੀ, ਅਸੀਂ ਪ੍ਰਭੂ ਨੂੰ ਡਿਨਾਈ ਕਰਦੇ ਪਏ। ਅਸੀਂ ਉਹਦਾ ਇਨਕਾਰ ਕਰਦੇ ਪਏ ਆ ਜਦੋਂ ਅਸੀਂ ਆਪਣੇ ਜੀਵਨ ਨੂੰ। ਹਾਂਜੀ ਪੜ੍ਹੀਏ ਜੀ। ਕਿਉਂ ਜੋ ਹਾਂਜੀ ਹਰੇਕ ਰੋਮੀਓ ਦਾ ਖਤ 10 ਅਧਿਆਇ ਉਹਦੀ 13 ਬਾਬ। ਕਿਉਂ ਜੋ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹਦੇ ਉੱਤੇ ਨੇਚਾ ਨਹੀਂ ਕੀਤੀ, ਜਿਹਨੇ ਉਹਦੇ ਉੱਤੇ ਨੇਚਾ ਨਹੀਂ ਕੀਤੀ, ਉਹ ਉਸ ਦਾ ਨਾਮ ਕਿਉਂ ਕਰ ਲੈਣ? ਕਹਿੰਦਾ ਜਿਨ੍ਹਾਂ ਨੇ ਉੱਤੇ ਨਿਸ਼ਚੈ ਨਹੀਂ ਕੀਤੀ ਉਹ ਉਹਦਾ ਨਾਮ ਕਿਉਂ ਲੈਣ? ਉਹਨਾਂ ਕੋਲ ਕੋਈ ਹੱਕ ਨਹੀਂ ਹੈਗਾ ਇਦਾਂ ਦਾ। ਹਾਲੇਲੂਇਆ। ਅਤੇ ਉਹਨਾਂ ਦੇ ਕੋਲ ਕੋਈ ਹੱਕ ਨਹੀਂ ਹੈਗਾ ਜਿਹੜੇ ਲੋਕਾਂ ਨੇ ਨਿਸ਼ਚਾ ਨਹੀਂ ਕੀਤੀ ਹੋਈ। ਅਸੀਂ ਕਈ ਵਾਰੀ ਨਿਸ਼ਚਾ ਕਰਕੇ ਵੀ ਅਸੀਂ ਅਵਿਸ਼ਵਾਸੀ ਠਹਿਰ ਜਾਂਦੇ ਖੁਦਾ ਦੇ ਸਾਹਮਣੇ। ਅਸੀਂ ਉਹ ਕੰਮ ਹੀ ਨਹੀਂ ਕਰਦੇ ਪਏ ਜੋ ਸਾਨੂੰ ਖੁਦਾ ਦੇ ਵਚਨ ਹਿਸਾਬ ਨਾਲ ਸਾਨੂੰ ਕਰਨਾ ਚਾਹੀਦਾ ਹੈ। ਅੱਗੇ ਜੀ। ਅਤੇ ਜਿਹਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨੇਚਾ ਕਿਉਂ ਕਰਨ? ਬਸ ਕਹਿੰਦਾ ਕਿ ਜਿਨ੍ਹਾਂ ਲੋਕਾਂ ਨੇ ਖੁਦਾ ਦਾ ਵਚਨ ਸੁਣਿਆ, ਉਹਨਾਂ ਨੇ ਵਿਸ਼ਵਾਸ ਕੀਤਾ, ਲੇਕਿਨ ਜੇ ਅਗਰ ਉਹ ਫੇਰ ਅਵਿਸ਼ਵਾਸ ਦਿਖਾਉਂਦੇ ਤੇ ਉਹਨਾਂ ਦੇ ਕੋਲ ਕੋਈ ਵੀ ਹੱਕ ਨਹੀਂ ਹੈਗਾ। ਅਸੀਂ ਪਿਛਲੇ ਹਫ਼ਤੇ ਅਸੀਂ ਵਚਨ ਪੜ੍ਹਿਆ ਸੀਗਾ, ਕਹਿੰਦੇ ਜਿਹੜੀ ਡਾਲੀ ਖੁਦਾਵੰਦ ਕਹਿੰਦਾ ਜਿਹੜੇ ਫਲ ਨਹੀਂ ਦਿੰਦੀ ਉਹ ਕੀ ਕਰੂਗਾ? ਇੱਕ ਦਿਨ ਉਹਨੂੰ ਅੱਗ 'ਚ ਝੋਂਕ ਉਹਨੂੰ ਅੱਗ ਵਿੱਚ ਸੁੱਟ ਦੂਗਾ ਉਹ। ਅੱਜ ਵੀ ਸਾਡਾ ਖੁਦਾ ਉਹੀ ਗੱਲ ਕਰਦਾ ਪਿਆ ਕਿ ਸਾਨੂੰ ਖੁਦਾ ਦਾ ਇਕਰਾਰ ਕਰਨਾ ਆ। ਸਭ ਤੋਂ ਪਹਿਲੀ ਗੱਲ ਸਾਨੂੰ ਕੁਝ ਇੱਦਾਂ ਦੇ ਸਟੈਪ ਲੈਣੇ ਮਸੀਹ ਦੇ ਵਿੱਚ ਕਿ ਅਸੀਂ ਮਸੀਹ 'ਚ ਵਧਣਾ ਆ, ਨਾ ਕਿ ਅਸੀਂ ਸ਼ੈਤਾਨੀ ਗੱਲਾਂ 'ਚ ਵਧਣਾ ਆ। ਮੈਂ ਤੁਹਾਨੂੰ ਟੱਚ ਕਰਾਉਂਗਾ। ਮੈਂ ਜਾਊਂਗਾ ਮਤੀ ਰਚੀ ਸੁਸਮਾਚਾਰ, ਅਸੀਂ ਪੜਾਂਗੇ ਉਹਦਾ 24 ਤੋਂ 27 3 ਆਇਤਾਂ ਪੜਾਂਗੇ ਇਹ ਵਾਲੀਆਂ। ਮਤੀ ਦੀ ਅੰਜੀਲ ਕਿੰਨਾ ਦੇ ਆ ਜੀ? 24
24 ਸੌਰੀ ਅਧਿਆਏ 10 ਅਧਿਆਏ ਉਹਦੀ 24 ਤੋਂ 27 ਆਇਤ। ਜੀ ਮਤੀ ਦੀ ਅੰਜੀਲ 10 ਅਧਿਆਏ 24 ਤੋਂ 27। ਉਹਦੀ 24 ਤੋਂ 27 ਬਾਬ। ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਨਾ ਚਾਰਕ ਆਪਣੇ ਮਾਲਕ ਨਾਲੋਂ। ਕਿਹੜਾ ਪੜ੍ਹਨਾ ਤੁਸੀਂ? ਮਤੀ ਦੀ ਅੰਜੀਲ 10 ਅਧਿਆਏ 24 ਬਾਬ ਕੀ 24 ਅਧਿਆਏ ਜੀ। ਹਾਂ ਠੀਕ ਹੈ ਹਾਂਜੀ ਸੋਸੇ ਪੜ੍ਹੀ। ਇੰਨਾ ਬਹੁਤ ਹੈ ਜੋ ਚੇਲਾ ਆਪਣੇ ਗੁਰੂ ਜਿਹਾ ਅਤੇ ਚਾਕਰ ਆਪਣੇ ਮਾਲਕ ਜਿਹਾ ਹੋਵੇ, ਹਾਂ ਜਾਂ ਉਹਨਾਂ ਘਰ ਦੇ ਮਾਲਕ ਨੂੰ ਬਿਆਲਜ਼ਬੂਲ ਆਖਿਆ ਤਾਂ ਕਿੰਨਾ ਵਧੇਕ ਉਹਦੇ ਘਰ ਦੀਆਂ ਇਹ ਨੂੰ। ਤੁਸੀਂ 26 ਬੋਲੋ 26 ਹੈ ਸੌਰੀ। ਸੋ ਤੁਸੀਂ ਉਹਨਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ ਜਿਹੜੀ ਪ੍ਰਗਟ ਨਾ ਕੀਤੀ ਜਾਵੇਗੀ, ਨਾ ਕੁਝ ਗੁਪਤ ਹੈ ਜੋ ਸਾਜਿਆ ਨਾ ਜਾਵੇਗਾ, ਹਾਂ ਜਾਣਿਆ ਨਾ ਜਾਵੇਗਾ। ਹਾਂ ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਦੱਸਾਂ ਤੁਸੀਂ ਉਹਨੂੰ ਚਾਨਣ ਵਿੱਚ ਆਖੋ, ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹਦਾ ਪ੍ਰਚਾਰ ਕਰੋ। ਕਿ ਤੁਸੀਂ ਕੀ ਕਰੋ? ਤੁਸੀਂ ਉਹਦਾ ਪ੍ਰਚਾਰ ਕਰੋ। ਕਿੱਥੇ ਭਲਾ? ਕੋਠਿਆਂ ਤੇ। ਕੋਠਿਆਂ ਤੇ ਚੜ੍ਹ ਕੇ ਤੁਸੀਂ ਕੋਠਿਆਂ ਹੋਏ ਕਿ ਤੁਸੀਂ ਅਸੀਂ ਜਾ ਕੇ ਛੱਤ ਤੇ ਅਸੀਂ ਜਾ ਕੇ ਚੜ੍ਹ ਜਾਣਾ? ਨਹੀਂ, ਪ੍ਰਭੂ ਕਹਿੰਦੇ ਤੁਹਾਨੂੰ ਗੋਸਪਲ ਨੂੰ ਤੁਹਾਨੂੰ ਕੀ ਕਰਨਾ ਪੈਣਾ? ਤੁਹਾਨੂੰ ਪ੍ਰੀਚ ਕਰਨਾ ਪੈਣਾ ਹੈ ਹਰੇਕ ਨੂੰ। ਕਿੱਦਾਂ? ਤੁਸੀਂ ਸ਼ੁਰੂ ਕਰ ਸਕਦੇ ਆਪਣੇ ਪਰਿਵਾਰ ਤੋਂ। ਜੇ ਤੁਹਾਡਾ ਹਸਬੰਡ ਨਹੀਂ ਸਹੀ ਚੱਲਦਾ ਪਿਆ ਖੁਦਾ 'ਚ, ਤੁਸੀਂ ਉਹਨੂੰ ਲਾਣਾ ਦੇਣਾ, ਤੁਸੀਂ ਉਹਨੂੰ ਤੁਸੀਂ ਤਾਨਾ ਮਾਰਨਾ ਉਹਨੂੰ ਕਿ ਨਹੀਂ, ਤੈਨੂੰ ਆਪਣੇ ਜੀਵਨ ਨੂੰ ਕੀ ਕਰਨਾ ਪੈਣਾ ਹੈ? ਤੈਨੂੰ ਬਦਲਣਾ ਪੈਣਾ ਹੈ, ਕਿਉਂਕਿ ਪ੍ਰਭੂ ਤੈਨੂੰ ਪਿਆਰ ਕਰਦਾ ਹੈ। ਹਾਲੇਲੂਇਆ। ਤੁਹਾਨੂੰ ਲਾਣਾ ਦੇਣਾ ਪੈਣਾ ਹੈ, ਤੁਹਾਨੂੰ ਕਹਿਣਾ ਪੈਣਾ ਹੈ ਕਿ ਨਹੀਂ। ਜੇ ਉਹ ਸ਼ਰਾਬ ਪੀਂਦਾ ਹੈ ਤੁਹਾਨੂੰ ਕਹਿਣਾ ਪੈਣਾ ਕਿ ਨਹੀਂ, ਯੂ ਹੈਵ ਟੂ ਸਟਾਪ ਦਿਸ। ਕਿਉਂ? ਕਿਉਂਕਿ ਖੁਦਾਵੰਦ ਤੁਹਾਨੂੰ ਕੀ ਕਰਦਾ ਹੈ? ਤੁਹਾਨੂੰ ਪਿਆਰ ਕਰਦਾ ਹੈ। ਜੇ ਉਹਦੀ ਜੀਵਨ ਨਹੀਂ ਸਹੀ ਹੈਗਾ ਤੁਹਾਨੂੰ ਉਹਨੂੰ ਕਹਿਣਾ ਪੈਣਾ। ਜੇ ਤੁਹਾਡੀ ਵਾਈਫ ਨਹੀਂ ਸਹੀ ਤੁਹਾਨੂੰ ਕਹਿਣਾ ਪੈਣਾ ਕਿ ਜੇ ਉਹਦੇ ਰਿਸ਼ਤੇ ਖਰਾਬ ਆ, ਸਾਨੂੰ ਬਚਨ ਦੇ ਸਾਹਮਣੇ ਸਾਨੂੰ ਕਹਿਣਾ ਪੈਣਾ ਕਿ ਨਹੀਂ, ਤੈਨੂੰ ਆਪਣੇ ਮਾਂ ਦੇ ਨਾਲ ਜਾਂ ਆਪਣੀ ਸੱਸ ਨਾਲ ਤੈਨੂੰ ਕੀ ਕਰਨਾ ਪੈਣਾ? ਆਪਣੇ ਉਹਨੂੰ ਰਿਸ਼ਤੇ ਨੂੰ ਤੈਨੂੰ ਠੀਕ ਕਰਨਾ ਪੈਣਾ, ਕਿਉਂਕਿ ਵਚਨ ਕਹਿੰਦਾ ਹੈ। ਵਚਨ ਹੀ ਹੈ ਜਿਹੜਾ ਸਾਨੂੰ ਬਚਾ ਸਕਦਾ। ਇੱਥੇ ਇੱਕ ਬਹੁਤ ਅੱਛੀ ਗੱਲ ਲਿਖੀ ਹੈ, ਕਹਿੰਦਾ ਤੁਸੀਂ ਉਹਨਾਂ ਤੋਂ ਡਰੋ ਜਿਹੜਾ ਕੀ ਕਰ ਸਕਦੇ ਆ? ਦੇਹ ਨੂੰ ਮਾਰ ਸੁੱਟਦੇ ਕਹਿੰਦਾ ਹਨ। ਜਿਹੜੇ ਦੇਹ ਨੂੰ ਖਰਾਬ ਕਰਦੇ ਆ। ਅਸੀਂ ਡਰਦੇ ਆ, ਸਾਡੇ ਮਨ 'ਚ ਇੱਕ ਸ਼ੈਤਾਨ ਡਰ ਪਾਉਂਦਾ ਕਿ ਮੈਂ ਜੇ ਪ੍ਰਭੂ ਦੀ ਗੱਲ ਨਾ ਕਰੂੰਗੀ ਜਾਂ ਮੈਂ ਕਰੂੰਗਾ ਤੇ ਇਹ ਕਿਤੇ ਮੈਨੂੰ ਜੌਬ ਤੋਂ ਨਾ ਕੱਢ ਦੇਣ, ਜਾਂ ਇਹ ਮੇਰੇ ਨਾਲ ਗੁੱਸੇ ਨਾ ਹੋ ਜਾਵੇ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਨਾ ਕਰਕੇ ਅਸੀਂ ਖੁਦਾ ਦੀ ਜਿਹੜੀ ਗਵਾਹੀ ਹੈਗੀ ਅਸੀਂ ਉਹਨੂੰ ਸ਼ੇਅਰ ਨਹੀਂ ਕਰਦੇ ਅਸੀਂ ਕਿਸੇ ਨਾਲ। ਅਸੀਂ ਲੋਕਾਂ ਤੋਂ ਡਰਦੇ ਹਾਂ ਕਿ ਹਾਏ ਜੇ ਮੈਂ ਇੱਧਰ ਚਲੀ ਗਈ ਜਾਂ ਇੱਧਰ ਚਲਾ ਗਿਆ, ਜਾਂ ਮੈਂ ਇਹ ਲੋਕ ਕੀ ਕਹਿਣਗੇ ਕਿ ਹਰ ਵੇਲੇ ਪ੍ਰਭੂ ਦਾ ਨਾਮ ਹੀ ਕਰਦੇ ਰਹਿੰਦੇ, ਹਰ ਵੇਲੇ ਪ੍ਰਭੂ ਦਾ ਕੰਮ ਕਰਦੇ ਰਹਿੰਦੇ, ਹਰ ਵੇਲੇ ਇਹਨਾਂ ਦੇ ਮੂੰਹ ਦੇ ਉੱਪਰ ਇੱਕੋ ਗੱਲ ਆ, ਪ੍ਰਭੂ ਯਿਸੂ ਮਸੀਹ ਬਾਈਬਲ, ਪ੍ਰਭੂ ਯਿਸੂ ਮਸੀਹ ਬਾਈਬਲ, ਪ੍ਰਾਰਥਨਾ, ਆਹੀ ਗੱਲ ਆ। ਇਹ ਕੌਣ ਕਹਿੰਦਾ ਪਿਆ? ਦੇਖੀਏ ਇੱਥੇ ਉਹ ਕਹਿੰਦਾ ਤੂੰ ਜਾ ਕੇ ਕੋਠੇ ਪਰ ਜਾ ਕੇ ਤੂੰ ਕੀ ਕਰ? ਪ੍ਰਚਾਰ ਕਰ। ਤੂੰ ਕਹਿੰਦੇ ਪ੍ਰਚਾਰ ਕਰ। ਦੁਆਰਾ ਪੜ੍ਹੀ ਇਸ ਗੱਲ ਨੂੰ। ਜੋ ਮੈਂ ਕੁਝ ਤੈਨੂੰ ਕਹਿੰਦਾ ਕਿੱਥੇ ਕਹੂੰਗਾ ਤੈਨੂੰ? ਜੋ ਮੈਂ ਕੁਝ ਤੁਹਾਨੂੰ ਹਨੇਰੇ ਵਿੱਚ ਦੱਸਾਂ ਤੁਸੀਂ ਉਹਨੂੰ ਚਾਨਣ ਵਿੱਚ ਆਖੋ। ਤੁਸੀਂ ਕਹਿੰਦਾ ਉਹਨੂੰ ਚਾਨਣ ਚ ਆਖੋ। ਤੁਸੀਂ ਲੋਕਾਂ ਨੂੰ ਦੱਸੋ ਕਿ ਮੈਂ ਪ੍ਰਭੂ ਦੇ ਨਾਲ ਚੱਲਦੀ ਪਈ ਹਾਂ, ਮੈਂ ਪ੍ਰਭੂ ਨਾਲ ਮੈਂ ਚੱਲਦਾ ਪਿਆ ਹਾਂ। ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹਦਾ ਪ੍ਰਚਾਰ ਕਰੋ। ਤੁਸੀਂ ਕਿੱਥੇ ਸੁਣਦੇ ਪਏ? ਤੁਸੀਂ ਅੱਜ ਅਸੀਂ ਕਿੱਥੇ ਸੁਣਦੇ ਪਏ? ਅਸੀਂ ਆਪਣੇ ਕੰਨਾਂ ਨਾਲ ਸੁਣਦੇ ਪਏ ਹਾਂ। ਇਹਦਾ ਅਸੀਂ ਪ੍ਰਚਾਰ ਕਰਨਾ ਹੈ। ਇਹ ਖਾਲੀ ਜੌਬ ਮੇਰੀ ਨਹੀਂ ਹੈ, ਇਹ ਜੌਬ ਸਾਡੀ ਸਾਰਿਆਂ ਦੀ ਜੌਬ ਹੈਗੀ ਕਿ ਅਸੀਂ ਖੁਦਾ ਦਾ ਪ੍ਰਚਾਰ ਕਰੀਏ। ਕਿੱਦਾਂ ਅਸੀਂ ਪ੍ਰਚਾਰ ਕਰ ਸਕਦੇ ਹਾਂ? ਇਹਦੇ ਬਹੁਤ ਤਰੀਕੇ ਹੈਗੇ ਆ। ਵਚਨ ਦੱਸਦਾ, ਕਹਿੰਦਾ ਤੁਸੀਂ ਕੀ ਕਰੋ? ਤੁਸੀਂ ਸਭਾ ਬੁਲਾਓ। ਸਭਾ ਮਤਲਬ ਤੁਸੀਂ ਇੱਕ ਮੀਟਿੰਗ ਅਰੇਂਜ ਕਰੋ ਆਪਣੇ ਘਰ ਦੇ ਵਿੱਚ। ਤੁਸੀਂ ਜਿਹੜੇ ਨਾਨ ਕ੍ਰਿਸਚਨ ਲੋਕ ਹੈਗੇ ਤੁਸੀਂ ਉਹਨਾਂ ਨੂੰ ਕੀ ਕਰੋ? ਉਹਨਾਂ ਨੂੰ ਬੁਲਾਓ ਕਿ ਆਈਏ ਸਾਡੇ ਘਰ 'ਚ ਕੀ ਹੈਗੀ ਅੱਜ? ਸਾਡੇ ਘਰ ਵਿੱਚ ਸਤਸੰਗ ਹੈਗਾ ਸਾਡੇ ਘਰ ਦੇ ਵਿੱਚ, ਕਿਉਂਕਿ ਅਸੀਂ ਇੱਥੇ 7 ਦਾ ਸੰਗ ਕਰਦੇ ਪਏ ਅੱਜ। ਹਾਲੇਲੂਇਆ। ਇਹ ਸਤਸੰਗ ਕਰਦੇ ਪਏ ਅਸੀਂ। ਇਹ ਸਤਸੰਗ ਉਹ ਨਹੀਂ ਕਿ ਜਿਹੜੇ ਚੋਲੇ ਪਾ ਕੇ ਤੇ ਭਗਵੇਂ ਚੋਲੇ ਪਾ ਕੇ ਟਿੱਕੇ ਲਾ ਕੇ ਬਹਿ ਜਾਂਦੇ, ਉਹ ਸਤਸੰਗ ਨਹੀਂ ਆ। ਸਤਸੰਗ ਇਹ ਆ ਜਦੋਂ ਅਸੀਂ ਸੱਚਾਈ ਦਾ ਸੰਗ ਕਰਦੇ ਹਾਂ। ਪ੍ਰਭੂ ਨੇ ਕੀ ਕਿਹਾ? ਸੱਚ ਕੌਣ ਹੈਗਾ ਆ? ਪ੍ਰਭੂ ਕਹਿੰਦੇ ਸੱਚ ਮੈਂ ਆ। ਅਸੀਂ ਅੱਜ 7 ਦਾ ਸੰਗ ਕਰਦੇ ਪਏ ਆ। ਅਸੀਂ ਪੜਾਂਗੇ ਪਹਿਲਾ ਕੁਰਿੰਥੀਆਂ ਉਹਦੀ 1 ਦੇ 9 ਜਾਵਾਂਗੇ ਅਸੀਂ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਪਹਿਲਾ ਕੁਰਿੰਥੀਆਂ 1 ਅਧਿਆਇ ਉਹਦੀ 9 ਆਇਤ ਪੜਾਂਗੇ ਅਸੀਂ। ਪਰਮੇਸ਼ਰ ਵਫਾਦਾਰ ਹੈ, ਹਾਂਜੀ, ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਹੋ। ਪ੍ਰੇਜ਼ ਲਾਰਡ। ਅਸੀਂ ਕੱਲ ਹੀ ਸੱਦੇ ਗਏ ਸੀ ਅੱਜ ਇੱਥੇ ਪਰਮੇਸ਼ਰ ਦੀ ਸੰਗਤੀ ਲਈ। ਕਿਹਨੇ ਸਾਨੂੰ ਬੁਲਾਇਆ? ਸਾਨੂੰ ਬੁਲਾਇਆ ਉਸ ਪਿਤਾ ਪਰਮੇਸ਼ਵਰ ਨੇ। ਕਿਹਦੇ ਲਈ ਬੁਲਾਇਆ? ਸਾਨੂੰ ਉਹਨੇ ਬੁਲਾਇਆ ਪ੍ਰਭੂ ਯਿਸੂ ਮਸੀਹ ਵਾਸਤੇ। ਕਾਹਦੇ ਲਈ? ਉਹਦੀ ਸੰਗਤ ਕਰਨੀ ਅਸੀਂ। ਵੀ ਆਰ ਕਾਲਡ। ਸਾਡੇ ਜੀਵਨ 'ਚ ਕਾਲਿੰਗ ਹੈ ਇਹ। ਜੇ ਕਹਿੰਦੇ ਨਾ ਕਾਲਿੰਗ, ਮੇਰੇ ਜੀਵਨ ਦੀ ਆਹ ਕਾਲਿੰਗ ਹੈ, ਮੇਰੇ ਜੀਵਨ ਦੀ ਆਹ ਕਾਲਿੰਗ ਹੈ, ਮੇਰੇ ਜੀਵਨ ਦੀ ਆਹ ਕਾਲਿੰਗ ਹੈ। ਨਹੀਂ, ਸਾਡੇ ਜੀਵਨ ਦੀ ਇੱਕੋ ਹੀ ਕਾਲਿੰਗ ਆ ਕਿ ਅਸੀਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੂੰ ਕੀ ਕਰਨਾ ਸੀ? ਉਹਦੀ ਸੰਗਤੀ ਕਰਨੀ ਹੈ। ਇਹੀ 7 ਦਾ ਸੰਗਤ ਆ। ਇਹੀ ਆ ਸੰਗਤ ਜੋ ਅਸੀਂ ਸੱਚਾਈ ਦੀ ਸੰਗਤ ਕਰਦੇ ਪਏ ਅੱਜ। ਤੁਸੀਂ ਛੋਟਾ ਜਿਹਾ ਕੰਮ ਕਰ ਸਕਦੇ। ਤੁਸੀਂ ਇੱਕ ਛੋਟੇ ਜਿਹੇ ਘਰ 'ਚ ਆਪਣੀ ਮੀਟਿੰਗ ਰਖਾਓ। ਜਿਹੜਾ ਇੱਕ ਭੈਣ ਭਰਾ ਤੁਸੀਂ ਚਾਹੁੰਦੇ ਕਿ ਇਹ ਭੈਣ ਭਰਾ ਬਚਾਇਆ ਜਾਵੇ,
ਤੁਸੀਂ ਖੁਦਾਵੰਦ ਦੇ ਵਿੱਚ ਤੁਸੀਂ ਮਦਦ ਕਰ ਸਕਦੇ, ਕਿਉਂਕਿ ਅਸੀਂ ਖੁਦਾਵੰਦ ਦੇ ਵਿੱਚ ਕੀ ਹੈਗੇ ਉਹਦੇ, ਅਸੀਂ ਸਹਿਕਰਮੀ ਆ। ਤੁਹਾਨੂੰ ਪਤਾ ਇਸ ਗੱਲ ਦਾ? ਹਾਲੇਲੂਇਆ। ਬਾਈਬਲ ਦੱਸਦੀ, ਕਹਿੰਦੇ ਤੁਸੀਂ ਸਾਡੇ ਮੇਰੇ ਤੁਸੀਂ ਕੀ ਹੈਗੇ ਆ, ਤੁਸੀਂ ਮੇਰੇ ਸਹਿਕਰਮੀ ਆ। ਜੇ ਪੌਲੁਸ ਕਹਿ ਦਿੰਦਾ ਕਿ ਪ੍ਰਭੂ ਮੈਂ ਤੇਰਾ ਕੰਮ ਨਹੀਂ ਕਰਨਾ, ਤੇ ਅੱਜ ਲੋਕਾਂ ਨੇ ਬਚਣਾ ਸੀ? ਦੱਸੋ। ਜੇ ਪੌਲੁਸ ਕਹਿ ਦਿੰਦਾ ਕਿ ਨਹੀਂ, ਤੇ ਅੱਜ ਅਨਜਾਤੀ ਨੇ ਬਚਣਾ ਨਹੀਂ ਸੀਗਾ। ਜਿਹੜੇ ਅਸੀਂ ਲੋਕ ਹੈਗੇ ਅਸੀਂ ਨਹੀਂ ਬਚਣਾ ਸੀ। ਜੇ ਮੂਸਾ ਕਹਿੰਦਾ ਕਿ ਨਹੀਂ ਮੈਂ ਪ੍ਰਭੂ ਮੈਂ ਤੇਰੇ ਕੰਮ ਨਹੀਂ ਕਰ ਸਕਦਾ, ਤੇ ਜਿਹੜੇ ਲੋਕ ਬਚਾਏ ਗਏ ਇਜ਼ਰਾਈਲੀ ਕੀ ਉਹਨਾਂ ਨੇ ਬਚਣਾ ਸੀਗਾ? ਨਹੀਂ। ਜੇ ਪ੍ਰਭੂ ਯਿਸੂ ਮਸੀਹ ਕਹਿ ਦਿੰਦੇ ਕਿ ਨਹੀਂ, ਜਦੋਂ ਸ਼ੈਤਾਨ ਨੇ ਪ੍ਰਭੂ ਦੀ ਜਦੋਂ ਪ੍ਰੀਖਿਆ ਲਈ ਸੀ, ਜੇ ਉਹ ਪ੍ਰਭੂ ਤੇ ਕਹਿੰਦੇ ਕਿ ਚਲ ਠੀਕ ਹੈ ਮੈਨੂੰ ਦੇ ਸਭ ਕੁਝ, ਅੱਜ ਅਸੀਂ ਬਚਣਾ ਨਹੀਂ ਸੀਗਾ, ਅੱਜ ਅਸੀਂ ਪਾਪ 'ਚ ਹੋਣਾ ਸੀਗਾ। ਲੇਕਿਨ ਪ੍ਰਭੂ ਨੇ ਕੀ ਕਿਹਾ? ਕਹਿੰਦੇ ਮੈਂ ਉਹ ਕੰਮ ਕੀਤੇ ਆ, ਤੁਸੀਂ ਮੇਰੇ ਤੋਂ ਕੀ ਕਰੋਗੇ? ਵੱਡੇ ਵੱਡੇ ਕੰਮ ਕਰੋਗੇ। ਲੇਕਿਨ ਕਦੋਂ ਮੇਰੇ ਭੈਣ ਭਰਾਵੋ? ਜਦੋਂ ਅਸੀਂ ਜਦੋਂ ਖੜੇ ਹੋਵਾਂਗੇ ਮਸੀਹ ਦੇ ਵਿੱਚ। ਵੀ ਹੈਵ ਟੂ ਵੇਕ ਅਪ। ਸਾਨੂੰ ਖੜੇ ਹੋਣ ਦੀ ਲੋੜ ਆ। ਜੇ ਇਹ ਨਹੀਂ ਕਿ ਅਸੀਂ ਬਸ ਠੀਕ ਆ ਸੰਡੇ ਦੇ ਪ੍ਰਚਾਰ ਸੁਣਿਆ, ਭਾਜੀ ਬਹੁਤ ਮਜ਼ਾ ਆਇਆ, ਬੜੀ ਮੇਰੀ ਆਤਮਾ ਨੂੰ ਮੇਰੀ ਤਸੱਲੀ ਮਿਲੀ, ਬੜੀ ਰੂਹ। ਉਹ ਤਸੱਲੀ ਕਿੱਥੇ ਹੈ? ਉਹ ਤਸੱਲੀ ਤੁਹਾਡੇ, ਅਸੀਂ ਹੁਣੇ ਸੁਣਿਆ, ਕਹਿੰਦੇ ਜਿਹੜੀ ਗੱਲ ਤੁਸੀਂ ਹਨੇਰੇ 'ਚ ਸੁਣੋਗੇ ਤੁਸੀਂ ਉਹਨੂੰ ਕੀ ਕਰੋ? ਚਾਨਣ ਵਿੱਚ ਜਾ ਕੇ ਦੱਸੋ। ਜੇ ਅੱਜ ਤੇ ਅਸੀਂ ਪ੍ਰਚਾਰ ਸੁਣਿਆ, ਤੇ ਸਾਡਾ ਫਰਜ਼ ਬਣਦਾ ਇੱਕ ਮਸੀਹ ਹੋਣ ਦੇ ਨਾਤੇ ਕਿ ਅਸੀਂ ਆਪਣੇ ਮੈਲਬਨ ਸ਼ਹਿਰ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਅਸੀਂ ਇਹਦਾ ਪ੍ਰਚਾਰ ਕਰੀਏ। ਤੁਸੀਂ ਲੋਕਾਂ ਨੂੰ ਫੋਨ ਕਰੋ ਕਿ ਨਹੀਂ ਭੈਣ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਆ, ਲੋਕਾਂ ਨੂੰ ਦੱਸੋ। ਤੁਸੀਂ ਉਹ ਕਹੋਗੇ ਪਾਗਲ ਹੈ, ਕੋਈ ਗੱਲ ਨਹੀਂ, ਕਿਉਂਕਿ ਨੂੰਹ ਵੀ ਪਾਗਲ ਸੀਗਾ। ਨੂੰਹ ਵੀ ਜਾਂਦਾ ਸੀ ਲੋਕਾਂ ਨੂੰ ਕਹਿੰਦਾ ਬਾਰਿਸ਼ ਪੈਣ ਵਾਲੀ ਆ, ਛੱਡ ਦੋ ਪਾਪ, ਆ ਜਾਓ ਆ ਜਾਓ ਆ ਜਾਓ ਆ ਜਾਓ। ਉਹਨੂੰ ਕੀ ਕਿਹਾ ਗਿਆ ਸੀ ਪਤਾ? ਕਹਿੰਦੇ ਲੋਕ ਉਹਦੇ ਉੱਪਰ ਕੀ ਕਰਦੇ ਸੀਗੇ? ਉਹ ਕਹਿੰਦੇ ਹੱਸਦੇ ਸੀਗੇ। ਪੌਲੁਸ ਨੇ ਜਦੋਂ ਪ੍ਰਚਾਰ ਕੀਤਾ, ਜਦੋਂ ਪਤਰਸ ਨੇ ਪ੍ਰਚਾਰ ਕੀਤਾ, ਕਹਿੰਦੇ ਤੇਰੀ ਗੱਲ ਬਾਅਦ ਚ ਸੁਣਾਂਗੇ, ਚੱਲ ਸਾਈਡ ਤੇ ਹੋ। ਇਦਾਂ ਲੋਕਾਂ ਨੇ ਕੀਤਾ ਉਹਦੇ ਨਾਲ। ਉਹ ਕਹਿੰਦੇ ਗੱਲ ਫੇਰ ਸੁਣਾਂਗੇ ਕਦੀ ਜਾ ਕੇ ਯਿਸੂ ਮਸੀਹ ਕੌਣ ਆ, ਕਹਿੰਦੇ ਬਾਅਦ ਦੀ ਗੱਲਾਂ ਆ। ਲੇਕਿਨ ਅੱਜ ਵੀ ਉਹੀ ਪਤਰਸ ਆ, ਅੱਜ ਮੈਂ ਵੀ ਪਤਰਸ ਹੈਗਾ, ਅੱਜ ਤੁਸੀਂ ਵੀ ਪਤਰਸ ਹੈਗੇ ਆ। ਅਸੀਂ ਉਸ ਪਤਰਸ ਨੂੰ ਇੱਥੇ ਲੈ ਕੇ ਆਣਾ ਆਪਣੇ ਜੀਵਨ ਦੇ ਵਿੱਚ ਕਿ ਅਸੀਂ ਨਹੀਂ ਖੁਦਾਵੰਦ, ਉਹਨਾਂ ਲੋਕਾਂ ਨੇ ਸਾਡੇ ਲਈ ਜਾਨ ਦੇ ਦਿੱਤੀ। ਬਾਈਬਲ ਸਾਡੇ ਤੱਕ ਪਹੁੰਚੀ ਆ, ਕੋਈ ਇਦਾਂ ਨਹੀਂ ਪਹੁੰਚ ਗਈ ਸਾਡੇ ਤੱਕ ਬਾਈਬਲ। ਇਹਦੀ ਕਦਰ ਕਰਨੀ ਅਸੀਂ ਤਾਂ ਕਿ ਖੁਦਾਵੰਦ ਦੀ ਜਿਹੜੀ ਮਹਿਮਾ ਹੈ ਕਿ ਸਾਡੇ ਜੀਵਨ ਦੇ ਵਿੱਚ ਹੋਵੇ ਉਹ। ਹਾਲੇਲੂਇਆ। ਅਸੀਂ ਜਦੋਂ ਅੱਗੇ ਇਸ ਗੱਲ ਨੂੰ ਪੜ੍ਹਦੇ ਹਾਂ, ਹਾਂਜੀ ਪੜ੍ਹੀਏ 27 ਆਇਤ ਪੜ੍ਹੀਏ 27 और 29। 27 ਹਾਂਜੀ ਪੜ੍ਹੀਏ। ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਦੱਸਾਂ ਤੁਸੀਂ ਉਹਨੂੰ ਚਾਨਣ ਵਿੱਚ ਆਖੋ, ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹਦਾ ਪ੍ਰਚਾਰ ਕਰੋ। ਪ੍ਰੇਜ਼ ਦ ਲਾਰਡ। ਹਾਂਜੀ ਔਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਮਾਰ ਸੁੱਟਦੇ ਹਨ, ਹਾਂਜੀ, ਪਰ ਰੂਹ ਨੂੰ ਨਹੀਂ ਮਾਰ ਸਕਦੇ। ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ। ਕਹਿੰਦਾ ਤੁਸੀਂ ਖੁਦਾਵੰਦ ਕੋਲੋਂ ਡਰੋ ਜਿਹੜਾ ਪਰਮੇਸ਼ਵਰ ਹੈਗਾ, ਜਿਹੜਾ ਤੁਹਾਡੀ ਰੂਹ ਨੂੰ ਕਿੱਥੇ ਸੁੱਟ ਸਕਦਾ? ਉਹ ਨਰਕ ਵਿੱਚ ਨਾਸ਼ ਕਰ ਸਕਦਾ ਹੈ। ਨਰਕ ਦੀ ਅੱਗ 'ਚ ਤੁਹਾਨੂੰ ਸੁੱਟ ਸਕਦਾ ਹੈ। ਉਹਦੇ ਕੋਲ ਇੰਨਾ ਇਖਤਿਆਰ ਹੈ, ਉਹਦੇ ਕੋਲ ਇੰਨੀ ਸ਼ਕਤੀ ਹੈ। ਲੇਕਿਨ ਅਸੀਂ ਕਿਹਨਾਂ ਕੋਲ ਡਰਦੇ ਹਾਂ? ਅਸੀਂ ਖੁਦਾ ਤੋਂ ਡਰਦੇ, ਅਸੀਂ ਲੋਕਾਂ ਤੋਂ ਡਰਦੇ ਹਾਂ, ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਡਰਦੇ ਹਾਂ ਕਿ ਸਾਡੇ ਰਿਸ਼ਤੇਦਾਰ ਕੀ ਕਹਿਣਗੇ, ਅਸੀਂ ਆਪਣੇ ਭੈਣ ਭਰਾਵਾਂ ਤੋਂ ਡਰਦੇ ਹਾਂ, ਅਸੀਂ ਆਪਣੀ ਜੌਬ ਤੇ ਡਰਦੇ ਹਾਂ, ਅਸੀਂ ਆਪਣੇ ਬਿਜ਼ਨਸ ਤੋਂ ਡਰਦੇ ਹਾਂ ਕਿ ਨਹੀਂ। ਪ੍ਰਭੂ ਕਹਿੰਦਾ ਉਹਨਾਂ ਤੋਂ ਡਰ ਜਿਹੜਾ ਤੇਰੀ ਰੂਹ ਨੂੰ ਕਿੱਥੇ ਪਾ ਸਕਦਾ? ਉਹ ਨਰਕ ਦੇ ਵਿੱਚ, ਤੇਰੀ ਰੂਹ ਨੂੰ ਨਰਕ 'ਚ ਪਾ ਸਕਦਾ ਹੈ। ਅੱਜ ਅਸੀਂ ਕੁਝ ਵੀ ਲਾਸ ਨਹੀਂ ਕਰ ਰਹੇ ਖੁਦਾ ਦੇ ਪਿੱਛੇ। ਅਸੀਂ ਕੁਝ ਗਵਾਉਣਾ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਕਿ ਬਸ ਮੈਨੂੰ ਮਿਲੀ ਜਾਵੇ। ਲੇਕਿਨ ਆਈ ਡੋਂਟ ਵਾਂਟ ਟੂ ਲੂਜ਼। ਅਸੀਂ ਅੱਜ ਲੂਜ਼ ਕਰਨਾ, ਤੇ ਅਸੀਂ ਕੱਲ ਨੂੰ ਕੀ ਕਰਾਂਗੇ? ਅਸੀਂ ਉਸ ਗੱਲ ਨੂੰ ਕੀ ਕਰਾਂਗੇ? ਖੁਦਾਵੰਦ ਕੋਲ ਅਸੀਂ ਪਾਵਾਂਗੇ। ਪ੍ਰਭੂ ਨੇ ਕਿਹਾ ਜੇ ਤੂੰ ਅੱਜ ਮੇਰਾ ਇਕਰਾਰ ਕਰੂੰਗਾ ਤੇ ਮੈਂ ਖੁਦਾ ਦੇ ਸਾਹਮਣੇ, ਜਿਹੜਾ ਪਿਤਾ ਪਰਮੇਸ਼ਵਰ ਆ, ਉਹਦੇ ਸਾਹਮਣੇ ਮੈਂ ਤੇਰਾ ਇਕਰਾਰ ਕਰੂੰਗਾ। ਕਿਉਂ ਇੰਨੀ ਗੱਲ ਕਹੀ ਗਈ? ਕਿਉਂਕਿ ਪਿਤਾ ਪਰਮੇਸ਼ਵਰ ਦੇ ਕੋਲ ਉਹ ਤਾਕਤ ਹੈਗੀ ਹੈ ਕਿ ਉਹ ਉਹਨੂੰ ਨਰਕ 'ਚ ਪਾ ਸਕਦਾ ਹੈ। ਹਾਲੇਲੂਇਆ। ਮੈਂ ਤੁਹਾਨੂੰ ਥੋੜਾ ਜਿਹਾ ਵਚਨ ਪੜਾਉਂਗਾ, ਥੋੜਾ ਮੈਂ ਟੱਚ ਕਰਾਉਂਗਾ। ਅੱਗੇ ਅਸੀਂ ਜਾਵਾਂਗੇ ਯੋਹੰਨਾ ਰਚੀ ਸੁਸਮਾਚਾਰ, ਉਹਦੀ 25 ਔਰ 26 ਆਇਤ ਪੜਾਂਗੇ ਅਸੀਂ। ਬਸ ਮੇਰਾ ਵਚਨ ਥੋੜਾ ਰਹਿ ਗਿਆ, 15 ਮਿੰਟ ਦਾ ਰਹਿ ਗਿਆ, ਉਸ ਤੋਂ ਬਾਅਦ ਚ ਅਸੀਂ ਫਿਨਿਸ਼ ਕਰ ਰਹੇ ਹਾਂ। 12 ਅਧਿਆਏ ਉਹਦੀ 25 ਔਰ 26 ਆਇਤ ਪੜਾਂਗੇ ਅਸੀਂ। ਜਿਹੜਾ ਆਪਣੀ ਜਾਨ ਨਾਲ ਹਿੱਤ ਕਰਦਾ ਹੈ ਉਹ ਉਸ ਨੂੰ ਗਵਾਉਂਦਾ ਹੈ, ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਸ ਦੀਪਕ ਜਿਉਣ ਤਾਂ ਹੀ ਉਹਦੀ ਰੱਖਿਆ ਕਰੇਗਾ। ਹਾਂਜੀ ਦੁਬਾਰਾ ਇਹਨੂੰ ਨਾ ਹਿੰਦੀ ਚ ਪੜ੍ਹੀ ਐਕਚੁਅਲੀ 25-26। जो अपने प्राण को प्रिय जानता है वो उसे खो देता है। कहना जो अपने प्राण को क्या जानता है? प्रिय जानता है। प्रिय मतलब प्रिय जान मतलब कि जड़ा अपने प्राण ਨੂੰ ਕਿਦਾਂ ਅਸੀਂ ਆਪਣੇ ਪ੍ਰਾਣ ਨੂੰ प्रिय ਜਾਣਦੇ ਹਾਂ। ਸਾਡੇ ਮਨ ਸ਼ੈਤਾਨ ਡਰ ਪਾਉਂਦਾ ਹੈ ਕਿ ਨਹੀਂ ਤੂੰ ਤੇਰੇ ਕੋ ਸਮਾਂ ਨਹੀਂ ਹੈਗਾ ਹੱਲੇ, ਤੂੰ ਆਪਣਾ ਪਹਿਲੇ ਆਪਣਾ ਕੰਮ ਕਰ।
ਅਸੀਂ ਆਪਣੇ ਭਰਾ ਨੂੰ ਖੁਸ਼ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਖੁਸ਼ ਕਰਦੇ ਹਾਂ ਪੈਸੇ ਦੇ ਨਾਲ ਕਿ ਨਹੀਂ ਮੇਰੇ ਲਈ ਪੈਸਾ ਪਹਿਲਾਂ ਇੰਪੋਰਟੈਂਟ ਆ। ਸਾਡਾ ਮਸੀਹ ਭਰਾ ਹੈਗਾ, ਇੰਡੀਆ ਤੋਂ ਆਏ ਹੁਣੀ ਆਈ ਹੈ ਫੈਮਿਲੀ। ਉਹਦੇ ਭਰਾ ਦਾ ਮੈਨੂੰ ਫੋਨ ਆਇਆ, ਕਿੱਥੋਂ ਭਲਾ, ਕਿਹੜੀ ਕੰਟਰੀ ਹੈਗਾ ਉਹ, ਇਟਲੀ ਤੋਂ, ਪਤਾ ਨਹੀਂ ਇਟਲੀ ਵਾਲੀ ਕੋਈ ਕੰਟਰੀ ਹੈਗੀ ਕੋਈ ਹੋਰ ਨਾ, ਉੱਥੋਂ ਮੈਨੂੰ ਫੋਨ ਆਇਆ ਉਹਦੇ ਭਰਾ ਦਾ, ਕਹਿੰਦਾ ਭਾਜੀ ਮੇਰਾ ਭਰਾ ਮੈਲਬਨ ਆ ਗਿਆ, ਕਹਿੰਦਾ ਵੀ ਤੁਸੀਂ ਕਹਿੰਦਾ ਪਲੀਜ਼ ਵੀ ਉਹ ਤੁਹਾਡੀ ਚਰਚ ਆਉਣਾ ਚਾਹੁੰਦੇ ਆ। ਮੈਂ ਕਿਹਾ ਵੀ ਦੇ ਆਰ ਮੋਸਟ ਵੈਲਕਮ ਨਾ। ਤੇ ਉਹਨਾਂ ਮੈਨੂੰ ਨੰਬਰ ਦਿੱਤਾ, ਕਹਿੰਦੇ ਭਾਜੀ ਪਲੀਜ਼ ਤੁਸੀਂ ਉਹਨਾਂ ਨੂੰ ਕਹੋ ਕਿ ਵੀ ਤਾਂ ਆਪਣਾ ਚਰਚ ਦਾ ਤੁਸੀਂ ਐਡਰੈਸ ਦੱਸੋ ਜਾਂ ਵਟਐਵਰ ਜੋ ਵੀ ਹੈਗਾ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਬ੍ਰਦਰ ਤੁਹਾਡੇ ਬ੍ਰਦਰ ਦਾ ਮੈਨੂੰ ਫੋਨ ਆਇਆ ਸੀ, ਕਹਿੰਦੇ ਹਾਂਜੀ ਭਾਜੀ। ਤੇ ਮੈਂ ਕਿਹਾ ਤੁਸੀਂ ਸੰਡੇ ਨੂੰ ਆਇਓ। ਕਹਿੰਦੇ ਭਾਜੀ ਮੇਰੇ ਤਾਂ ਕਹਿੰਦੇ ਜੌਬ ਲੱਗ ਗਈ ਹੈ। ਮੈਂ ਕਿਹਾ ਵੀ ਅੱਛੀ ਗੱਲ, ਜੌਬ ਲੱਗ ਗਈ ਹੈ। ਕਹਿੰਦੇ ਭਾਜੀ ਮੈਂ ਹੁਣ $350 ਕਹਿੰਦੇ ਮੈਨੂੰ ਮਿਲਦਾ, ਮੈਂ ਕਹਿੰਦਾ ਚਰਚ ਨਹੀਂ ਆ ਸਕਦਾ ਨਾਲ, ਕਿਉਂਕਿ ਉਹ ਆਪਣੇ ਭਰਾ ਨੂੰ ਕੀ ਕਰਦਾ ਪਿਆ, ਉਹ ਆਪਣੇ ਭਰਾ ਨੂੰ ਪ੍ਰਿਯ ਜਾਣਦਾ ਕਿ ਮੇਰੇ ਦਿਲ ਨੂੰ, ਮੇਰੇ ਭਰਾ ਨੂੰ ਕੀ ਮਿਲਦੀ, ਉਹਦੇ ਨਾਲ ਸ਼ਾਂਤੀ ਮਿਲਦੀ ਹੈ। ਮੈਨੂੰ ਪ੍ਰਭੂ ਦਾ ਇਨਕਾਰ ਕਰਨਾ ਤੇ ਪ੍ਰਭੂ ਦਾ ਇਕਰਾਰ ਕਰਨਾ, ਆਹੀ ਗੱਲ ਹੈਗੀ। ਜਦੋਂ ਅਸੀਂ ਉਹਦਾ ਗੋਸਪਲ ਨੂੰ, ਮੈਂ ਤੁਹਾਨੂੰ ਆਪਣੇ ਦੁਆਰਾ ਦੱਸਦਾ, ਆਈ ਕੈਨ ਅਰਨ $800 ਔਨ ਸੰਡੇ। ਮੇਰੀ ਜੌਬ ਇਦਾਂ ਦੀ ਹੈ, $800 ਮੈਂ ਇੱਕੋ ਦਿਨ ਚ ਕਮਾ ਸਕਦਾ ਹਾਂ, ਐਨੀ ਮੇਰੀ ਇਦਾਂ ਦੀ ਮੇਰੀ ਜੌਬ ਹੈਗੀ ਆ ਉਹ। ਲੇਕਿਨ ਮੈਂ ਕੀ ਕੀਤਾ, ਮੈਂ ਉਹਦਾ ਗੋਸਪਲ ਨੂੰ ਕੀ ਕੀਤਾ, ਮੈਂ ਉਹਨੂੰ ਪ੍ਰੋਕਲੇਮ ਕੀਤਾ ਕਿ ਮੈਂ ਨਹੀਂ ਕਰਨਾ ਇਹ ਨਹੀਂ ਕਿ ਮੈਂ ਚੰਗਾ ਹੈ ਨਾ, ਕਿਉਂਕਿ ਮੈਂ ਵਚਨ ਪੂਰਾ ਕਰਨਾ ਚਾਹਨਾ ਆਪਣੇ ਜੀਵਨ ਦੇ ਵਿੱਚ। ਮੈਂ ਵਚਨ ਨੂੰ, ਮੈਂ ਉਹਨੂੰ ਨਾ ਕੀਤੀ ਹੈ ਤੇ ਉਹ ਮੈਨੂੰ ਲੋਕੀ ਕਹਿੰਦੇ ਤੂੰ ਆ ਜਾ। ਮੈਂ ਕਿਹਾ ਨਹੀਂ, ਮੈਂ ਨਹੀਂ ਆ ਸਕਦਾ, ਕਿਉਂਕਿ ਮੇਰੇ ਲਈ ਵਚਨ ਪਹਿਲੇ ਜ਼ਰੂਰੀ ਆ। ਕਿਉਂਕਿ ਪ੍ਰਭੂ ਨੇ ਕਿਹਾ ਆ, ਕਹਿੰਦੇ ਤੁਸੀਂ ਮੇਰਾ ਕੀ ਕਰੋ, ਪਿਤਾ ਦਾ ਤੁਸੀਂ ਅਨੁਕਰਨ ਕਰੋ, ਤੁਸੀਂ ਉਹਨੂੰ ਫੋਲੋ ਕਰੋ, ਤੁਸੀਂ ਉਹਨੂੰ। ਅਸੀਂ ਕਿੱਦਾਂ ਪ੍ਰੈਕਟਿਸ ਕਰਾਂਗੇ ਅਸੀਂ ਖੁਦਾ ਦੀ, ਜਦੋਂ ਤੁਸੀਂ ਪ੍ਰੋਕਲੇਮ ਕਰੋਗੇ ਪਬਲਿਕਲੀ ਕਿ ਮੈਂ ਇਹ ਕੰਮ ਪ੍ਰਭੂ ਦੇ ਲਈ ਮੈਂ ਛੱਡ ਦਿੱਤਾ। ਮੈਂ ਸ਼ੋਅਸ ਕਰਦਾ ਹੁੰਦਾ ਸੀਗਾ ਇੱਥੇ ਆਪਣੇ ਮਿਊਜ਼ਿਕ ਨਾਲ, ਮੈਂ ਜਿੰਨੇ ਪੰਜਾਬੀ ਕਲਾਕਾਰਾਂ ਨੇ ਆਉਣਾ ਮੈਂ ਸਾਰਿਆਂ ਨੂੰ ਮੈਂ ਸਰਵਿਸ ਦਿੰਦਾ ਸੀ ਉਹਨਾਂ ਨੂੰ ਨਾ, ਔਰ ਮੈਂ ਅੱਛੀ ਇਨਕਮ ਕਰਦਾ ਸੀ। ਮੇਰੀ ਵਾਈਫ ਤੁਹਾਨੂੰ ਦੱਸ ਸਕਦੀ ਹੈ, ਇੱਕ ਸ਼ੋਅ ਦਾ ਮੈਂ ਬੜੇ ਆਰਾਮ ਨਾਲ $2,000 $3,000 ਮੈਂ ਚਾਰਜ ਕਰਦਾ ਰਿਹਾ ਇੱਥੇ। ਲੋਕ ਕਹਿੰਦੇ ਸੀ ਇਹ ਬੰਦਾ ਬਹੁਤ ਮਹਿੰਗਾ ਆ। ਮੈਂ ਕਿਹਾ ਸਪੈਸ਼ਲ ਬੰਦੇ ਮਹਿੰਗੇ ਹੁੰਦੇ, ਸਪੈਸ਼ਲ ਬੰਦੇ ਜਿਹੜੇ ਹੁੰਦੇ ਨਾ। ਲੇਕਿਨ ਇੱਕ ਦਿਨ ਮੈਨੂੰ ਪਵਿੱਤਰ ਆਤਮਾ ਨੇ ਕੀ ਕਿਹਾ, ਮੇਰੇ ਪਵਿੱਤਰ ਆਤਮਾ ਨੇ ਮੇਰੇ ਦਿਲ 'ਚ ਆਵਾਜ਼ ਦਿੱਤੀ, ਕਹਿੰਦੇ ਅਮਨ ਯੂ ਹੈਵ ਟੂ ਸਟਾਪ ਦਿਸ ਜੌਬ। ਕਿਉਂਕਿ ਵਚਨ ਦੱਸਦਾ ਕਿ ਨੱਚਣ ਗਾਣ ਵਾਲੇ ਲੋਕ ਜਿਹੜੇ ਹੈਗੇ ਉਹ ਹੈਵਨ ਦੇ ਵਿੱਚ ਖੁਦਾ ਦੇ ਰਾਜ 'ਚ ਨਹੀਂ ਜਾਣਗੇ। ਲੋਕਾਂ ਨੇ ਮੈਨੂੰ ਪੁੱਛਿਆ, ਕਹਿੰਦੇ ਵੀ ਕੀ ਗੱਲ ਹੋਈ, ਮੈਨੂੰ ਲੋਕਾਂ ਨੇ ਆਫਰ ਕੀਤੀ, ਕਹਿੰਦੇ ਅਮਨ ਤੁਹਾਡੇ ਜੇ ਤੁਸੀਂ ਸ਼ੋਅ ਕਰੋਗੇ, ਕਹਿੰਦੇ ਆਈ ਕੈਨ ਇਨਵੈਸਟ $50,000 ਤੁਹਾਡੇ, ਕਹਿੰਦੇ ਮੈਂ ਜੌਬ ਵਾਸਤੇ ਮੈਂ $50,000 ਕਹਿੰਦੇ ਮੇਰੇ ਕੋਲ ਹੈਗਾ ਆ। ਮੈਨੂੰ ਆਫਰ ਆਈ $50,000 ਦੀ, ਕਹਿੰਦੇ ਮੈਂ ਲਾਉਂਗਾ, ਕਹਿੰਦੇ ਅੱਧੇ ਤੇਰੇ ਅੱਧੇ ਮੇਰੇ। ਕਹਿੰਦੇ ਲੋਕਾਂ ਨੇ ਮੈਨੂੰ ਆਫਰ ਦਿੱਤੀਆਂ, ਲੇਕਿਨ ਪਵਿੱਤਰ ਆਤਮਾ ਜੀ ਨੇ ਮੈਨੂੰ ਕੀ ਕਿਹਾ, ਕਹਿੰਦੇ ਕਿ ਤੂੰ ਇਹ ਕੰਮ ਨਹੀਂ ਕਰਨਾ ਅਮਨ। ਮੈਂ ਉਸੇ ਵੇਲੇ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਿਆ, ਮੈਂ ਇਹਨੂੰ ਦੱਸਿਆ ਕਿ ਜੀ ਉਦੋਂ ਨਹੀਂ ਛੱਡਦਾ ਰਹਿਣਾ ਸਾਰਾ ਕੁਝ। ਮੈਂ ਕਿਹਾ ਵੀ ਇਦਾਂ ਤਾਂ, ਮੈਂ ਕਿਹਾ ਮੇਰੇ ਨਾਲ ਪ੍ਰਭੂ ਨੇ ਗੱਲ ਕੀਤੀ ਸੋਨੂੰ, ਕਹਿੰਦੀ ਕੀ ਹੋਇਆ। ਮੈਂ ਕਿਹਾ ਮੈਨੂੰ ਪ੍ਰਭੂ ਨੇ ਕਿਹਾ ਵੀ ਤੂੰ ਇਹ ਕੰਮ ਨਹੀਂ ਕਰਨਾ ਹੈਗਾ। ਮੈਂ ਕਿਹਾ ਪਰ ਮੈਂ ਕੀ ਕਰਾਂ ਨਾ। ਦੇਖੀਏ ਕਿਉਂਕਿ ਸ਼ੈਤਾਨ ਸਾਡੇ ਜੀਵਨ ਦੇ ਵਿੱਚ ਕੀ ਕਰਦਾ ਹੈ, ਸਾਨੂੰ ਉਲਝਾਉਂਦਾ ਆ। ਲੇਕਿਨ ਪ੍ਰਭੂ ਨੇ ਕੀ ਕਿਹਾ, ਕਹਿੰਦਾ ਜਿਹੜੀਆਂ ਮੇਰੀਆਂ ਭੇਡਾਂ ਹੈਗੀਆਂ ਉਹ ਕੀ ਕਰਦੀਆਂ, ਮੇਰੀਆਂ ਆਵਾਜ਼ ਨੂੰ ਪਛਾਣਦੀਆਂ ਨੇ। ਅਸੀਂ ਉਹਦੀ ਆਵਾਜ਼ ਨੂੰ ਪਹਿਚਾਨਣਾ ਹੈ ਮੇਰੇ ਭੈਣ ਭਰਾਵੋ ਕਿ ਉਹਦੀ ਆਵਾਜ਼ ਕੀ ਕਹਿੰਦੀ ਹੈ। ਉਹਦੀ ਆਵਾਜ਼ ਸਾਨੂੰ ਬਚਾਉਣਾ ਚਾਹੁੰਦੀ ਆ। ਲੇਕਿਨ ਸ਼ੈਤਾਨ ਕੀ ਕਹਿੰਦਾ ਹੈ, ਯੂਹੰਨਾ 10:10 ਪੜ੍ਹਦੇ, ਕਹਿੰਦੇ ਸ਼ੈਤਾਨ ਆਂਦਾ ਕਿ ਤੁਹਾਨੂੰ ਨਾਸ਼ ਕਰੇ, ਤੁਹਾਨੂੰ ਵੱਢ ਖਾਵੇ, ਤੁਹਾਨੂੰ ਚੁਰਾ ਲਵੇ ਤੁਹਾਡਾ ਸਾਰਾ ਕੁਝ, ਯਾਨੀ ਕਿ ਉਹ ਤੁਹਾਨੂੰ ਨਰਕ 'ਚ ਲੈ ਕੇ ਜਾਣਾ ਚਾਹੁੰਦਾ ਹੈ। ਮੈਂ ਉਸ ਜੌਬ ਨੂੰ ਇਦਾਂ ਲੱਤ ਮਾਰੀ, ਮੈਂ ਕਿਹਾ ਆਈ ਡੋਂਟ ਕੇਅਰ। ਮੈਂ ਕਿਹਾ ਮੇਰੇ ਪ੍ਰਭੂ ਦੇ ਲਈ ਮੈਂ ਇਹ ਜੌਬ ਛੱਡਤੀ। ਮੇਰੇ ਇੱਕ ਮਸੀਹ ਭਰਾ ਨੇ, ਮੈਨੂੰ ਕੀ ਕਿਹਾ, ਮਸੀਹ ਭਰਾ ਨੇ ਕਹਿੰਦਾ ਭਾਜੀ ਆ ਤੁਸੀਂ ਕਹਿੰਦਾ ਕਾਲੀ ਤੂੰ ਕਹਿੰਦਾ ਬੇਵਕੂਫ ਆ ਤੂੰ। ਉਹ ਵੀ ਬੰਦਾ ਮਸੀਹ ਆ, ਉਹ ਵੀ ਉਹਨੇ ਮੈਨੂੰ ਇਹ ਗੱਲ ਕਹਿੰਦਾ ਤੂੰ ਬੇਵਕੂਫ ਆ ਤੂੰ। ਮੈਂ ਕਿਹਾ ਵੀ ਮੈਂ ਬੇਵਕੂਫ ਸਹੀ, ਕਿਉਂਕਿ ਵਚਨ ਲਿਖਿਆ ਕਹਿੰਦੇ ਪ੍ਰਭੂ ਨੇ ਮੂਰਖਾਂ ਨੂੰ ਚੁਣ ਲਿਆ ਜਿਹੜੇ ਜਗਤ ਦੇ ਮੂਰਖ ਹੈਗੇ ਆ, ਤਾਂ ਕਿ ਸਮਝਦਾਰਾਂ ਨੂੰ ਸ਼ਰਮਿੰਦਾ ਕਰੇ। ਉਹ ਕਹਿੰਦਾ ਜੌਬ ਹੀ ਹੈ, ਕਹਿੰਦਾ ਤੂੰ ਕਹਿੰਦਾ ਮਿਊਜ਼ਿਕ ਹੀ ਪਲੇ ਕਰਨਾ ਹੈ। ਮੈਂ ਕਿਹਾ ਬਿਲਕੁਲ ਮਿਊਜ਼ਿਕ ਪਲੇ ਕਰਨਾ, ਲੇਕਿਨ ਇੱਕ ਮਿਊਜ਼ਿਕ ਪਲੇ ਕਰਨਾ, ਇੱਕ ਖੁਦਾ ਲਈ ਗਾਣਾ, ਮੈਂ ਆਪਣੇ ਪਰਮੇਸ਼ਵਰ ਲਈ ਵਜਾਉਣਾ ਹੁਣ। ਹਾਲੇਲੂਇਆ। ਤੇ ਇੱਕ ਮੈਂ ਕਿਸੇ ਦੁਨੀਆਦਾਰੀ ਤੇ ਮੈਂ ਜਿਹੜਾ ਉਹ ਕੰਮ ਕੀ ਹੈਗੇ, ਉਹ ਨੱਚਣ ਗਾਣਾ ਟੱਪਣਾ ਗਾਣਾ, ਉਹ ਕਿੱਥੇ ਜਾਣਾ, ਉਹਨਾਂ ਨੇ ਨਰਕ ਜਾਣਾ, ਮੈਂ ਨਹੀਂ ਜਾਣਾ ਉਹਨਾਂ ਨਰਕ 'ਚ। ਮੈਂ ਤਾਂ ਉਹਨਾਂ ਨੂੰ ਬਚਾਉਣਾ ਹੈ ਉਲਟਾ। ਮੈਂ ਤਾਂ ਉਹਨਾਂ ਨੂੰ ਵੀ ਕਿਹਾ ਛੱਡ ਦਿਓ ਤੁਸੀਂ। ਸਾਡੇ ਭਰਾ ਸੀਗੇ ਇੰਡੀਆ ਦੇ ਵਿੱਚ, ਅਸੀਂ ਕੰਮ ਕਰਦੇ ਸੀ ਉਹਨਾਂ ਦੇ ਨਾਲ, ਉਹਨਾਂ ਨੇ ਜਾਗਰਣ ਕਰਨੇ, ਪ੍ਰੋਗਰਾਮ ਕਰਨੇ। ਮੈਨੂੰ ਪਿਛਲੇ ਹਫ਼ਤੇ ਉਹਨਾਂ ਦੇ ਫੋਨ ਆਇਆ ਉਹਨਾਂ ਦਾ, ਸੇਮ ਗੱਲ ਪ੍ਰਭੂ ਨੇ ਉਹਨਾਂ ਕੀਤੀ ਬੰਦੇ ਨਾਲ, ਜਿਹੜੀ ਗੱਲ ਪ੍ਰਭੂ ਨੇ ਇਹਨਾਂ ਕੀਤੀ ਸੀ ਨਾ, ਉਹਨਾਂ ਵੀ ਸੇਮ ਗੱਲ ਕੀਤੀ। ਉਹ ਬੜਾ ਵੱਡਾ ਫੇਮਸ ਆਰਟਿਸਟ ਆ ਉੱਥੇ ਨਾ ਪੰਜਾਬ ਦੇ ਵਿੱਚ, ਬੜੇ ਅੱਛੇ ਸ਼ੋਅਸ ਕੀਤੇ ਨੇ ਬੰਦੇ ਨੇ। ਉਹ ਕਹਿੰਦਾ ਅਮਨ, ਉਹ ਵੀ ਬਾਅਦ 'ਚ ਮਸੀਹ 'ਚ ਆ ਗਿਆ। ਉਹ ਕਹਿੰਦਾ ਅਮਨ ਮੈਂ ਵੀ ਕਹਿੰਦਾ ਛੱਡਦਾ, ਕਹਿੰਦਾ ਮੈਨੂੰ ਵੀ ਲੋਕਾਂ ਨੇ ਆਫਰਾਂ ਕੀਤੀਆਂ, ਕੈਨੇਡਾ 'ਚ ਆਪਣਾ ਅਮਰੀਕਾ 'ਚ ਰਹਿੰਦੇ ਆ ਉਹ। ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਤਾਂ ਆਵਾਜ਼ ਸੁਣੂਗਾ ਉਹ ਕੀ ਹੋਊਗਾ, ਉਹ ਬਚਾਇਆ ਜਾਊਗਾ ਉਹ। ਲੇਕਿਨ ਕਿੱਦਾਂ ਸੁਣਾਂਗੇ ਅਸੀਂ ਆਵਾਜ਼, ਸਾਨੂੰ ਪ੍ਰੋਕਲੇਮ ਕਰਨਾ ਪੈਣਾ, ਸਾਨੂੰ ਇਹ ਗੱਲ ਨੂੰ ਲੋਕਾਂ ਨੂੰ ਕਹਿਣਾ ਪੈਣਾ ਕਿ ਨੋ, ਅੱਜ ਦੀ ਨੋ, ਕੱਲ ਤੁਹਾਨੂੰ ਖੁਦਾਵੰਦ ਕੀ ਕਰੂਗਾ, ਕਹਿੰਦਾ ਮੈਂ ਤੈਨੂੰ ਯੈਸ ਕਰੂੰਗਾ ਖੁਦਾ ਦੇ ਸਾਹਮਣੇ, ਮੈਂ ਤੇਰਾ ਇਕਰਾਰ ਕਰੂੰਗਾ ਕਿ ਹਾਂ ਕਿ ਇਹ ਮੇਰਾ ਬੇਟਾ ਆ, ਇਹ ਮੇਰੀ ਬੇਟੀ ਹੈ, ਜਿਹਨੇ ਧਰਤੀ ਉੱਪਰ ਰਹਿ ਕੇ ਕੀ ਕੀਤਾ, ਮੈਨੂੰ ਯੈਸ ਕਿਹਾ ਇਹਨੇ। ਹਾਲੇਲੂਇਆ। ਕਹਿੰਦਾ ਹਾਂਜੀ ਪੜਾਂਗੇ ਅਸੀਂ, ਕਹਿੰਦਾ ਜਿਹੜਾ ਆਪਣੀ ਜਾਨ ਨਾਲ
ਹਿੱਤ ਕਰਦਾ ਹੈ ਕਹਿੰਦਾ ਹਿੱਤ ਕਰਦਾ ਹੈ, ਜਿਹੜਾ ਕਹਿੰਦਾ ਕਿ ਨਹੀਂ ਮੈਨੂੰ ਹਲੇ ਪ੍ਰਭੂ ਦੀ ਲੋੜ ਨਹੀਂ ਆ, ਮੈਨੂੰ ਤਾਂ ਹਲੇ ਪਹਿਲੇ ਕੰਮ ਦੀ ਲੋੜ ਆ, ਮੈਨੂੰ ਹਲੇ ਪ੍ਰਾਰਥਨਾ ਲੋੜ ਨਹੀਂ ਹੈਗੀ ਆ, ਮੈਂ ਤਾਂ ਹਲੇ ਇਦਾਂ ਹੀ ਆਰਾਮ ਨਾਲ ਉੱਠੂੰਗੀ ਸਵੇਰੇ 11 ਵਜੇ, ਮੈਂ ਤਾਂ ਆਰਾਮ ਨਾਲ 10 ਵਜੇ ਉੱਠੂੰਗੀ ਸਵੇਰੇ, ਮੈਂ ਤਾਂ ਆਰਾਮ ਨਾਲ ਉੱਠੂੰਗਾ, ਮੈਂ ਤਾਂ ਸ਼ਾਮ ਨੂੰ 2 ਪੈਗ ਲਾ ਕੇ ਬਸ। ਪ੍ਰਭੂ ਕਹਿੰਦਾ ਜਿਹੜਾ ਨਸ਼ੇ ਸੁਣਦਾ ਨਾ, ਕਹਿੰਦਾ ਪਤਾ ਹੀ ਨਹੀਂ ਉਹਨੂੰ, ਉਹ ਬੇਸੁੱਧ ਹੋਇਆ ਪਿਆ, ਕਹਿੰਦਾ ਉਹਨੂੰ ਪਤਾ ਹੀ ਨਹੀਂ। ਪ੍ਰਭੂ ਕਹਿੰਦੇ ਮੈਂ ਇਦਾਂ ਆਣਾ ਜਿੱਦਾਂ ਚੋਰ ਆਂਦਾ, ਚੋਰ। ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਕਹੀ, ਕਹਿੰਦਾ ਮੈਂ ਇਦਾਂ ਆਣਾ ਜਿੱਦਾਂ ਚੋਰ ਆਂਦਾ। ਕਹਿੰਦਾ ਜਿਹੜੇ ਸੁੱਤੇ ਹੈਗੇ ਕੀ ਕਰਨਾ ਉਹਨਾਂ ਨੇ? ਉਹ ਸੁੱਤੇ ਰਹਿ ਜਾਣਾ ਉਹਨਾਂ ਨੇ। ਕਹਿੰਦਾ ਲੋਕਾਂ ਨੇ ਵਿਆਹ ਸ਼ਾਦੀਆਂ ਕਰਦੇ ਹੋਣਾ, ਲੋਕਾਂ ਨੇ ਸਭ ਕੁਝ ਕਰਦੇ, ਕਹਿੰਦੇ ਪ੍ਰਭੂ ਯਿਸੂ ਮਸੀਹ ਨੇ ਆ ਜਾਣਾ ਬਦਲਾਂ ਦੇ ਵਿੱਚ ਇੱਕਦਮ, ਔਰ ਆਪਣੀ ਕਲੀਸਿਆ ਨੂੰ ਔਰ ਕਹਿੰਦੇ ਆਪਣੀ ਸਿੱਧ ਕਲੀਸਿਆ ਨੂੰ ਕੀ ਕਰਨਾ ਉਹਨਾਂ ਨੇ? ਨਾਲ ਲੈ ਜਾਣਾ। ਅਸੀਂ ਕਿੱਥੇ ਸਟੈਂਡ ਕਰਦੇ ਹਾਂ? ਮੇਰਾ ਸਵਾਲ ਇਹ ਹੈ ਆਪਣੇ ਆਪ ਨਾਲ ਵੀ ਕਿ ਅਸੀਂ ਕਿੱਥੇ ਸਟੈਂਡ ਕਰਦੇ ਹੈਗੇ? ਕੀ ਅਸੀਂ ਸਿੱਧ ਹੋ ਗਏ ਹਾਂ? ਕੀ ਅਸੀਂ ਕੱਲ ਨੂੰ ਜੇ ਪ੍ਰਭੂ ਸਾਨੂੰ ਕਹਿਣ ਕਿ ਖੁਦਾਵੰਦ ਸਾਨੂੰ ਆਖ ਕਵੇ ਕਿ ਹਾਂ ਕਿ ਅਮਨ, ਜਾਂ ਸਾਨੂੰ ਕਵੇ ਆਂਟੀ ਕਿ ਮੈਂ ਤੂੰ ਮੇਰੀ ਬੇਟੀ ਤੂੰ ਅੱਛੀ ਦੌੜੀ ਚੱਲ ਮੇਰੇ ਨਾਲ, ਲੇਕਿਨ ਜੇ ਨਾਲ ਦੀ ਇੰਟਰਵਿਊ ਕਵੇ ਕਿ ਨਹੀਂ ਤੂੰ ਨਹੀਂ ਦੌੜੀ, ਤੇ ਕਿੰਨੀ ਦੁੱਖ ਵਾਲੀ ਗੱਲ ਆ ਕਿ ਮੇਰਾ ਭਰਾ ਇਸ ਦੁਨੀਆ ਤੇ ਰਹਿ ਗਿਆ ਤੇ ਮੈਨੂੰ ਚੱਕ ਲਿਆ ਗਿਆ। ਜੀ ਅਸੀਂ ਕੀ ਕਰਦੇ ਪਏ ਹਾਂ? ਕਿ ਸਾਡੇ ਮਨ ਦੇ ਵਿੱਚ ਇਹ ਆਂਦਾ ਕਿ ਮੈਂ ਆਪਣੀ ਭੈਣ ਲਈ ਦੁਆ ਕਰਾਂ, ਜਿਹੜੀ ਪਰਮੇਸ਼ਰ ਦੇ ਵਿੱਚ ਕਮਜ਼ੋਰ ਆ, ਜਿਹਦੀ ਪ੍ਰਾਰਥਨਾ ਨਹੀਂ ਹੈਗੀ ਜਿਹਦੀ ਲਾਈਫ ਦੇ ਵਿੱਚ, ਜਾਂ ਕੋਈ ਇਦਾਂ ਦੀ ਮਾਂ ਜਿਹੜੀ ਕਿਸੇ ਮੁਸੀਬਤ 'ਚ ਫਸੀ ਹੋਈ, ਜਾਂ ਕੋਈ ਭੈਣ ਭਰਾ ਨਸ਼ੇ 'ਚ ਫਸਿਆ ਹੋਇਆ ਹੋ। ਸਾਡੇ ਦਿਲ 'ਚ ਕਦੀ ਆਂਦਾ ਨਹੀਂ ਗੱਲ ਕਿ ਮੈਂ ਉਹਦੀ ਦੁਆ ਕਰਾਂ, ਮੈਂ ਉਹਦੀ ਫਾਸਟ ਰੱਖਾਂ ਕਿ ਪ੍ਰਭੂ ਇਹਨੂੰ ਨਸ਼ੇ ਦੇ ਵਿੱਚੋਂ ਕੀ ਕਰਨ, ਇਹਨੂੰ ਬਾਹਰ ਕੱਢ ਦੇਣ ਇਹਨੂੰ। ਬੇਟਾ ਤੁਸੀਂ ਬੱਚੇ ਨੂੰ ਬਾਹਰ ਲੈ ਜਾਓ। ਸਾਡੇ ਮਨ ਦੇ ਵਿੱਚ ਕਦੀ ਇਦਾਂ ਦੀ ਭਾਵਨਾ ਨਹੀਂ ਆਉਂਦੀ ਕਿ ਅਸੀਂ ਪ੍ਰਾਰਥਨਾ ਕਰੀਏ, ਕਿ ਅਸੀਂ ਫਿਰ ਕਿੱਦਾਂ ਕਹਿ ਸਕਦੇ ਕਿ ਮੈਂ ਪ੍ਰਭੂ ਦੇ ਪਿੱਛੇ ਚੱਲਦਾ ਪਿਆ ਹਾਂ? ਉਹ 'ਚ ਲਿਖਿਆ ਅਸੀਂ ਹੁਣੇ ਪੜਿਆ, ਕਹਿੰਦੇ ਉਹਨੂੰ ਕੋਈ ਹੱਕ ਨਹੀਂ ਹੈਗਾ ਜਿਹੜਾ ਪ੍ਰਭੂ 'ਚ ਰਹਿ ਕੇ ਵੀ ਤੇ ਪ੍ਰਭੂ ਦੀ ਗੱਲ ਨੂੰ ਨਹੀਂ ਮੰਨਦਾ। ਕਹਿੰਦਾ ਕੋਈ ਹੱਕ ਨਹੀਂ ਕਹਿਣ ਦਾ ਕਿ ਮੈਂ ਮਸੀਹ ਹੈਗਾ ਆ। ਪ੍ਰਭੂ ਕਹਿੰਦੇ ਤੇ ਕੋਈ ਹੱਕ ਉਹ ਤੁਰੇ, ਅਸੀਂ ਪਿੱਛੇ ਜਾਣਾ, ਉਹਦੀਆਂ ਭੇਡਾਂ ਪਿੱਛੇ ਚੱਲਦੀਆਂ, ਜਿੱਦਾਂ ਪ੍ਰਭੂ ਕਹਿੰਦੇ ਅਸੀਂ ਉਦਾਂ ਹੀ ਕਰਨਾ ਆ। ਕਿ ਖੁਦਾਵੰਦ ਮੈਂ ਤੇਰਾ ਕੀ ਹੈਗਾ? ਚੇਲਾ ਆ ਤੇਰਾ ਮੈਂ। ਬਹੁਤ ਦੁਨੀਆ ਹੈਗੀ ਹੈ ਜਿਹੜੇ ਵਿਸ਼ਵਾਸ ਕਰਦੇ ਆ, ਬਹੁਤ ਦੁਨੀਆ ਹੈਗੀ ਵਿਸ਼ਵਾਸ ਕਰਦੇ। ਮੈਨੂੰ ਇੱਕ ਫੋਨ ਆਇਆ ਇੰਡੀਆ ਤੋਂ, ਉਹਨਾਂ ਦੀ ਕੁੜੀ ਨੂੰ ਦੌਰੇ ਪੈਂਦੇ ਆ ਦਿਨ ਦੇ ਵਿੱਚ, ਮੇਰੇ ਖਿਆਲ ਨਾਲ ਪਤਾ ਨਹੀਂ ਕਿੰਨੇ 100 ਦੌਰੇ ਪੈਂਦੇ ਉਹਨੂੰ ਨਾ, ਤੇ ਉਹ ਕੁੜੀ ਕੱਪੜੇ ਫਾੜ ਦਿੰਦੀ, ਆਪਣੀ ਯੰਗ ਕੁੜੀ ਆ, ਬਿਲਕੁਲ ਯੰਗ। ਸਾਨੂੰ ਦਿਖਾਇਆ ਉਹਨੇ ਫੋਨ ਦੇ ਉੱਪਰ, ਵੀਡੀਓ ਕਾਲ ਕੀਤੀ ਉਹਨਾਂ ਨੇ ਸਾਨੂੰ, ਕਹਿੰਦੇ ਤੁਸੀਂ ਦੁਆ ਕਰੋ ਜੀ ਨਾਲੇ। ਮੈਂ ਕਿਹਾ ਵੀ ਦੁਆ ਨਹੀਂ, ਮੈਂ ਕਿਹਾ ਤੁਹਾਨੂੰ ਪਹਿਲੇ, ਮੈਂ ਕਿਹਾ ਬਾਈਬਲ ਤੁਹਾਨੂੰ ਪਹਿਲੇ ਸੁਣਨੀ ਪੈਣੀ ਹੈ, ਦੁਆ ਨਹੀਂ, ਕਿਉਂਕਿ ਸਾਡੇ ਮਨ 'ਚ ਖੁਦਾ ਨੇ ਪਾਈ ਨਹੀਂ ਗੱਲ ਵੀ ਅਸੀਂ ਦੁਆ ਕਰੀਏ ਨਹੀਂ। ਮੈਂ ਕਿਹਾ ਫਿਰ ਅਸੀਂ ਤੁਹਾਨੂੰ ਪੈਸੇ ਕਿਉਂ ਦਈਏ? ਇੱਕ ਮੈਂ ਤੁਹਾਨੂੰ ਸਵਾਲ ਪੁੱਛੂ, ਅਸੀਂ ਪੈਸੇ ਕਿਉਂ ਦਈਏ? ਤੁਸੀਂ ਆਪਣੇ ਬੇਟੇ ਨੂੰ ਇੰਜੀਨੀਅਰਿੰਗ ਕਰਾਉਣੀ, ਇੱਕ ਪਾਸੇ ਮੈਨੂੰ ਕਹਿੰਦੇ ਕਿ ਮੇਰੀ ਕੁੜੀ ਨੂੰ ਦੌਰੇ ਪੈਂਦੇ ਪਏ। ਮਤਲਬ ਉਹ ਜਿਹੜੀ ਗੱਲ ਸੀਗੀ ਉਹਦੇ ਜੀਵਨ ਦੇ ਵਿੱਚ ਕੀ ਹੈਗਾ, ਹਲੇ ਵੀ ਪਾਪ ਬਣਿਆ ਹੋਇਆ ਉਹਦੇ ਜੀਵਨ ਦੇ ਵਿੱਚ। ਉਹਨਾਂ ਨੂੰ ਕਿਹਾ ਸੀਗਾ ਫਲਾਣੇ ਚਰਚ ਤੁਸੀਂ ਚੱਲ ਜਾਓ, ਉਹ ਤੁਹਾਡੇ ਦੁਆ ਵੀ ਕਰੋਗੇ। ਮੈਂ ਕਿਹਾ ਤੁਹਾਨੂੰ ਹੈਲਪ ਹੀ ਕਰੋਗੇ ਨਾਲ, ਜੇ ਕਿਤੇ ਹੈਲਪ ਦੀ ਲੋੜ ਹੋਈ ਤਾਂ ਮੈਂ ਕਿਹਾ ਮਦਦ ਵੀ ਕਰੋਗੇ ਲੋਕ ਉਹ। ਲੇਕਿਨ ਉਹ ਕਹਿੰਦੇ ਕਿ ਨਹੀਂ ਪਾਸਟਰ ਸਾਡੇ ਘਰ ਆਵੇ, ਦੇਖੀਏ ਉਹ ਕਹਿੰਦੇ ਸਾਡੇ ਘਰ ਆਵੇ ਪਾਸਟਰ, ਕਿ ਅਸੀਂ ਨਹੀਂ ਜਾ ਸਕਦੇ। ਤੇ ਉਸ ਤੋਂ ਬਾਅਦ 'ਚ ਇੱਕ ਦੋ ਵਾਰੀ ਉਹਨਾਂ ਨੇ ਸਾਨੂੰ ਫੋਨ ਆ, ਫਿਰ ਮੈਂ ਦੇਖਿਆ ਵੀ ਨਹੀਂ ਵੀ ਉਹਨਾਂ ਦਾ, ਕਿਉਂਕਿ ਪਾਪ ਜਿਹੜਾ ਹੈਗਾ ਨਾ, ਇਹ ਜਿਹੜੀ ਦੁਨੀਆ ਹੈਗੀ ਆ, ਇਹ ਦੁਨੀਆ ਦੇ ਵਿੱਚ ਅਸੀਂ ਹੁਣੀ ਪੜਾਂਗੇ ਇਸ ਗੱਲ ਨੂੰ, ਇਹ ਕਹਿੰਦੇ ਪਾਪ ਨਾਲ ਭਰੀ ਹੋਈ ਹੈ ਦੁਨੀਆ ਇਹ। ਲੇਕਿਨ ਸਾਨੂੰ ਕੀ ਕਿਹਾ ਖੁਦਾਬੰਦ ਨੇ? ਸਾਨੂੰ ਕਿਹਾ ਕਿ ਤੁਸੀਂ ਕੌਣ ਹੈਗੇ ਆ? ਤੁਸੀਂ ਇਸ ਜਗਤ ਦੀ ਕੀ ਹੈਗੇ ਆ? ਚਾਨਣ ਹੈਗੇ ਆ, ਤੁਸੀਂ ਰੋਸ਼ਨੀ ਆ, ਤੇ ਜੇ ਮੇਰੇ ਪਿੱਛੇ ਹੋਣਾ ਪੈਣਾ ਆ। ਔਰ ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕਿੱਥੇ ਆ? ਹਾਂਜੀ ਦੱਸੀਏ, ਬੋਲੀਏ। ਸਵਰਗ 'ਚ। ਕਹਿੰਦਾ ਜਿੱਥੇ ਮੈਂ ਹੋਊਂਗਾ ਉੱਥੇ ਮੇਰਾ ਸੇਵਕ ਵੀ ਉੱਥੇ ਹੀ ਹੋਊਗਾ। ਇਹਦਾ ਮਤਲਬ ਕਿ ਜੇ ਅਸੀਂ ਖੁਦਾ ਵਿੱਚ ਚੱਲਾਂਗੇ ਤੇ ਅਸੀਂ ਖੁਦਾ ਦੇ ਨਾਲ ਉਹਦੇ ਘਰ 'ਚ ਰਵਾਂਗੇ। ਹਾਲੇਲੂਇਆ। ਅੱਗੇ ਪੜ੍ਹੀਏ ਜੀ। ਹੁਣ ਬਸ ਹਾਂਜੀ, ਅਸੀਂ ਅੱਗੇ ਥੋੜਾ ਜਿਹਾ ਅੱਗੇ ਪੜਾਂਗੇ। ਅਸੀਂ ਜਾਵਾਂਗੇ ਮਤੀ ਰਚੀ ਸੁਸਮਾਚਾਰ, ਅਸੀਂ ਉਹਦੀ 15 ਔਰ 8 ਆਇਤ ਪੜਾਂਗੇ ਅਸੀਂ ਉਹਦੀ। ਮਤੀ ਦੀ ਅੰਜੀਲ ਹਾਂਜੀ 15 ਅਧਿਆਏ ਤੇ ਉਹਦੀ 8 ਆਇਤ ਪੜਾਂਗੇ। ਉਸ ਤੋਂ ਪਹਿਲੇ ਹਾਂਜੀ ਪੜ੍ਹੀਏ ਜੀ ਇੱਕ ਵਾਰੀ ਜਦੋਂ 15 ਦੀ 8 ਪੜ੍ਹੀਏ ਜੀ। ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦੇ ਦਿਲ ਮੈਥੋਂ ਦੂਰ ਹਨ। ਕਹਿੰਦਾ ਇਹ ਲੋਕ ਕੌਣ ਹੈਗੇ ਆ? ਜਿਹੜੇ ਲੋਕ ਕਹਿੰਦੇ ਮੇਰਾ ਇਨਕਾਰ ਕਰਦੇ ਆ। ਇਹ ਲੋਕ ਉਹੀ ਆ ਜਿਹੜੇ ਕਹਿੰਦੇ ਆ ਕਿ ਜੈਮਸੀਦ ਜੀ ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ, ਲੇਕਿਨ ਉਹਨਾਂ ਦਾ ਪਰਸਨਲ ਜਿਹੜੀ ਲਾਈਫ ਹੈਗੀ, ਮੈਂ ਉਹਦੀ ਗੱਲ ਮੈਂ ਤੁਹਾਨੂੰ ਕਰਦਾ ਪਿਆ। ਜਿਹੜੀ ਪਰਸਨਲ ਲਾਈਫ ਹੈਗੀ, ਜਿਹੜੀ ਖੁਦਾਵੰਦ ਦੇ ਨਾਲ ਤੁਹਾਡੀ ਇੱਕ ਇੰਡੀਵਿਜੂਅਲ ਲਾਈਫ ਹੈਗੀ ਆ, ਉਹ ਹੈਗੇ ਆ ਕਈ ਲੋਕ ਹੈਗੇ ਨਾ ਤਾਂ ਕੋਈ ਪ੍ਰਾਰਥਨਾ, ਨਾ ਉਹਨਾਂ ਦੇ ਜੀਵਨ ਦੇ ਵਿੱਚ ਤਾਂ ਫੈਮਿਲੀ ਗੈਟ ਟੂਗੈਦਰ ਵੀ ਹੈ ਨਹੀਂ, ਆਪਣੇ ਬੱਚਿਆਂ ਨੂੰ ਲੈ ਕੇ ਨਹੀਂ ਬੈਠਦੇ ਹੋ, ਆਪਣੇ ਹਸਬੈਂਡ ਲੈ ਕੇ ਨਹੀਂ ਬੈਠਦੇ ਹੋ, ਉਹਨਾਂ ਦੇ ਦਿਲ 'ਚ ਆਂਦਾ ਨਹੀਂ। ਕਿਉਂ? ਕਿਉਂਕਿ ਪਾਪ ਬਣਿਆ ਹੋਇਆ। ਪਾਪ ਜਿੱਥੇ ਸਿਨ ਹੈਗਾ ਆ, ਉੱਥੇ ਕਦੀ ਵੀ ਪਵਿੱਤਰ ਆਤਮਾ ਕਦੇ ਨਹੀਂ ਰਹੂਗਾ। ਉੱਥੇ ਪਵਿੱਤਰ ਆਤਮਾ ਉੱਥੇ ਰਹੂਗਾ ਜਿੱਥੇ ਕੀ ਹੈਗੀ ਆ?
ਸਫਾਈ ਹੋਊਗੀ। ਤੇ ਰੋਸ਼ਨੀ ਆ ਜੀ, ਜਿੱਥੇ ਰੌਸ਼ਨੀ ਆ, ਜਿੱਥੇ ਪਵਿੱਤਰਤਾ ਆ, ਕਿਉਂਕਿ ਵਚਨ ਦੱਸਦਾ ਕਹਿੰਦੇ ਪਵਿੱਤਰ ਆਤਮਾ ਇੰਨਾ ਕਿ ਡੈਲੀਕੇਟ ਹੈਗਾ ਕਿ ਉਹ ਇੱਕ ਵੀ ਪਾਪ, ਇੱਕ ਸੋਚ ਦੇ, ਜੇ ਤੁਹਾਡੀ ਸੋਚ ਵੀ ਦਧਿਆ ਗਈ ਨਾ, ਥੋੜੀ ਜਿਹੀ ਅਗਰ ਸੋਚ ਵੀ ਲਿਆ ਸੀ, ਸ਼ੋਕਿਤ ਹੋ ਉਸੇ ਵੇਲੇ ਪਵਿੱਤਰ ਆਤਮਾ ਸ਼ੋਕਿਤ ਹੋ ਜਾਂਦਾ। ਤੁਸੀਂ ਨੂੰ ਟੱਚ ਕਰੋਗੇ ਉਹ ਇੱਕਦਮ ਪਵਿੱਤਰ ਆਤਮਾ ਇਦਾਂ ਆ। ਤੁਸੀਂ ਥੋੜਾ ਜਿਹਾ ਪਾਪ ਦਿਖਾਇਆ, ਥੋੜੀ ਜਿਹੀ ਗੰਦੀ ਸੋਚ ਤੁਹਾਡੇ ਇੱਕ ਮਨ 'ਚ ਖਿਆਲ ਵੀ ਆ ਗਿਆ, ਉਹ ਇੱਕਦਮ ਸ਼ੋਕਿਤ ਹੋ ਕੇ ਬਹਿ ਜਾਂਦਾ। ਉਹ ਦੇਖੀਏ, ਤੇ ਅਸੀਂ ਤਾਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ। ਅਸੀਂ ਪਤਾ ਨਹੀਂ ਦਿਹਾੜੇ 'ਚ ਦਿਨ ਵਿੱਚ ਕਿੰਨੀਆਂ ਭੈੜੀਆਂ ਗੱਲਾਂ ਕਰਦੇ ਹਾਂ, ਅਸੀਂ ਕਿੰਨੀ ਵਾਰੀ ਸ਼ੋਕਿਤ ਕਰਦੇ ਖੁਦਾ ਨੂੰ। ਪ੍ਰਭੂ ਕਹਿੰਦੇ ਜਦੋਂ ਤੁਸੀਂ ਇਦਾਂ ਕਰਦੇ ਆ, ਤੁਸੀਂ ਕਹਿੰਦੇ ਯਿਸੂ ਮਸੀਹ ਨੂੰ ਦੁਬਾਰਾ ਤੁਸੀਂ ਚਾੜਦੇ ਕਰੂਸ ਦੇ ਉੱਪਰ, ਸਲੀਬ ਦੇ ਉੱਪਰ ਦੁਬਾਰਾ ਚੜਾ ਦਿੰਦੇ। ਉਹ ਜਿਹੜੀ ਪੇਨ ਹੈਗੀ ਤੁਸੀਂ ਕਹਿੰਦੇ ਉਹਨੂੰ ਦੁਬਾਰਾ ਦਿੰਨੇ, ਪੇਨ ਉਹ ਵਾਲੀ, ਉਹ ਕਿੱਲਾਂ ਦੀ ਪੇਨ, ਉਹ ਜਿਹੜੀ ਕਰੂਸ ਦੀ ਪੇਨ ਤੁਸੀਂ ਦੁਬਾਰਾ ਦਿੰਨੇ ਆ ਜਦੋਂ ਅਸੀਂ ਇਦਾਂ ਦੀ ਹਰਕਤਾਂ ਕਰਦੇ ਹਾਂ ਅਸੀਂ। ਲੇਕਿਨ ਖੁਦਾਵੰਦ ਤੁਹਾਨੂੰ ਹਲੇ ਵੀ ਕੀ ਕਰ ਦੁਨੀਆ ਦੇ ਅੱਗੇ, ਆਪਣੇ ਪਰਿਵਾਰ ਦੇ ਅੱਗੇ, ਲੋਕਾਂ ਦੇ ਅੱਗੇ ਇਕਰਾਰ ਕਰੋ। ਤੁਹਾਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕੋਈ ਗਲਤ ਕੰਮ ਨਹੀਂ ਕਰਦੇ ਪਏ, ਤੁਸੀਂ ਪਰਮੇਸ਼ਵਰ ਦੇ ਲੋਕ ਆ ਤੁਸੀਂ। ਤੇ ਫਿਰ ਕਿਉਂ ਅਸੀਂ ਇਦਾਂ ਕਰਦੇ ਕਿ ਅਸੀਂ ਕਿਉਂ ਨਹੀਂ ਪ੍ਰੋਕਲੇਮ ਕਰਦੇ ਪਏ ਉਹ ਵਾਲੀ ਗੱਲ ਨੂੰ। ਸਾਡੇ ਕੋਲ 2 ਘੰਟੇ ਵੀ ਹੈ ਨਹੀਂ ਪ੍ਰਾਰਥਨਾ ਕਰਨ ਵਾਸਤੇ, ਸਾਡੇ ਕੋਲ 2 ਘੰਟੇ ਵੀ ਹੈ ਨਹੀਂ ਬਾਈਬਲ ਪੜ੍ਹਨ ਵਾਸਤੇ, ਸਾਡੇ ਕੋਲ ਸਮਾਂ ਹੀ ਹੈ ਨਹੀਂ ਕਿ ਅਸੀਂ ਉਸ ਗੱਲ ਨੂੰ ਅਸੀਂ ਲੋਕਾਂ ਨਾਲ ਸ਼ੇਅਰ ਕਰੀਏ ਕਿ ਪ੍ਰਭੂ ਯੀਸ਼ੂ ਮਸੀਹ ਨੇ ਜਾਨ ਦਿੱਤੀ ਆ। ਸਾਡੀ ਇੱਕ ਫਰੈਂਡ ਹੈਗੀ ਆ, ਉਹ ਜਾਦੂ ਟੋਨੇ ਕਰਦੀ ਆ, ਉਹ ਠੀਕ ਹੈ ਜੀ, ਉਹ ਜਾਦੂ ਟੋਨੇ 'ਚ ਫਸੀ ਹੋਈ। ਇੱਥੇ ਦੀ ਗੱਲ ਮੈਂ ਕਰਦਾ ਪਿਆ। ਉਹ ਆਪਣੀਆਂ ਰੂਹਾਂ ਨੂੰ ਬੁਲਾਉਂਦੀ ਆ, ਉਹਦੇ ਇੱਕ ਭਰਾ ਦੀ ਰੂਹ ਆਉਂਦੀ ਆ, ਉਹਦਾ ਭਰਾ ਉਹਨਾਂ ਗੱਲਾਂ ਕਰਦਾ, ਇੱਥੇ ਮਰਿਆ ਹੋਇਆ ਭਰਾ ਆ ਉਹਦਾ, ਠੀਕ ਹੈ ਜੀ, ਉਹ ਨਾਲ ਗੱਲਾਂ ਕਰਦਾ ਆ ਕੇ, ਠੀਕ ਹੈ। ਮੈਂ ਤਾਂ ਸੁਣੀਆਂ, ਅਸੀਂ ਉਹਨੂੰ ਪ੍ਰਭੂ ਦਾ ਪ੍ਰਚਾਰ ਅਸੀਂ ਸੁਣਾ ਕੇ, ਮੈਂ ਕਿਹਾ ਤੂੰ ਇਹ ਜਿਹੜਾ ਤੂੰ ਕਰਦੀ ਪਈ ਨਾ ਕੰਮ, ਮੈਂ ਕਿਹਾ ਬਾਈਬਲ ਦੇ ਹਿਸਾਬ ਨਾਲ, ਮੈਂ ਕਿਹਾ ਇਹ ਤੂੰ ਉੱਥੇ ਚੱਲ ਜਾਣਾ ਹੈਲ ਦੇ ਵਿੱਚ। ਮੈਂ ਉਹਨੂੰ ਕੀ ਕਿਹਾ, ਮੈਂ ਉਹਨੂੰ ਸਾਫ਼ ਤੇ ਸਪਸ਼ਟ ਗੱਲ ਕਹਿ ਕੇ ਆਇਆ ਉਹਨੂੰ, ਮੈਂ ਕਿਹਾ ਚਾਹੇ ਤੁਹਾਨੂੰ ਬੁਰੀ ਲੱਗੇ ਚਾਹੇ ਤੁਹਾਨੂੰ ਅੱਛੀ ਲੱਗੇ, ਪਰ ਮੈਂ ਕਿਹਾ ਯੂ ਆਰ ਡੂਇੰਗ ਰੋਂਗ ਥਿੰਗਸ। ਅਸੀਂ ਉਹਨੂੰ ਬਾਈਬਲ ਦੇਖ ਕੇ ਆਏ, ਅਸੀਂ ਉਹਦੇ ਪ੍ਰਾਰਥਨਾ ਕਰਕੇ ਆਏ ਹਾਂ, ਤੇ ਮੈਂ ਕੀ ਕੀਤਾ, ਮੇਰਾ ਕੰਮ ਹੋ ਗਿਆ। ਕੀ ਗੱਲ ਤੁਸੀਂ ਇੰਨਾ ਕੰਮ ਨਹੀਂ ਕਰ ਸਕਦੇ? ਤਾਂ ਮੈਂ ਆਪਣੇ ਭੈਣ ਭਰਾ ਪੁੱਛਦਾ ਕੀ ਗੱਲ ਤੂੰ ਨਹੀਂ ਕਰ ਸਕਦਾ 10 ਕੰਮ ਇਦਾਂ ਦਾ? ਅਸੀਂ ਕਰ ਸਕਦੇ ਹਾਂ। ਸਾਨੂੰ ਸਟੈਪ ਲੈਣਾ ਪੈਣਾ, ਇੱਕ ਵਿਸ਼ਵਾਸ ਦੇ ਵਿੱਚ ਲੈਣਾ ਪੈਣਾ ਸਟੈਪ ਕਿ ਨਹੀਂ, ਜੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਇੱਕ ਛੋਟੀ ਮੀਟਿੰਗ ਕਰਾਓ ਅਰੇਂਜ ਆਪਣੇ ਘਰ ਦੇ ਵਿੱਚ। ਤੁਸੀਂ ਕਹੋ ਆਓ, ਮੈਂ ਜਿੰਨੇ ਤੁਹਾਡੇ ਨੌਨ ਕ੍ਰਿਸਚਨ ਭੈਣ ਭਰਾ ਹੈਗੇ ਉਹਨਾਂ ਨੂੰ ਬੁਲਾਓ, ਅਸੀਂ ਪ੍ਰਾਰਥਨਾ ਕਰਾਂਗੇ ਆ ਕੇ, ਅਸੀਂ ਦੁਆ ਕਰਾਂਗੇ ਆ ਕੇ, ਅਸੀਂ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੀ ਹੈਗੇ ਆ, ਚੇਲੇ ਚੇਲੀਆਂ ਆ, ਅਸੀਂ ਉਹਦੇ ਲੋਕ ਆ। ਜਦੋਂ ਵਚਨ, ਕਿਉਂਕਿ ਮੈਂ ਨਹੀਂ ਕਿਸੇ ਨੂੰ ਠੀਕ ਕਰ ਸਕਦਾ, ਵਚਨ ਠੀਕ ਕਰਨਾ ਹੈ। ਮੈਨੂੰ ਬਾਈਬਲ ਦਿੱਤੀ, ਮੈਨੂੰ ਬਾਈਬਲ ਦੀ ਕਹਾਣੀ ਸੁਣਾਈ, ਪ੍ਰਭੂ ਨੇ ਜਾਨ ਦਿੱਤੀ ਹੈ, ਮੈਨੂੰ ਸੁਣਾਤੀ ਕਹਾਣੀ, ਮੇਰਾ ਕੰਮ ਹੋ ਗਿਆ। ਅਸੀਂ ਕੋਈ ਇਹ ਨਹੀਂ ਕਿ ਅਸੀਂ ਲੈ ਕੇ ਬਹਿ ਜਾਣਾ ਉਹਨੂੰ ਕਿ ਨਹੀਂ ਅੱਜ ਹੀ ਤੈਨੂੰ ਮੈਂ ਕ੍ਰਿਸਚਨ ਬਣਾ ਦੇਣਾ ਅੱਜ ਹੀ 2 ਘੰਟੇ ਦੇ ਵਿੱਚ, ਇਦਾਂ ਨਹੀਂ ਹੋਣਾ। ਹੌਲੀ ਹੌਲੀ ਲੇਕਿਨ ਅਸੀਂ ਸ਼ੁਰੂਆਤ ਸਾਨੂੰ ਕਰਨੀ ਪੈਣੀ ਮੇਰੇ ਭੈਣ ਭਰਾਵੋ, ਸਾਨੂੰ ਖੁਦਾ ਨੂੰ ਇਕਰਾਰ ਕਰਨਾ ਪੈਣਾ ਆਪਣੇ ਜੀਵਨ ਦੇ ਵਿੱਚ। ਲਾਸਟ ਗੱਲ ਅਸੀਂ ਪੜਾਂਗੇ, ਅਸੀਂ ਜਾਵਾਂਗੇ ਯੂਹੰਨਾ ਰਚਿਤ ਸੁਸਮਾਚਾਰ, ਉਹਦਾ ਅਸੀਂ 3 ਅਧਿਆਇ ਉਹਦੀ 18 ਤੇ 19 ਆਇਤ ਪੜਾਂਗੇ ਅਸੀਂ। ਉਸ ਤੋਂ ਬਾਅਦ ਚ ਮੈਂ ਸਿਰਫ ਇੱਕ ਹੋਰ ਪੜਨਾ, ਉਸ ਤੋਂ ਬਾਅਦ ਚ ਅੱਜ ਦਾ ਵਚਨ ਅਸੀਂ ਇੱਥੇ ਅਸੀਂ ਸਮਾਪਤ ਕਰ ਦੇਣਾ ਜੀ। ਪੜੀਏ ਜੀ ਯਹੋਨਾ ਦੀ ਅੰਜੀਲ 3 ਅਧਿਆਇ ਉਹਦੀ 18 ਬਾਬ। ਹਾਂਜੀ, ਜਿਹੜਾ ਉਸ ਉੱਤੇ ਨਿਹਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ। ਕਹਿੰਦਾ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਉੱਪਰ ਨਿਹਚਾ ਕਰਦਾ ਹੈਗਾ ਉਹ ਦੋਸ਼ੀ ਨਹੀਂ ਠਹਿਰਦਾ ਹੈਗਾ, ਪਰ ਜਿਹੜਾ ਨਿਹਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ। ਕਹਿੰਦਾ ਜਿਹੜਾ ਨਿਹਚਾ ਨਹੀਂ ਕਰਦਾ ਉਹ ਦੋਸ਼ੀ। ਅਸੀਂ ਕਿੱਥੇ ਫਿੱਟ ਹੁੰਨੇ ਆ? ਅਸੀਂ ਇੱਥੇ ਫਿੱਟ ਹੁੰਨੇ ਜਦੋਂ ਅਸੀਂ ਵਿਸ਼ਵਾਸ ਕੀਤਾ, ਜਿੱਦਾਂ ਪਹਿਲੇ ਪੜਿਆ ਸੀ। ਵਿਸ਼ਵਾਸ ਕਰਨ ਤੋਂ ਬਾਅਦ ਚ ਵੀ ਅਸੀਂ ਕੀ ਕਰਦੇ ਸੀ, ਫਿਰ ਅਵਿਸ਼ਵਾਸ ਵਾਲੀ ਸਥਿਤੀ ਚ ਆ ਜਾਂਦੇ ਅਸੀਂ। ਵਿਸ਼ਵਾਸ ਕਰ ਚੁੱਕੇ ਹਾਂ ਅਸੀਂ, ਲੇਕਿਨ ਅਸੀਂ ਸਾਡਾ ਜੀਵਨ ਕਿੱਦਾਂ ਦਾ ਹੋਇਆ ਪਿਆ, ਇੱਕ ਅਵਿਸ਼ਵਾਸੀ ਵਾਂਗ ਹੋਇਆ ਪਿਆ। ਔਰ ਅਵਿਸ਼ਵਾਸੀ ਲੋਕ ਖੁਦਾ ਦੇ ਘਰ ਦੇ ਵਿੱਚ ਨਹੀਂ ਜਾਣਗੇ। ਅਗਲਾ ਪੜ੍ਹੀਏ 19 ਆਇਤ। ਅਤੇ ਦੋਸ਼ੀ ਠਹਿਰਨ ਦਾ ਇੱਕ ਕਾਰਨ ਇਹ ਹੈ, ਕਹਿੰਦਾ ਦੋਸ਼ੀ ਠਹਿਰਨ ਦਾ ਕਾਰਨ ਕੀ ਹੋਇਆ? ਚਾਨਣ ਜਗਤ ਵਿੱਚ ਆਇਆ। ਕਿਉਂ ਵਿਸ਼ਵਾਸੀ ਲੋਕ ਨਰਕ ਚ ਜਾਣ ਦੀ ਸੰਭਾਵਨਾ ਚ ਹੋ ਸਕਦੇ ਆ? ਕਿਉਂ? ਕਿਉਂਕਿ ਚਾਨਣ ਜਗਤ ਵਿੱਚ ਆਇਆ। ਹਾਂਜੀ। ਅਤੇ ਮਨੁੱਖਾਂ ਨੇ ਇਸ ਲਈ ਭਈ ਉਹਨਾਂ ਦੇ ਕੰਮ ਭੈੜੇ ਸਨ, ਹਨੇਰੇ ਨੂੰ ਚਾਨਣ ਨਾਲੋਂ ਵਧੇਕ ਪਿਆਰ ਕੀਤਾ। ਬਸ ਕਹਿੰਦੇ ਲੋਕਾਂ ਦਾ, ਜਿਹੜੇ ਮਸੀਹ ਲੋਕ ਹੈਗੇ ਆ, ਵਿਸ਼ਵਾਸ ਕਰਨ ਤੋਂ ਬਾਅਦ ਵਿੱਚ ਵੀ ਕਹਿੰਦੇ ਉਹ ਹਨੇਰੇ ਦੇ ਵਿੱਚ ਚੱਲੇ, ਕਿਉਂਕਿ ਉਹਨਾਂ ਦੇ ਕੰਮ ਕੀ ਸੀਗੇ? ਉਹਨਾਂ ਦੇ ਕੰਮ ਬੁਰੇ ਸੀਗੇ। ਉਹ ਬੁਰਾਈ ਨੂੰ ਨਹੀਂ ਛੱਡਣਾ ਚਾਹੁੰਦੇ ਸੀਗੇ। ਉਹ ਕਹਿੰਦੇ ਸੀ ਨਹੀਂ, ਮਸੀਹ ਨਾਲ ਵੀ ਰਵਾਂ, ਮੈਂ ਚਰਚ ਵੀ ਜਾਈ ਜਾਵਾਂ, ਤੇ ਮੈਂ ਦੁਨੀਆਦਾਰੀ ਦੀ ਜਿਹੜੀਆਂ ਭੈੜੀ ਗੱਲਾਂ ਹੈਗੀਆਂ ਉਹਨਾਂ ਦੇ ਵਿੱਚ ਰਵਾਂ। ਲੇਕਿਨ ਬਾਈਬਲ ਦੱਸਦੀ ਆ, ਕਹਿੰਦੇ ਇੱਕ ਮਿਆਨ ਦੇ ਵਿੱਚ 2 ਤਲਵਾਰਾਂ ਕਦੇ ਨਹੀਂ ਰਹਿ ਸਕਦੀਆਂ। ਜਾਂ ਤੁਸੀਂ ਸ਼ੈਤਾਨ ਦੀ ਪੂਜਾ ਕਰੋਗੇ ਤੇ ਜਾਂ ਤੁਸੀਂ ਫਿਰ ਖੁਦਾ ਦੀ ਪੂਜਾ ਕਰੋਗੇ। ਹਾਲੇਲੂਇਆ। ਮੈਂ ਤੁਹਾਨੂੰ ਡਰਾਉਣਾ ਚਾਹੁੰਦਾ, ਮੈਂ ਚਾਹੁੰਦਾ ਕਿ ਤੁਸੀਂ ਅਵੇਅਰ ਹੋ ਜਾਓ। ਤੁਸੀਂ ਇਹ ਕੀ ਹੈਗੀ? ਇਹ ਸਾਡੇ ਲਈ ਅਵੇਅਰਨੈਸ ਦਾ ਟਾਈਮ ਹੈ ਸਾਡੇ ਲਈ। ਇਹ ਵੀ ਹੈਵ ਟੂ ਅਵੇਅਰ। ਅਸੀਂ ਤਿਆਰੀ ਕਰਨੀ ਹੈ ਖੁਦਾ ਦੇ ਰਾਜ ਵਿੱਚ ਜਾਣ ਦੀ। ਅੱਜ ਇੱਥੇ ਕੋਈ ਪ੍ਰਚਾਰ ਨਹੀਂ ਕਰਦਾ ਪਿਆ ਇਸ ਗੱਲ ਦਾ। ਲੋਕੀ ਕਹਿੰਦੇ ਆ ਤੁਹਾਨੂੰ ਚੰਗਾਈਆਂ ਜੀ। ਅਸੀਂ ਇੱਕ ਚਰਚ ਗਏ ਹਾਂ, ਕਹਿੰਦੇ ਕਿ ਇਹ ਟਾਈਮ ਹੈਗਾ ਆ ਕਾਹਦਾ ਭਲਾ?
ਕਾਹਦਾ ਟਾਈਮ ਸੀਗਾ ਉਹ? blessing, ਹਾਂਜੀ, ਬਲੈਸਿੰਗ ਟਾਈਮ, ਬਲੈਸਿੰਗ ਦਾ। faith. ਹਾਂ, ਫੇਥ ਕਹਿੰਦੇ ਟਾਈਮ, ਬਲੈਸਿੰਗ ਟਾਈਮ ਆ, ਬੜਾ ਉਹਨਾਂ ਨੇ ਪ੍ਰਚਾਰ ਕੀਤਾ। ਬਾਅਦ ਚੋਂ ਕਰੋਨਾ ਵਾਇਰਸ ਆ ਗਿਆ। ਦੱਸੋ, ਅਗਲੇ ਹਫਤੇ ਕਰੋਨਾ ਅਗਲੇ ਹਫਤੇ ਕਰੋਨਾ ਵਾਇਰਸ ਆ ਗਿਆ। ਮੈਂ ਕਿਹਾ ਕਿੱਥੇ ਗਈ ਬਲੈਸਿੰਗ? year ਕਿਹੜੀ of ਬਲੈਸਿੰਗ? ਈਅਰ ਆਫ ਬਲੈਸਿੰਗ ਕਹਿੰਦੇ। ਮੈਂ ਕਿਹਾ ਈਅਰ ਬਲੈਸਿੰਗ ਨਹੀਂ, ਕਿ ਮੈਂ ਕਿਹਾ ਈਅਰ ਆਫ, ਇਹ ਪ੍ਰਭੂ ਦਾ ਜਿਹੜਾ ਉਹ ਆਇਆ ਸਾਡੇ ਉੱਪਰ, ਕਰੋਪ ਆਇਆ ਇਹ। ਕਿਉਂਕਿ ਲੋਕ ਤੁਹਾਨੂੰ ਮਿੱਠਾ ਪ੍ਰਚਾਰ ਸੁਣਾਉਂਦੇ, ਮਿੱਠਾ ਪ੍ਰਚਾਰ ਕਿ ਹਾਂ ਠੀਕ ਆ ਭੈਣ, ਬਸ ਮੇਰੇ ਚਰਚ ਕੀ ਰਵੇ, ਇਹ ਆਂਦੀ ਰਵੇ, ਇਹਦਾ ਦੁਸ਼ਮਣ ਆਂਦਾ ਰਵੇ, ਜਿਹੜੇ ਮੈਂ ਫੰਡਸ ਇਕੱਠੇ ਕਰਨੇ ਉਹ ਫੰਡਸ ਇਕੱਠੇ ਕਰੀ ਜਾਣ, ਇਹ ਸੱਚ ਹੈ ਇਹ। ਲੇਕਿਨ ਪ੍ਰਭੂ ਯੀਸ਼ੂ ਮਸੀਹ ਦੇ ਵਚਨ ਕਹਿੰਦੇ ਤੂੰ ਸੱਚ ਦਾ ਪ੍ਰਚਾਰ ਕਰਨਾ ਹੈ। ਸੱਚ ਦਾ ਪ੍ਰਚਾਰ ਇੱਕੋ ਹੀ ਆ। ਪ੍ਰਭੂ ਯੀਸ਼ੂ ਮਸੀਹ ਨੇ ਜਾਨ ਦਿੱਤੀ ਆ, ਉਹ ਜਿੰਦਾ ਹੋ ਕੇ 3 ਦਿਨ ਬਾਅਦ ਚੋਂ ਕੀ ਹੋਇਆ? ਉਹ ਜੀਵਿਤ ਹੋਇਆ, ਉਹ ਸਵਰਗ ਚ ਗਿਆ, ਤੇ ਵਾਪਸ ਹੁਣ ਫਿਰ ਕੀ ਕਰਨ ਲੱਗਾ? ਉਹ ਆਉਣ ਵਾਲਾ ਆ। ਇਹ ਆ ਸੱਚ ਦਾ ਪ੍ਰਚਾਰ। ਇਸ ਤੋਂ ਇਲਾਵਾ ਦੂਜਾ ਕੋਈ ਪ੍ਰਚਾਰ ਨਹੀਂਗਾ। ਪੌਲੁਸ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਆਹੀ ਇੱਕੋ ਹੀ ਗੋਸਪਲ ਆ, ਤੇ ਮੈਂ ਇੱਕੋ ਗੋਸਪਲ ਸਿੱਖਿਆ, ਇੱਕੋ ਗੋਸਪਲ ਸੁਣਿਆ, ਉਹਦਾ ਪ੍ਰਚਾਰ ਮੈਂ ਅੱਜ ਕਰਦਾ ਪਿਆ। ਅੱਜ ਅਸੀਂ ਵੀ ਇਹੀ ਕਰਦੇ ਪਏ ਕਿ ਉਹੀ ਪ੍ਰਚਾਰ ਆ। ਤੁਹਾਡਾ ਪੈਸਾ, ਤੁਹਾਡੀ ਧਨ ਦੌਲਤ, ਤੁਹਾਡੀ ਸਾਰੀ ਗੱਲਾਂ ਇਸ ਦੁਨੀਆ ਤੇ ਇੱਥੇ ਰਹਿ ਜਾਣੀਆਂ, ਲੇਕਿਨ ਇੱਕੋ ਚੀਜ਼ ਨਾਲ ਜਾਣੀ ਹੈਗੀ ਆ, ਉਹ ਹੈਗਾ ਖੁਦਾਵੰਦ ਦਾ ਪਵਿੱਤਰ ਵਚਨ, ਜੋ ਅਸੀਂ ਅੱਜ ਲਵਾਂਗੇ ਆਪਣੇ ਜੀਵਨ ਦੇ ਵਿੱਚ। ਅੱਗੇ ਪੜਾਂਗੇ। ਅਸੀਂ ਕਹਿੰਦੇ ਇਸ ਕਰਕੇ, ਕਿਉਂਕਿ ਉਹਨਾਂ ਦੀ ਬੁਰਾਈ ਸੀਗੀ ਉਹਨਾਂ ਜੀਵਨ ਦੇ ਵਿੱਚ, ਇਸ ਕਰਕੇ ਉਹ ਵਿਸ਼ਵਾਸ ਤੋਂ ਹਰੇਕ ਜੋ ਮੰਦੇ ਕੰਮ ਕਰਦਾ ਹੈ, ਹਾਂਜੀ, ਸੋ ਚਾਨਣ ਨਾਲ ਵੈਰ ਰੱਖਦਾ ਹੈ। ਕਹਿੰਦਾ ਉਹ ਚਾਨਣ ਤੋਂ ਵੈਰ ਰੱਖਦਾ ਆ, ਉਹ ਨਹੀਂ ਆ ਸਕਦਾ ਪ੍ਰਭੂ ਦੇ ਕੋਲ ਕਦੇ ਵੀ, ਕਿਉਂਕਿ ਉਹਦੇ ਮਨ ਦੇ ਵਿੱਚ ਇੱਕ ਡਰ ਬੈਠਾ ਹੋਇਆ ਕਿ ਹਾਂ ਕਿਤੇ ਮੇਰੇ ਕੰਮ, ਮੈਨੂੰ ਇਹ ਕੰਮ ਛੱਡਣੇ ਪੈਣੇ ਆ ਜੀ। ਵੈਰ ਰੱਖਦਾ ਹੈ। ਮੈਂ ਆਪਣੀ ਸਾਡੀ ਇੱਕ ਭੈਣ ਹੈਗੀ ਆ, ਉਹ ਬਹੁਤ ਇੱਥੇ ਉਹਦਾ ਬਹੁਤ ਵੱਡਾ ਬਿਜ਼ਨਸ ਹੈ ਇੱਥੇ ਮੈਲਬਨ ਦੇ ਵਿੱਚ, ਤੇ ਉਹਦਾ ਬੇਟਾ ਮੇਰੇ ਕੋਲ ਮਿਊਜ਼ਿਕ ਸਿੱਖਦਾ ਘਰ ਆ ਕੇ ਨਾ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਮੈਂ ਕਿਹਾ ਜੇ ਮੈਂ ਏਜੰਟ ਬਣਨਾ ਹੋਵੇ, ਦੂਜਾ ਕੀ ਕਹਿੰਦੇ ਹੁੰਦੇ ਉਹਨੂੰ, ਮਾਈਗ੍ਰੇਸ਼ਨ ਇਮੇਜ ਬਣਨਾ ਹੋਵੇ ਨਾ ਏਜੰਟ, ਤੇ ਕਹਿੰਦੀ ਹਾਂ ਤੁਸੀਂ ਕਹਿੰਦੀ ਆ ਸਕਦੇ ਆ, ਕਹਿੰਦੀ ਮੈਂ ਤੁਹਾਨੂੰ ਕਹਿੰਦੀ ਕਲਾਸਿਸ ਦੀ ਕਲਾਸਿਸ ਨਾ। ਮੈਂ ਥੋੜਾ ਸੋਚਿਆ, ਮੈਂ ਕਿਹਾ ਚਲੋ ਮੈਂ ਨਾਲ ਪਾਰਟ ਟਾਈਮ ਤੇ ਕੁਛ ਨਾ ਕੁਛ, ਤੇ ਮੈਂ ਕਿਹਾ ਕਿੱਦਾਂ ਦਾ ਕੰਮ? ਕਹਿੰਦੀ ਅਮਨ ਇਸ ਤੁਹਾਨੂੰ ਨਾ ਝੂਠ ਬੋਲਣਾ ਪੈਣਾ ਹੈ। ਅੱਛਾ, ਮੈਂ ਕਿਹਾ ਝੂਠ ਬੋਲਣਾ ਪੈਣਾ? ਮੈਂ ਕਿਉਂ ਝੂਠ ਬੋਲਣਾ ਪੈਣਾ? ਕਹਿੰਦੇ ਕਿ ਵੀਜ਼ਾ ਲੋਕਾਂ ਦਾ ਨਹੀਂ ਵੀ ਬਣਦਾ, ਕਹਿੰਦੇ ਸਾਨੂੰ ਵੀਜ਼ਾ ਲੋਕਾਂ ਦਾ ਬਣਾਉਣਾ ਪੈਂਦਾ ਹੈ, ਸਾਨੂੰ ਉਹਨੂੰ ਕਰਨਾ ਪੈਂਦਾ ਉਹਨੂੰ। ਮੈਂ ਕਿਹਾ ਵੀ ਸੱਚ ਨਾਲ ਨਹੀਂ ਚੱਲ ਸਕਦਾ ਕੰਮ? ਮੰਨ ਲਓ ਜੇ ਮੈਂ ਸੱਚ ਬੋਲਣਾ ਹੋਵੇ ਜੀ, ਮੈਂ ਕਹਿੰਦੀ ਨਹੀਂ ਅਮਨ, ਕਹਿੰਦੀ ਇਹ ਤੇਰੇ ਲਈ ਜਵਾਬ ਨਹੀਂ ਹੈਗੀ ਫਿਰ ਇਹ, ਕਿਉਂਕਿ ਉਹ 'ਚ ਪੈਸਾ ਵੀ ਹੈਗਾ। ਕਿੰਨਾ ਪੈਸਾ ਉਹਦੇ ਵਿੱਚ? ਉਹ ਕਹਿੰਦੀ ਬਹੁਤ ਪੈਸਾ ਹੈਗਾ ਇਸ ਕੰਮ ਦੇ, ਪਰ ਕਹਿੰਦੀ ਤੈਨੂੰ ਕਹਿੰਦੀ ਮੈਨੀਪੂਲੇਟ ਕਰਨਾ, ਮੈਨੀਪੂਲੇਟ ਜਿਹੜੀ ਚੀਜ਼ਾਂ ਹੈ ਹੀ ਨਹੀਂ। मैंने पूछा मैं किदा कहते जी हम बंदे वो बंदा जॉब है नहीं वो इंडिया के मान लो इंडिया तो किसी बंदे बुलाना कोई जॉब नहीं हैगी वो कहते यू हैव टू क्रिएट दैट जॉब कहते भला पेपरों के है कि दसो फिर है तो झूठ ही है ना वो चाहे तुम उन्होंने मैनीपुलेट किया चाहे तुम मैंने भी गल याद आ गई मैं जो घर लेना सगा मेरी गवाही आ वो मैंने एकदम याद आ गई हुई गल हो तो मैं जो पहला घर लेना साढ़े भैन भरा पूछा मैं किदा कहते कि तुहाडे 3 बच्चे है तुहाडी सैलरी बड़ी घट हैगी आ कहते तुहानू लोन नहीं मिलना मैं कहा चलो ठीक है नहीं मिलना ना सही है ना मैं कोई होर रस्ता दस दो कहते रस्ता एक तुम बच्चे ना शो करो अपने मैं कहा बच्चे मैं शो कितना कर बच्चे मेरे को है बाद मैं तो कहूँगा अपने तो वाइफ ने शो कर मैं इदा नहीं मैं होर कोई कहना भाजी यही तरीका कहना $5,000 लगूगा कहना तुहाडा लोन हो जाऊगा कहना जिस बच्चे ने शो करने तुहाडी असीं डुप्लीकेट सैलरी करांगे असीं और भैन सिख झूठ कहती कहती भाई झूठ नहीं कहती है कहती ये कहती मैनीपुलेशन कहते इनू मैं कहा तुसीं जिहड़ा मर्जी शब्द दे जाओ तुसीं उन्होंने मैं कहा है झूठ ना है बाद चो मन्निया कहती हाँ कहती झूठ है कहती अमन फिर मैं कहा फिर मैं कहा मेरा खुदा इन्नी ताकत रखता मैं कहा मैनू लोन प्रभु दूगा बिना झूठ बोले मैं इन्नी गल प्रोक्लेम करके आया मुँह के उपर मैनू पता मैं की कहता पर मैंने पता सका कि मैं सच्चाई के उपर चलिया मैं अपने पास मैं कहा मैनू घर लाना चाहता मैं की करा मैं कहा लोग कहते तेरा लोन नहीं होना नहीं होना मैं तो अपनी गवाही शेयर करता पाया तो कहते तू तेरे पर कहते छत हैगी है मैं हाँ जी कहते तू किराया देना पैना मैं हाँ जी कहते बस रह जा बस फिर रहना ही सी कहते रह जा नहीं बंद कर तो ना सही पर कहते झूठ ना बोलनी कहते असी बैंक के नहीं गए असी इदा ही घूमते वैसे शॉपिंग सेंटर गए तो बैंक कमल बैंक से इदा ही चले गए पूछने वास्ते इदा ही जिदा मैं भी माइंड च आ गया चलो इदा जाके पूछने भी लोन कितना मिलता ਅਸੀਂ ਗਏ ਉਹ ਜਿਹੜਾ ਬੰਦਾ ਸੀਗਾ ਉਹ ਇੱਥੋਂ ਦਾ ਪੂਰਾ ਵੈਸਟਰਨ ਸਬਰਬਸ ਦਾ ਉਹ ਮੇਨ ਜਿਹੜਾ ਉਹ ਆਫੀਸਰ ਹੈ ਇੱਥੇ ਜਿਹੜਾ ਸਾਰੇ ਲੋਨਸ ਨੂੰ ਦੇਖਦਾ ਆ ਜਦੋਂ ਮੈਂ ਉਹਨੂੰ ਮਿਲਿਆ ਤੇ ਉਹਨੇ ਮੈਨੂੰ ਪਤਾ ਕੀ ਕਿਹਾ ਮੈਨੂੰ ਕਿਹਾ ਉਹਨੇ ਮੈਂ ਨਹੀਂ ਜਾਣਦਾ ਬੰਦੇ ਨੂੰ ਕਹਿੰਦਾ ਯੂ ਆਰ ਅਮਨ ਮੈਂ ਕਿਹਾ ਯਾਰ ਇਹ ਮੈਨੂੰ ਕਿੱਦਾਂ ਜਾਣਦਾ ਨਾ ਮੈਂ ਕਿਹੜਾ ਕਿਤੇ ਕੋਈ ਉਹ ਹੈਗਾ ਸਲਮਾਨ ਖਾਨ ਜਿਹੜਾ ਮੈਨੂੰ ਜਾਣਦਾ ਹੋਗਾ ਨਾ ਇਹ ਤੇ ਕਹਿੰਦਾ ਯੂ ਅਮਨ ਮੈਂ ਕਿਹਾ ਹਾਂਜੀ ਮੈਂ ਕਿਹਾ ਵੀ ਸੌਰੀ ਮੈਂ ਕਿਹਾ ਮੈਂ ਤੁਹਾਨੂੰ ਪਛਾਣਿਆ ਨਹੀਂ ਕਹਿੰਦੇ ਕਿ ਮੈਂ ਤੁਹਾਨੂੰ ਜਾਣਦਾ ਕਹਿੰਦੇ ਮੈਂ ਤੁਹਾਨੂੰ ਫੋਲੋ ਕਰਦਾ ਤੇਰੀ ਫੇਸਬੁੱਕ ਦੇ ਉੱਪਰ ਕਹਿੰਦੇ ਤੁਸੀਂ ਮਿਊਜ਼ਿਕ ਪਲੇ ਕਰਦੇ ਹੋ ਨਾ ਤੁਸੀਂ ਕਹਿੰਦੇ ਮੈਂ ਤੇਰਾ ਫੈਨ ਹਾਂ ਤੇਰੇ ਮਿਊਜ਼ਿਕ ਦਾ ਮੈਂ ਕਿਹਾ ਵੀ ਵਾਹ मैं कहा किदा किदा फैन है ना मैंने पता नहीं मेरे फैन भी है तो कहते मैं दसो मैं तुहाडे की करा मैं कहा सर सानू मैं लोन चाहिए सानू घर चाहिए कहते तुहानू घर मिल जूगा कहते तुहानू जॉब चाहिए एक तुहानू कहते जॉब करनी परमानेंट जॉब
ਦੇਖੇ ਮੈਂ ਤੁਹਾਨੂੰ ਦੱਸਾਂ ਕਿ ਖੁਦਾ ਹੋਇਆ, ਲੇਕਿਨ ਮੈਂ ਕਹਿੰਦਾ ਵੀ ਕਿੱਦਾਂ ਜਦੋਂ ਤੁਸੀਂ ਨਾ ਖੁਦਾ ਨਾਲ ਸਟੈਂਡ ਲੈਂਦੇ ਆ, ਖੁਦਾ ਤੁਹਾਡੇ ਵਾਸਤੇ ਰਸਤੇ ਕੱਢਦੇ ਆ। ਕਿਉਂਕਿ ਮੇਰੇ ਜੀਵਨ ਜਿੱਦਾਂ ਹੋਇਆ, ਮੈਂ ਖਾਲੀ ਘਰ ਦੀ ਨਹੀਂ, ਇਹ ਤਾਂ ਚਲੋ ਇੱਥੋਂ ਅਰਥ ਦੀ ਗੱਲ ਹੈਗੀ ਨਾ, ਇਹ ਇੱਕ ਸਰੀਰਕ ਗੱਲ ਆ ਕਿ ਸਾਨੂੰ ਚੀਜ਼ਾਂ ਦੀ ਲੋੜ ਹੁੰਦੀ, ਲੇਕਿਨ ਪ੍ਰਭੂ ਦੇ ਵਚਨ ਲਿਖਿਆ ਹੈ ਮੱਤੀ ਦੇ ਵਿੱਚ ਪੜ੍ਹਦੇ ਹਾਂ ਅਸੀਂ 6:33 ਦੇ ਵਿੱਚ, ਕਹਿੰਦੇ ਤੂੰ ਪਹਿਲੇ ਮੇਰੇ ਰਾਜ ਦੀ ਕੀ ਕਰ, ਪਾਲਣਾ ਕਰ, ਖੋਜ, ਤੈਨੂੰ ਹਰ ਚੀਜ਼, ਚਾਹੇ ਤੇਰੀ ਜੌਬ ਆ, ਚਾਹੇ ਤੇਰਾ ਬਿਜ਼ਨਸ ਹੈਗਾ ਆ, ਕਹਿੰਦੇ ਹਰ ਚੀਜ਼ ਤੇਰੇ ਪਿੱਛੇ ਪੈ ਕੇ ਤੈਨੂੰ ਕੀ ਕਰੂਗੀ, ਉਹ ਤੇਰੇ ਪਿੱਛੇ ਪਊਗੀ, ਉਹ ਤੂੰ ਹੀ ਪਿੱਛੇ ਹੋਊਗਾ, ਤੇਰੇ ਪਿੱਛੇ ਪਊਗੀ। ਲੇਕਿਨ ਕਦੋਂ? ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰਦੇ ਹਾਂ ਪੂਰੇ ਦੁਨੀਆ ਦੇ ਸਾਹਮਣੇ ਕਿ ਨਹੀਂ। ਮੈਂ ਉਹਨੂੰ ਭੈਣ ਨੂੰ ਫੇਰ ਕੀਤਾ ਫੋਨ, ਜਿਹਨੇ ਮੈਨੂੰ ਕਿਹਾ ਸੀਗਾ ਝੂਠ ਹੈਗਾ। ਮੈਂ ਕਿਹਾ ਭੈਣ ਜੀ, ਮੈਂ ਕਿਹਾ ਮੈਨੂੰ ਪ੍ਰਭੂ ਨੇ ਘਰ ਦਿੱਤਾ ਹੈ ਬਿਨਾਂ ਝੂਠ ਤੋਂ। ਉਹਦੇ ਕੋਲ ਕੋਈ ਜਵਾਬ ਨਹੀਂ ਸੀਗਾ ਉਹਦੇ ਕੋਲ, ਪਤਾ ਉਸ ਵੇਲੇ, ਕਿਉਂਕਿ ਉਹ ਝੂਠੇ ਲੋਕ ਹੈਗੇ ਆ। ਅਸੀਂ ਕਹਿ ਸਕਦੇ ਹਾਂ, ਅਸੀਂ ਲਾਣਾ ਦੱਸੋਗੇ ਤੂੰ ਕੀ ਹੈਗਾ, ਝੂਠਾ ਆ ਤੂੰ, ਤੁਸੀਂ ਕਹਿ ਸਕਦੇ ਨਹੀਂ ਗੱਲ, ਕਿਉਂਕਿ ਤੁਸੀਂ ਸੱਚ। ਤੁਸਾਂ ਵਿੱਚੋਂ ਕੋਈ ਉਹਨਾਂ ਨੂੰ ਆਖੇ ਭਈ ਸੁਖ ਸਾਂਦ ਨਾਲ ਜਾਓ, ਕਹਿੰਦਾ ਤੁਸੀਂ ਕੋਈ ਨਹੀਂ, ਇਸ ਤਰ੍ਹਾਂ ਪ੍ਰੇ ਕਰਾਂਗੇ, ਨਿੱਘੇ ਅਤੇ ਰੱਜੇ ਪੁੱਜੇ ਕਹਿੰਦਾ ਰਹੋ, ਤੁਸੀਂ ਕੰਫਰਟ 'ਚ ਰਹੋ। ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜਦੀਆਂ ਹਨ ਉਹ ਤੁਸਾਂ ਉਹਨਾਂ ਨੂੰ ਨਾ ਦਿੱਤੀਆਂ ਤਾਂ ਕਿ ਲਾਭ ਹੋਇਆ। ਕਹਿੰਦਾ ਤੁਸੀਂ ਕੀ ਲਾਭ ਹੋਇਆ? ਪ੍ਰਾਰਥਨਾ ਕਰ ਦਿੱਤੀ, ਲੇਕਿਨ ਉਸ ਬੰਦੇ ਨੂੰ ਉਹਦਾ ਪ੍ਰਾਰਥਨਾ ਲੋੜ ਨਹੀਂ ਹੈਗੀ, ਉਹਨੂੰ ਕਾਹਦੀ ਲੋੜ ਹੈਗੀ ਹੈ? ਵਸਤੂ ਦੀ, ਉਹਦੀ ਚੀਜ਼ ਦੀ ਲੋੜ ਆ, ਚੀਜ਼ ਦੀ। ਇਹ ਸਾਡਾ ਵਿਸ਼ਵਾਸ ਅੱਗੇ ਪੜਾਂਗੇ ਅਸੀਂ, ਇਹ ਸਾਨੂੰ ਦਿਖਾਉਂਦਾ ਕਿ ਅਸੀਂ ਕਿੱਦਾਂ ਵਿਸ਼ਵਾਸੀ ਠਹਿਰਦੇ ਹਾਂ, ਅਸੀਂ ਕਿੱਦਾਂ ਅਵਿਸ਼ਵਾਸੀ ਠਹਿਰਦੇ ਹਾਂ ਜੀ। ਇਸੇ ਪ੍ਰਕਾਰ ਨਿਹਚਾ ਜੋ ਅਮਲ ਸਹਿਤ ਨਾ ਹੋਵੇ, ਕਹਿੰਦਾ ਜਿਹੜੇ ਨਿਹਚਾ ਵਿਸ਼ਵਾਸ ਕੀਤਾ ਕਿ ਮੈਂ ਤਾਂ ਪ੍ਰਭੂ ਦੀ ਬੇਟੀ ਹਾਂ ਜੀ, ਮੈਂ ਤਾਂ ਕ੍ਰਿਸਚਨ ਹੈਗੀ ਹੈ, ਮੈਂ ਤਾਂ ਮੰਨ ਚੁੱਕਾ ਇਸ ਗੱਲ ਨੂੰ ਕਿ ਮੈਂ ਪ੍ਰਭੂ ਦੀ ਬੇਟਾ ਹੈਗਾ, ਲੇਕਿਨ ਸਾਡਾ ਜਿਹੜਾ ਐਕਸ਼ਨ ਹੈਗਾ ਉਹ ਡੈਡ ਪਿਆ ਆ। ਅਸੀਂ ਕੁਝ ਨਹੀਂ ਕਰਦੇ ਪਏ, ਵੀ ਆਰ ਕੁਝ ਵੀ ਨਹੀਂ ਕਰਦੇ ਪਏ। ਅਸੀਂ ਖਾਲੀ ਅਸੀਂ ਸੰਡੇ ਜਾਂਦੇ ਆ, ਅਸੀਂ ਕਿਸੇ ਪ੍ਰੀਚਰ ਨੂੰ ਸੁਣ ਲਿਆ, ਗਾਣੇ ਸੁਣ ਲਏ, ਇਨਫ ਹੋ ਗਿਆ। ਨਹੀਂ, ਇਹ ਇਨਫ ਨਹੀਂ ਆ। ਮੈਂ ਨਹੀਂ ਕਹਿਣਾ ਪਿਆ ਤੁਹਾਨੂੰ, ਇਹ ਬਾਈਬਲ ਕਹਿੰਦੀ ਪਈ ਹੈ। ਇਸੇ ਪ੍ਰਕਾਰ ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ। ਕਹਿੰਦਾ ਨਿਹਚਾ ਕੀ ਹੋਈ ਹੈ? ਫਿਰ ਮੋਈ ਦਾ ਮਤਲਬ ਕੀ ਹੁੰਦਾ? ਮਰੇ ਹੋਏ ਕੰਮ, ਮਰੀ ਹੋਈ ਆ ਤੁਹਾਡੀ ਨਿਹਚਾ, ਤੁਹਾਡਾ ਵਿਸ਼ਵਾਸ ਮਰਿਆ ਹੋਇਆ ਆ, ਕੰਮ ਨਹੀਂ ਹੈ, ਤੁਹਾਡਾ ਵਿਸ਼ਵਾਸ ਮਰਿਆ ਹੋਇਆ। ਉਹ ਵਿਸ਼ਵਾਸ ਤੁਸੀਂ ਕਰਦੇ ਜ਼ਰੂਰ ਪ੍ਰਭੂ ਤੇ, ਲੇਕਿਨ ਉਹ ਵਿਸ਼ਵਾਸ ਪ੍ਰਭੂ ਕਹਿੰਦੇ ਕੀ ਹੈਗਾ, ਉਹ ਮਰਿਆ। ਅੱਜ ਜਦੋਂ ਇੱਥੇ ਹੁਣ ਜਿੱਦਾਂ ਹੁਣ ਇੱਥੇ ਫਲੱਡ ਹੋਇਆ, ਤੁਹਾਨੂੰ ਪਤਾ ਨਿਊ ਸਾਊਥ ਵੇਲਜ਼ ਕਿੰਨਾ ਫਲੱਡ ਆਇਆ, ਬ੍ਰਿਸਬੇਨ ਦੇ ਵਿੱਚ ਕਿੰਨਾ ਫਲੱਡ ਆਇਆ ਨਾ। ਮੇਰੇ ਮਨ 'ਚ ਬੜੀ ਉਹ ਗੱਲ ਲੱਗੀ, ਮੇਰੇ ਦਿਲ ਨੂੰ ਨਾ। ਉਹ ਅਸੀਂ ਮਸੀਹ ਲੋਕ ਹਾਂ, ਅਸੀਂ ਖੁਦਾ ਨੂੰ ਪ੍ਰੋਕਲੇਮ ਕਰਦੇ ਪਏ ਹਾਂ, ਅਸੀਂ ਕਹਿੰਦੇ ਹਾਂ ਕਿ ਪ੍ਰਭੂ ਐਡਾ, ਪ੍ਰਭੂ ਐਡਾ, ਪ੍ਰਭੂ। ਲੇਕਿਨ ਸਿੱਖਾਂ ਨੇ ਪਤਾ ਕੀ ਕੀਤਾ? ਆਪਣੀ ਵੈਨ ਚੱਕੀ, ਉਹਨਾਂ ਨੇ ਫੂਡ ਚੱਕਿਆ, ਉਹ ਪਹੁੰਚ ਗਏ ਨਿਊ ਸਾਊਥ ਵੇਲ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਐਕਸ਼ਨ ਕੀਤਾ। ਉਹ ਕਹਿੰਦਾ ਜੇ ਤੂੰ ਵਿਸ਼ਵਾਸ ਰੱਖਿਆ ਹੋਇਆ, ਕਹਿੰਦਾ ਮੈਂ ਤੈਨੂੰ ਵਿਸ਼ਵਾਸ ਦਿਖਾਣਾ, ਮੈਂ ਕਹਿੰਦਾ ਤੈਨੂੰ ਦਿਖਾਣਾ ਐਕਸ਼ਨ, ਤੂੰ ਆਪਣਾ ਕਹਿੰਦਾ ਵਿਸ਼ਵਾਸ ਦਿਖਾ। ਵਿਸ਼ਵਾਸ ਨਹੀਂ ਕਰੂਗਾ ਦੱਸੋ? ਮੈਂ ਜੀ ਪ੍ਰਭੂ ਲਈ ਮੈਂ ਉਸ ਪ੍ਰਾਰਥਨਾ ਕਰਦਾ, ਮੈਂ ਪ੍ਰਭੂ ਉਹਨਾਂ ਦੇ ਨਹੀਂ, ਦੇ ਨੀਡ ਫੂਡ। ਸਾਨੂੰ ਕਿਸੇ ਨੇ ਕਿਹਾ ਕਿ ਭਾਜੀ ਅਸੀਂ ਵੀ ਚਲੋ ਆ ਚਲੀ, ਅਸੀਂ ਗੱਡੀ 'ਚ ਆ ਗਏ, ਅਸੀਂ ਵੀ ਦੇ ਕੇ ਆਨੇ ਫੂਡ ਆਪਣੀ ਚਰਚ ਵੱਲੋਂ ਨਾ। ਕਿਉਂ? ਕਿਉਂਕਿ ਸਾਡਾ ਵਿਸ਼ਵਾਸ ਕੀ ਹੋਇਆ ਪਿਆ? ਮਰਿਆ ਪਿਆ। ਖਾਲੀ ਵਿਸ਼ਵਾਸ ਹੀ ਆ ਕਿ ਠੀਕ ਆ ਜੀ, ਕੰਫਰਟ ਜ਼ੋਨ 'ਚ ਬੈਠੇ ਅਸੀਂ ਆ ਕੇ। ਮੈਨੂੰ ਲੱਗਦਾ ਕਿ ਤੁਹਾਨੂੰ ਮੇਰੀਆਂ ਗੱਲਾਂ ਬੁਰੀਆਂ ਲੱਗਦੀਆਂ, ਲੇਕਿਨ ਮੇਰੀਆਂ ਗੱਲਾਂ ਨਹੀਂ ਹੈਗੀਆਂ, ਇਹ ਵਚਨ ਦੀਆਂ ਗੱਲਾਂ। ਇਹ ਹੋ ਸਕਦਾ ਤੁਹਾਨੂੰ ਲੱਗੇ ਕਿ ਇਹ ਬੰਦਾ ਸਹੀ ਨਹੀਂ ਬੋਲਦਾ ਪਿਆ ਹੈ ਨਾ, ਪਰ ਮੈਂ ਨਹੀਂ ਬੋਲਦਾ ਪਿਆ। ਇਹ ਸਾਨੂੰ ਵਚਨ ਦੱਸਦਾ, ਸਾਨੂੰ ਕਲਾਮ ਦੱਸਦਾ ਕਿ ਸਾਨੂੰ ਜੀਵਤਾ ਵਿਸ਼ਵਾਸ ਦਿਖਾਣਾ ਖੁਦਾ ਨੂੰ। ਲਾਸਟ ਪੜ੍ਹੀ ਅੱਗੇ, ਤੂੰ ਨੇਚਾ ਰੱਖਦਾ ਹੈ ਜੋ ਪਰਮੇਸ਼ਰ ਇੱਕੋ ਹੈ, ਇਹ ਤੂੰ ਅੱਛਾ ਕਰਦਾ ਹੈ। ਕਹਿੰਦਾ ਤੂੰ ਵਿਸ਼ਵਾਸ ਕਰਨਾ ਪਰਮੇਸ਼ਵਰ ਇੱਕ ਅੱਛੀ ਕਰਦਾ, ਤੂੰ ਇਹ ਅੱਛੀ ਗੱਲ ਹੈ। ਭੂਤ ਇਹੋ ਨੇਚਾ ਕਰਦੇ ਹਨ ਅਤੇ ਕੰਬਦੇ ਹਨ। ਕਹਿੰਦਾ ਦੁਸ਼ਟ ਨਬੇੜੇ ਕਿਸੇ ਨਾਲ ਤੇਰੀ ਜਾਤ ਪੁੱਛ ਨਹੀਂ। ਅਸੀਂ ਕਵਾਂਗੇ ਪ੍ਰਭੂ ਯਿਸੂ ਮਸੀਹ ਮੈਂ ਤਾਂ ਮਸੀਹ ਹਾਂ, ਕਹਿੰਦੇ ਤੇਰੀ ਕਿਸੇ ਜਾਤ ਨਹੀਂ ਪੁੱਛਣੀ, ਤੈਨੂੰ ਅਮਲ ਵੀ ਕਰਨਾ ਪੈਣਾ ਤੈਨੂੰ। ਮੈਂ ਫੇਰ ਕਹੂੰਗਾ ਤੁਹਾਨੂੰ, ਪੌਲਸ ਜੇ ਨਾ ਹੁੰਦਾ ਅਸੀਂ ਇੱਥੇ ਇਕੱਠੇ ਨਹੀਂ ਸੀ ਹੋਣਾ, ਮੂਸਾ ਨਾ ਹੁੰਦਾ, ਨੂਹ ਨਾ ਹੁੰਦਾ, ਜਿਹੜੇ ਵੱਡੇ ਵੱਡੇ ਪ੍ਰਭੂ ਦੇ ਲੋਕ ਹੋਏ ਆ, 12 ਚੇਲੇ ਹੋਏ ਆ, ਜੇ ਉਹ ਨਾ ਬਾਈਬਲ ਨਹੀਂ ਸੀ ਹੋਣੀ, ਸਾਡੇ ਕੋਲ ਬਾਈਬਲ ਨਹੀਂ ਸੀ ਹੋਣੀ, ਅਸੀਂ ਤਾਂ ਪ੍ਰਚਾਰ ਨਹੀਂ ਕਰਦੇ ਹੋਣਾ ਸੀਗਾ, ਕੋਈ ਸੈਲਵੇਸ਼ਨ ਨਹੀਂ ਹੋਣੀ ਸੀ, ਅਸੀਂ ਵੀ ਇੱਦਾਂ ਬਸ ਸਾਡੇ ਵਾ ਜੀਵਨ ਇੱਦਾਂ ਹੋਣਾ ਸੀ। ਲੇਕਿਨ ਮੇਰੇ ਭੈਣ ਭਰਾਵੋ, ਸਾਨੂੰ ਪ੍ਰਭੂ ਨੇ ਬਚਾਇਆ ਆ, ਅਸੀਂ ਵੀ ਲੋਕਾਂ ਨੂੰ ਬਚਾਉਣਾ ਆ। ਹਾਲੇਲੂਇਆ, ਅਸੀਂ ਲੋਕਾਂ ਨੂੰ ਬਚਾਉਣਾ ਆ। ਅੱਜ ਤੋਂ ਤੁਸੀਂ ਪ੍ਰਣ ਕਰ ਲਓ ਕਿ ਮੈਂ ਮਸੀਹ ਦੇ ਨਾਲ, ਮੇਰੀ ਪਹਿਲੀ ਦੌੜ ਹੋਰ ਸੀ, ਲੇਕਿਨ ਹੁਣ ਮੈਂ ਕੀ ਕਰੂੰਗਾ? ਮੈਂ ਹੁਣ ਅੱਛੀ ਦੌੜੂੰਗਾ, ਮੈਂ ਫੇਰ ਦੁਬਾਰਾ ਤੋਂ ਖੜਾ ਹੋਊਂਗਾ। ਪ੍ਰਭੂ ਕਹਿੰਦੇ ਧੰਨ ਹੈਗਾ ਮਨੁੱਖ ਜਿਹਨੂੰ ਕੋਈ ਡਿੱਗ ਜਾਵੇ ਤਾਂ ਉਹਨੂੰ ਕੋਈ ਚੱਕ ਲਵੇ। ਅੱਜ ਪ੍ਰਭੂ ਯਿਸੂ ਮਸੀਹ ਨੇਚਾ ਕਾਰਤ ਹੈ ਕਿ ਸਾਡਾ ਪਿਤਾ ਅਬਰਾਹਮ ਅਮਲਾਂ ਨਾਲ ਧਰਮੀ ਨਹੀਂ ਠਹਿਰਿਆ ਗਿਆ ਜਦੋਂ ਉਹਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ। ਤੂੰ ਵੇਖਦਾ ਹੈ ਭਈ ਨੀਚਾ ਉਹਦੇ ਅਮਲਾਂ ਨਾਲ ਦੇਖੇ ਕਿੰਨੀ ਅੱਛੀ ਗੱਲ ਕੀਤੀ, ਗੁਣਕਾਰ ਬੜਾ ਅੱਛਾ ਐਗਜ਼ਾਮਪਲ ਲਿਆ ਆ। ਉਹ ਕਹਿੰਦਾ ਅਬਰਾਹਮ ਦੇਖੋ ਉਹਨੇ ਕੀ ਕੀਤਾ, ਆਪਣੇ ਬੇਟੇ ਨੂੰ ਬਲੀ ਚੜਾਤਾ। ਉਹ ਵੀ ਕਹਿ ਸਕਦਾ ਨਹੀਂ ਪ੍ਰਭੂ ਮੈਂ ਤੇ ਉੱਤੇ ਕੀ ਕਰਦੇ ਹੈਗਾ, ਵਿਸ਼ਵਾਸ ਕਰਦਾ, ਲੇਕਿਨ ਪ੍ਰਭੂ ਕਹਿੰਦੇ ਆਪਣੇ ਬੇਟੇ ਨੂੰ ਚੱਕ, ਇਹਨੂੰ ਮੇਰੇ ਲਈ ਬਲੀ ਦੇ। ਉਹਨੇ ਕੰਮ ਕੀਤਾ। ਅੱਜ ਪ੍ਰਭੂ ਸਾਨੂੰ ਵੀ ਕਹਿੰਦੇ ਆ ਕਿ ਤੁਹਾਨੂੰ ਵੀ ਲਾਸ ਕਰਨਾ ਪੈਣਾ ਆ। ਲਾਸ ਮੀਨਸ ਤੁਹਾਨੂੰ ਕੁਝ ਗੱਲਾਂ ਨੂੰ ਛੱਡਣਾ ਪੈਣਾ, ਤੁਹਾਨੂੰ ਤਿਆਗ ਦਾ ਜੀਵਨ ਜੀਣਾ ਪੈਣਾ। ਤਿਆਗ ਕੀ ਹੈਗਾ ਆ?
ਤਿਆਗ ਦੇ ਵਿੱਚ ਮੈਂ ਇੱਕ ਗੱਲ ਸਭ ਤੋਂ ਪਹਿਲੀ ਮੈਂ ਤੁਹਾਨੂੰ ਗੱਲ ਕਹੂੰਗਾ, ਯੂ ਹੈਵ ਟੂ ਸਟਾਰਟ ਪ੍ਰੇ ਯੋਰਸੈਲਫ। ਤੁਹਾਨੂੰ ਸ਼ੁਰੂ ਕਰਨਾ ਪੈਣਾ ਪ੍ਰਾਰਥਨਾ ਤੋਂ। ਮੈਂ ਆਪਣੇ ਭਰਾ ਨੂੰ ਵੀ ਕਿਹਾ ਸੀ, ਮੈਂ ਕਿਹਾ ਬਾਈਬਲ ਸਟਾਰਟ ਕਰੋ ਤੁਸੀਂ ਰੀਡਿੰਗ ਕਰਨੀ, ਤੁਸੀਂ ਪ੍ਰਾਰਥਨਾ ਸ਼ੁਰੂ ਕਰੋ। ਪ੍ਰਾਰਥਨਾ ਨੇ ਤੁਹਾਡੇ ਬੰਧਨ ਤੋੜਨੇ ਆ, ਨਾ ਕਿ ਅਮਨ ਨੇ, ਨਾ ਕਿਸੇ ਹੋਰ ਪ੍ਰੀਚਰ ਨੇ, ਨਾ ਕਿਸੇ ਹੋਰ ਚੀਜ਼ ਨੇ। ਤੁਹਾਡੇ ਬੰਧਨ ਪ੍ਰਾਰਥਨਾ ਨੇ ਤੋੜਨੇ ਆ। ਤੁਹਾਨੂੰ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਬਹੁਤ ਘੱਟ ਆਪਣੇ ਪਾਸ ਨੂੰ ਕਿਹਾ ਮੇਰੇ ਲਈ ਪ੍ਰਾਰਥਨਾ ਕਰੋ, ਕਿਉਂਕਿ ਹੀ ਟੀਚ ਮੀ ਹਾਊ ਯੂ ਕੈਨ ਸਟਾਰਟ ਸਮਾਲ ਪ੍ਰੇਅਰ। ਦੂਜੀ ਗੱਲ, ਤੁਸੀਂ ਬਾਈਬਲ ਸਟੱਡੀ ਸ਼ੁਰੂ ਕਰੋ। ਬਾਈਬਲ ਸਟੱਡੀ ਤੇ ਆਇਆ ਕਰੋ ਤੁਸੀਂ, ਹੌਲੀ ਹੌਲੀ ਤੁਸੀਂ ਬਾਈਬਲ ਨਾਲ ਤੁਸੀਂ ਕਰੋ, ਇਨ ਟੱਚ ਹੋਣਾ ਸ਼ੁਰੂ ਕਰੋ। ਤੁਹਾਨੂੰ ਤਿਆਗਣਾ ਪੈਣਾ ਆਪਣੇ ਸਮੇਂ ਨੂੰ, ਨਹੀਂ ਕਿ ਮੈਂ ਇਹਨੂੰ ਛੱਡ ਕੇ ਮੈਂ ਬਾਈਬਲ ਦੇ ਵਿੱਚ ਮੈਂ ਆਪਣੇ ਸਮੇਂ ਨੂੰ ਲੈ ਕੇ ਆਣਾ। ਇਹ ਆ ਖੁਦਾਵੰਦ ਤੁਹਾਡੇ ਤੋਂ ਚਾਹੁੰਦਾ ਹੈ, ਇਹ ਆ ਉਹਦਾ ਇਕਰਾਰ ਕਰਨਾ ਕਿ ਨਹੀਂ, ਮੈਂ ਸਾਰੀ ਗੱਲਾਂ ਪਿੱਛੇ, ਪਹਿਲੇ ਮੈਂ ਖੁਦਾ ਦੇ ਬੱਚਨ ਨੂੰ ਪਹਿਲੇ ਮੈਂ ਪਹਿਲ ਦੇਣੀ ਆ। ਉਸ ਤੋਂ ਬਾਅਦ ਚ ਤੁਸੀਂ, ਜਿੱਦਾਂ ਮੈਂ ਪਹਿਲੇ ਵੀ ਕਿਹਾ ਕਿ ਤੁਸੀਂ ਛੋਟੀ ਛੋਟੀਆਂ ਪ੍ਰਾਰਥਨਾਵਾਂ ਰਖਾਓ ਆਪਣੇ ਘਰ ਦੇ ਵਿੱਚ। ਗੈਟ ਟੂਗੇਦਰ ਕਰੋ, ਗੈਟ ਟੂਗੇਦਰ ਵੀਕ ਦੇ ਵਿੱਚ ਇੱਕ ਕਿਸੇ ਦੇ ਘਰ। ਮੈਂ ਨਹੀਂ ਕਹਿੰਦਾ ਤੁਸੀਂ 5-5 ਘੰਟੇ 4-4 ਘੰਟੇ ਤੋਂ ਗੱਲਾਂ ਮਾਰੋ, ਨਹੀਂ, 1 ਘੰਟਾ ਬਹੁਤ ਆ ਤੁਹਾਡੇ। 1 ਘੰਟਾ 1 ਆਵਰ ਇਜ਼ ਇਨਫ। ਤੁਸੀਂ ਇਕੱਠੇ ਹੋਵੋ, ਤੁਸੀਂ ਦੁਆ ਕਰੋ, ਦੂਜੀ ਕੋਈ ਗੱਲ ਨਾ ਕਰੋ, ਪ੍ਰਾਰਥਨਾ ਕੀਤੀ, ਬਾਈਬਲ ਪੜ੍ਹੀ, ਜੈ ਮਸੀਹ ਦੀ ਜੀ, ਕੋਈ ਰੋਟੀ ਪਾਣੀ ਨਹੀਂ, ਕੋਈ ਖਾਣਾ ਪੀਣਾ ਨਹੀਂ, ਕੁਝ ਨਹੀਂ। ਇਹ ਹੈਗਾ, ਇਹ ਗੱਲਾਂ ਖੁਦਾ ਨੂੰ ਭਾਉਂਦੀਆਂ। ਜਾਣਦੇ ਤੁਸੀਂ ਘੁਟਨੇ ਦਾ ਜੋ ਅਸੀਂ ਕਰਦੇ ਹਾਂ, ਅਸੀਂ ਇਕੱਠੇ ਹੁੰਦੇ ਹਾਂ, ਜੈ ਮਸੀਹ ਦੀ ਜੀ, ਜੈ ਮਸੀਹ ਦੀ ਜੀ, ਤੁਹਾਡਾ ਬਿਜ਼ਨਸ ਕਿੱਦਾਂ ਚੱਲਦਾ ਪਿਆ? ਅੱਛਾ ਜੀ, ਉਹ ਐਨੇ ਉਹਨੇ ਆਹ ਕਰ ਲੈ ਲਿਆ, ਉਹਨੇ ਆਹ ਲੈ ਲਿਆ, ਉਹਨੇ ਆਹ ਕਰ, ਤਾੜੀ ਮਾਰੀਏ, ਅਸੀਂ ਉਹਦੀ ਮਹਿਮਾ ਕਰੀਏ। ਹਾਲੇਲੂਇਆ। ਆਈਏ ਅਸੀਂ ਉਹਦਾ ਧੰਨਵਾਦ ਕਰਾਂਗੇ। ਥੈਂਕ ਯੂ ਜੀਸਸ, ਵੀ ਪ੍ਰੇਜ਼। ਅਸੀਂ ਇੱਕ ਗੀਤ ਗਾਵਾਂਗੇ, ਗੀਤ ਦੇ ਨਾਲ ਜਿਹਨੇ ਕਿਸੇ ਨੇ ਕੋਈ ਦਾਨ ਕਰਨਾ ਜਾਂ ਜੋ ਵੀ ਕੁਝ ਤੁਹਾਡੇ ਮਨ 'ਚ ਹੈਗਾ ਜਾਂ ਕਿਸੇ ਨੇ ਕੋਈ ਦਸ਼ਮਾਹ ਦੇਣਾ ਤੁਸੀਂ ਦੇ ਸਕਦੇ ਆ। ਔਰ ਜਿਹਨੇ ਪ੍ਰਾਰਥਨਾ ਕਰਾਣੀ ਉਹ ਇਸ ਗੱਲ ਤੋਂ ਬਾਅਦ 'ਚੋਂ ਪ੍ਰਾਰਥਨਾ ਕਰਾ ਸਕਦੇ ਆ। ਤੇ ਜੇ ਕਿਸੇ ਕੋਲ ਕੋਈ ਗਵਾਹੀ ਹੈਗੀ ਤਾਂ ਤੁਸੀਂ ਗਵਾਹੀ ਲਈ ਵੀ ਆ ਸਕਦੇ ਆ। ਹਾਲੇਲੂਇਆ। ਧੰਨਵਾਦ ਸਰਵਸ਼ਕਤੀਮਾਨ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਲਈ। हालेलुया। धन्यवाद धन्यवाद धन्यवाद। थैंक यू जीसस। हालेलुया हालेलुया। आइए प्रार्थना करेंगे, प्रार्थना चलेंगे। हालेलुया। आइए मेरे भरा ने गवाही देनी है। सारे जय मसीह जी। मैं गवाही देनी है कि मैं परसों जी मैं ना परसों काम तो ना घर ना वापस आना पाया सी। हाँ जी। ते मैं ना बड़ा बेफिक्रा गड्डी चला रहा सी। अच्छा। ते मैं देखिया नहीं मेरे मैं राइटर ले लिया नज़र ते बट उन्हें सडनली गड्डी रोकी एंड मेरे लैफ्ट हैंड साइड तो फिर लगे आगे एंड मैंने उन्हें कहा व्हाट आर यू डूइंग कहंदा बट मैं धन्नवाद करदा प्रभु दा। बगानी गड्डी सी जिहड़ी मैं भी चला रहा सी भाजी है ना, मैंने नजायज़ पैसे फिर देने पै जाने होना तो चलो प्रभु की दया ना कुछ भी नहीं सीगा बट मैं धन्नवाद करदा प्रभु दा कि उन्होंने उहदे मन च पाया ब्रेक लाने दा, उन्हें ब्रेक ला ली ते प्रभु का धन्नवाद करदा ते प्रभु के नाम च इस गवाही में मैं इकरार करदा कि मैं अगे तो कोई ऐसी गलती नहीं करूँगा। थैंक यू थैंक यू। प्रेज द लॉर्ड। हालेलुया। प्रभु धन्नवाद कि भरा नूं प्रभु ने बचाया अपना हाथ अगे रख के। प्रेज द लॉर्ड। आइए ਅਸੀਂ खड़े होवांगे सारे गावांगे ਅਸੀਂ। थैंक यू जीसस। इस गवाही लिए खुदावंद दा धन्नवाद करते हैं। प्रभु अपने लोगों की रक्षा करने वाला खुदावंद। प्रभु दे वचन च लिखा तुझे मौत दी छां दी वादी दे विच भी जावेगा उत्थे भी मैं तेरे नाल होवांगा। थैंक यू जीसस। आप सब मिलके गावांगे गीत विश्वास योग्य मेरे प्रभु मैं तुहाडी स्तुति करांगा। इंसान वफादार नहीं है मेरे भैन भरावो लेकिन खुदावंद एक वफादार मैं तेरी स्तुति करूंगा, मैं तेरी स्तुति करूंगा। हालेलुया। करुणा से बुलाया है मैं तेरी स्तुति करूंगा।
ਪਰਮੇਸ਼ਵਰ ਮੈਂ ਦੁਆ ਕਰਦਾ ਖੁਦਾਵੰਦ ਜੀ ਸਾਡੇ ਦਿਲ ਦੇ ਵਿੱਚ ਹਮੇਸ਼ਾ ਲਈ ਵਾਸ ਕਰੇ ਖੁਦਾਵੰਦ, ਔਰ ਅਸੀਂ ਤੁਹਾਡਾ ਇਕਰਾਰ ਕਰਦੇ ਰਹੀਏ ਮੇਰੇ ਪਿਤਾ ਪਰਮੇਸ਼ਵਰ ਜੀ। ਤੁਹਾਡਾ ਧੰਨਵਾਦ ਕਰਦਾ ਮੈਂ ਸਾਰੇ ਭੈਣ ਭਰਾ ਵਾਸਤੇ ਇੱਕ ਵਾਰੀ ਫੇਰ ਤੋਂ ਤੁਹਾਡੇ ਪਾਕ ਲਹੂ ਢੱਕਦਾ ਖੁਦਾਵੰਦ ਜੀ, ਔਰ ਮੈਂ ਦੁਆ ਕਰਦਾ ਪ੍ਰਭੂ ਕਿ ਸਾਡਾ ਜੀਵਨ ਅੱਜ ਤੋਂ ਬਾਅਦ 'ਚ ਬਦਲਿਆ ਹੋਇਆ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ। ਜੇ ਤੁਸੀਂ ਨਹੀਂ ਚਾਹੁੰਦੇ ਸਾਡੇ ਜੀਵਨ 'ਚ ਨਾ ਰਵੇ ਪ੍ਰਭੂ ਜੀ, ਉਸ ਹਰੇਕ ਗੱਲ ਨੂੰ ਤੁਸੀਂ ਆਪਣੇ ਰੂਹ ਦੀ ਤਾਕਤ ਨਾਲ ਪ੍ਰਭੂ ਸਾਡੇ ਜੀਵਨ 'ਚ ਹਮੇਸ਼ਾ ਲਈ ਦੂਰ ਕਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਖੁਦਾਵੰਦ ਸਾਨੂੰ ਆਪਣੀ ਨਜ਼ਦੀਕੀ ਬਖਸ਼ੋ ਤਾਂ ਕਿ ਖੁਦਾਵੰਦ ਜੋ ਤੁਸੀਂ ਆਵੋ ਤਾਂ ਸਾਡੀ ਸਿੱਧ ਕਲੀਸਿਆ ਤਿਆਰ ਰਵੇ ਮੇਰੇ ਪਿਤਾ ਪਰਮੇਸ਼ਵਰ ਜੀ। ਤੁਹਾਡਾ ਧੰਨਵਾਦ ਕਰਦੇ ਹੋਏ ਸਾਰੀ ਬਰਕਤਾਂ ਲਈ ਮੈਂ ਧੰਨਵਾਦ ਕਰਦਾ ਹਾਂ, ਸਾਰੀ ਗਵਾਹੀਆਂ ਲਈ ਮੈਂ ਧੰਨਵਾਦ ਕਰਦਾ ਖੁਦਾਵੰਦ ਜੀ। ਔਰ ਪ੍ਰਭੂ ਮੈਂ ਦੁਆ ਕਰਦਾ ਜਦੋਂ ਅਸੀਂ ਅਗਲੇ ਵਾਰ